ਕਾਵਿ ਲੋਕ ਲਈ ਅੱਜ ਸਾਡੇ ਕੋਲ ਪੰਜਾਬੀ ਸ਼ਾਇਰੀ ਦੇ ਸਮਰੱਥ ਹਸਤਾਖਰ, ਪੰਜਾਬੀ ਸਾਹਿਤਕ ਸਰਗਰਮੀ ਦੇ ਹਮੇਸ਼ਾ ਹੀ ਸਰਗਰਮ ਤੇ ਸੁੱਚੇ ਕਰਮੀ ਗੁਰਭਜਨ ਗਿੱਲ ਜੀ ਸਾਡੇ ਨਾਲ ਨੇ। ਕਾਵਿ ਲੋਕ ਲਈ ਅਸੀਂ ਅੱਜ ਉਹਨਾਂ ਨਾਲ ਰੂਬਰੂ ਕਰਾਂਗੇ। ਉਹਨਾਂ ਦੀ ਨਿੱਜੀ ਜ਼ਿੰਦਗੀ ਬਾਰੇ, ਪੰਜਾਬੀ ਕਵਿਤਾ ਬਾਰੇ, ਸਾਹਿਤ ਦੀ ਮੌਜੂਦਾ ਸਥਿਤੀ ਬਾਰੇ ਅਸੀਂ ਉਹਨਾਂ ਤੋਂ ਜਾਣਾਂਗੇ ਵੀ ਉਹਨਾਂ ਦੀ ਨਜ਼ਰ 'ਚ ਪੰਜਾਬੀ ਕਵਿਤਾ ਮੌਜੂਦਾ ਦੌਰ 'ਚ ਕਿਹਨਾਂ ਪੜਾਵਾਂ 'ਚ ਗੁਜ਼ਰ ਰਹੀ ਹੈ। ਪੰਜਾਬੀ ਕਵਿਤਾ ਨੇ ਸਮਾਜ ਨਾਲ ਕਿਸ ਤਰ੍ਹਾਂ ਦਾ ਨਾਤਾ ਜੋੜਿਆ ਹੋਇਆ। ਗੁਰਭਜਨ ਗਿੱਲ ਪਿਛਲੇ ਲਗਭਗ 5 ਦਹਾਕਿਆਂ ਤੋਂ 50 ਸਾਲਾਂ ਤੋਂ ਨਿਰੰਤਰ ਪੰਜਾਬੀ ਸਾਹਿਤ ਦੀ ਸੇਵਾ ਵਿੱਚ ਜੁਟੇ ਹੋਏ ਨੇ ਔਰ ਗੁਰਭਜਨ ਗਿੱਲ ਨੇ ਇਸ ਸਮੇਂ ਦੌਰਾਨ ਇੱਕ ਕਵੀ ਵਜੋਂ ਪਛਾਣ ਬਣਾਈ, ਇੱਕ ਸਾਹਿਤ ਕਰਮੀ ਵਜੋਂ ਆਪਣੇ ਆਪ ਨੂੰ ਹਮੇਸ਼ਾ ਆਪਣੀ ਸਮਰੱਥਾ ਦੇ ਅਨੁਸਾਰ ਨਿਭਾਉਣ ਦਾ ਯਤਨ ਕੀਤਾ ਔਰ ਲੋਕ ਮਨਾਂ ਤੱਕ ਉਤਰਨ ਦੀ ਉਹਨਾਂ ਦੀ ਜਿਹੜੀ ਫਿਤਰਤ ਹੈ ਉਹ ਪੰਜਾਬੀ ਕਵਿਤਾ 'ਚ ਵੀ ਹਾਜ਼ਰ ਹੋਈ ਤੇ ਉਹਨਾਂ ਦੀ ਸਾਹਿਤਕ ਸਰਗਰਮੀ ਵਿੱਚ ਵੀ ਵੇਖੀ ਜਾ ਸਕਦੀ ਹੈ। ਗੁਰਭਜਨ ਗਿੱਲ ਇੱਕ ਕਵੀ ਵੀ ਹੈ, ਇੱਕ ਲੇਖਕ ਵੀ ਹੈ, ਵਾਰਤਕ ਵੀ ਉਹਨਾਂ ਨੇ ਰਚੀ ਹੈ। ਉਹਨਾਂ ਨੇ ਜਿਹੜਾ ਆ ਉਹ ਸਾਹਿਤਕ ਸਰਗਰਮੀ ਦੇ ਅਨੇਕਾਂ ਜਿਹੜੇ ਆ ਉਹ ਅਕੈਡਮੀਆਂ, ਅਨੇਕਾਂ ਸਾਹਿਤ ਸਭਾਵਾਂ, ਅਨੇਕਾਂ ਜਿਹੜੀ ਆ ਉਹ ਸਰਕਾਰੀ ਦਰਬਾਰੇ ਪੰਜਾਬੀ ਸਾਹਿਤ ਦੀ ਜ਼ੁਬਾਨ ਦੀ ਔਰ ਪੰਜਾਬੀ ਸਮਾਜ ਦੀ ਜਿਹੜੀ ਆ ਉਹ ਗੱਲ ਪਹੁੰਚਾਉਣ ਦਾ ਜਿਹੜਾ ਆ ਉਹ ਆਪਣਾ ਮਾਦਾ ਦਿਖਾਇਆ ਆ, ਆਪਣੀ ਹਿੰਮਤ ਦਿਖਾਈ ਆ, ਆਪਣਾ ਚਿੰਤਨ ਜਿਹੜਾ ਆ ਇਸ ਰੂਪ 'ਚ ਸਾਹਮਣੇ ਲਿਆਂਦਾ ਔਰ ਮਾਝੇ ਤੋਂ ਇਹ ਸ਼ਖਸੀਅਤ ਜਿਹੜੀ ਆ ਉਹ ਪਨਪਦੀ ਹੋਈ ਔਰ ਮਾਲਵੇ ਤੱਕ ਔਰ ਸਾਰੇ ਪੰਜਾਬ ਤੱਕ ਜਿਹੜੀ ਆ ਉਹ ਸਾਡੇ ਸਾਰਿਆਂ ਨੂੰ ਜਿਹੜਾ ਆ ਉਹ ਗਿਆਨ ਦਾ ਇੱਕ ਰੋਸ਼ਨ ਚਿਰਾਗ ਬਣ ਕੇ ਸਾਡੇ ਸਾਹਮਣੇ ਹਾਜ਼ਰ ਹੈ। ਔਰ ਮੈਂ ਅੱਜ ਖੁਸ਼ੀ ਲੈ ਰਿਹਾ ਕਾਵਿ ਲੋਕ ਲਈ ਵੀ ਮੈਂ ਉਹਨਾਂ ਨਾਲ ਕੁਝ ਗੱਲਾਂ ਕਰਾਂ ਉਹਨਾਂ ਦੀ ਜ਼ਿੰਦਗੀ ਬਾਰੇ। ਔਰ ਕਾਵਿ ਪੁਸਤਕਾਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਹੁਣ ਤੱਕ ਲਗਭਗ 1.5 ਦਰਜਨ ਦੇ ਨੇੜੇ ਜਿਹੜੀਆਂ ਆ ਉਹ ਕਾਵਿ ਪੁਸਤਕਾਂ ਪੰਜਾਬੀ ਸਾਹਿਤ ਨੂੰ ਦਿੱਤੀਆਂ, ਕਵਿਤਾ ਨੂੰ ਦਿੱਤੀਆਂ। ਸ਼ੀਸ਼ਾ ਝੂਠ ਬੋਲਦਾ ਹੈ ਤੋਂ ਸ਼ੁਰੂ ਹੁੰਦਾ ਸਫ਼ਰ ਇਹ, ਹਰ ਤੁਕ ਦਾ ਪਿੰਡ ਮੇਰਾ ਹੈ, ਸੁਰਖ ਸਮੁੰਦਰ, ਦੋ ਹਰ ਪ੍ਰਸਿੱਧੀ, ਅਗਨ ਕਥਾ, ਗੁਲਨਾਰ, ਮਨ ਤੇ ਤਨੂਰ, ਪਾਰਦਰਸ਼ੀ, ਮੋਰ ਪੰਖ ਔਰ ਅਨੇਕਾਂ ਗਜ਼ਲ ਸੰਗ੍ਰਹਿ ਜਿਹੜੇ ਆ ਉਹ ਲੋਕਾਂ ਦੇ ਮਨਾਂ ਤੱਕ ਪਹੁੰਚੇ ਆ। ਪੰਜਾਬੀ ਸਾਹਿਤਕਾਰੀ ਦੇ ਜਿਹੜਾ ਆ ਉਹ ਮਾਧਿਅਮ ਰਾਹੀਂ ਲੋਕਾਂ ਦੀ ਰੂਹ ਦਾ ਉਹ ਸ਼ਿੰਗਾਰ ਬਣੇ ਆ। ਮੈਂ ਗੁਰਭਜਨ ਜੀ ਅੱਜ ਤੁਹਾਡਾ ਇਸ ਮੰਚ ਤੇ ਸਵਾਗਤ ਕਰਦਾ ਤੇ ਮੈਂ ਗੱਲ ਇੱਥੋਂ ਸ਼ੁਰੂ ਕਰਨੀ ਚਾਹੁੰਦਾ ਵੀ ਆਪਣੇ ਪਰਿਵਾਰਕ ਪਿਛੋਕੜ ਬਾਰੇ ਤੁਸੀਂ ਸਾਡੇ ਨਾਲ, ਸਾਡੇ ਦਰਸ਼ਕਾਂ ਨਾਲ ਗੱਲ ਸਾਂਝੀ ਕਰੋ ਕਿ ਕਿਸ ਤਰ੍ਹਾਂ ਜਿਹੜਾ ਆ ਉਹ ਗੁਰਦਾਸਪੁਰ ਤੋਂ ਇਹ ਸ਼ਖਸੀਅਤ ਉੱਠਦੀ ਹੈ, ਪਨਪਦੀ ਹੈ ਔਰ ਗੁਰਦਾਸਪੁਰ ਤੋਂ ਉੱਠ ਕੇ ਬਸੰਤਕੋਟ ਕਿਸ ਤਰ੍ਹਾਂ ਲੁਧਿਆਣਾ ਬਣਦਾ, ਪੰਜਾਬ ਬਣਦਾ ਤੇ ਸਮੁੱਚਾ ਵਿਸ਼ਵ ਜਿਹੜਾ ਆ ਤੁਹਾਡੀ ਕਲਾਵੇ 'ਚ ਆਉਂਦਾ। ਉਸ ਬਸੰਤਕੋਟ ਦੀਆਂ ਮੁੱਢਲੀਆਂ ਯਾਦਾਂ ਤੋਂ ਗੱਲ ਸ਼ੁਰੂ ਕਰਕੇ ਤੁਸੀਂ ਪੰਜਾਬੀ ਕਵਿਤਾ ਵੱਲ ਨੂੰ ਅਸੀਂ ਆਵਾਂਗੇ, ਉੱਥੋਂ ਗੱਲ ਸ਼ੁਰੂ ਕਰੋ ਗੁਰਭਜਨ ਗਿੱਲ ਜੀ। ਸਭ ਤੋਂ ਪਹਿਲਾਂ ਤਾਂ ਮੈਂ ਭਵਿੰਦਰ ਪਿਆਰੇ ਨਿੱਕੇ ਵੀਰ, ਮੈਂ ਧੰਨਵਾਦੀ ਹਾਂ ਕਿ ਤੁਸੀਂ ਇਸ ਕਾਬਲ ਸਮਝਿਆ ਔਰ ਜਿੰਨੀਆਂ ਗੱਲਾਂ ਮੇਰੇ ਬਾਰੇ ਕੀਤੀਆਂ ਉਹਦੇ ਚੋਂ ਲਗਭਗ ਜਵਾਨੀ ਠੀਕ ਨੇ, ਬਾਕੀ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਲਿਹਾਜ਼ ਦੇ ਵਿੱਚ ਤੁਸੀਂ ਕੀਤੀਆਂ ਨੇ ਮੇਰੇ ਬਾਰੇ। ਇੰਨੀ ਸੇਵਾ ਸ਼ਾਇਦ ਜ਼ੁਬਾਨ ਨੇ ਵੱਧ ਕੀਤੀ ਹੈ ਮੇਰੀ, ਜਿੰਨੀ ਮੈਂ ਸ਼ਾਇਦ ਉਹਨਾਂ ਹਿੱਸਾ ਮੋੜ ਨਹੀਂ ਸਕਿਆ। ਔਰ ਤੁਸੀਂ ਤਾਂ ਆਖਿਆ ਨਾ ਬਸੰਤਕੋਟ ਤੋਂ ਉੱਠ ਕੇ ਲੁਧਿਆਣੇ ਆ ਗਏ, ਪਰ ਮੈਂ ਤਾਂ ਸੱਚ ਪੁੱਛਦਾ ਅਜੇ ਤੱਕ ਰਾਵੀ ਤੋਂ ਪਾਰ ਜਿਹੜਾ ਮੇਰੇ ਵੱਡਿਆਂ ਦਾ ਪਿੰਡ ਸੀ ਉੱਥੋਂ ਹੀ ਉੱਠ ਕੇ ਨਹੀਂ ਆ ਸਕਿਆ। ਬਹੁਤ ਅੱਛੇ, ਬਹੁਤ ਅੱਛੇ। ਮੈਂ ਤਾਂ ਅਜੇ ਵੀ ਉੱਥੇ ਹੀ ਉਹਨਾਂ ਗਲੀਆਂ 'ਚ ਜਿਹੜੀਆਂ ਅਣਵੇਖੀਆਂ ਗਲੀਆਂ ਨੇ, ਉਹਨਾਂ ਦੇ ਪੈਲੀਆਂ ਨੇ, ਉਹਨਾਂ ਦੇ ਨਾਲ ਮੇਰੇ ਬਾਪੂ ਜੀ ਨਾਲ ਰਲ ਕੇ ਕੰਮ ਕਰਦੇ, ਕਾਮੇ ਨੇ ਟੋਕਾ ਕਰਵਾਉਣ ਦੇ ਨਾਲ ਚਰੀਆਂ ਕੁਤਰਦੇ, ਸਾਰੀ ਰਾਤ ਟੋਕੇ ਦੀਆਂ ਚੀਰਨੀਆਂ ਦਿੰਦੇ ਔਰ ਉਹਨਾਂ ਦੀਆਂ ਜਿਹੜੀਆਂ ਹੁੰਦੀਆਂ ਸੀਗੀਆਂ ਫਲ ਹੁੰਦੇ ਸੀ ਉਹਦੇ ਟੋਕੇ ਦੇ, ਤੇ ਉਹ ਅਜੇ ਤੱਕ ਵੀ ਇੰਝ ਸੀ ਜਿਵੇਂ ਸਰੀਆ ਚੀਰਦੇ ਨੇ। ਬਾਪੂ ਜੀ ਦੱਸਦੇ ਹੁੰਦੇ ਸੀ ਚੰਗਿਆੜੇ ਨਿਕਲਦੇ ਹੁੰਦੇ ਸੀ, ਖਾਸ ਕਰਕੇ ਬਾਜਰਾ ਜਦੋਂ ਕੁਤਰਦੇ ਸੀ ਜੀ। ਤੇ ਉਹ ਅਜੇ ਵੀ ਉਹਨਾਂ ਦੀ ਰੌਸ਼ਨੀ 'ਚ ਮੈਂ ਤੁਰਿਆ ਫਿਰਦਾ ਤੇ ਅਜੇ ਵੀ ਜਦੋਂ ਕਿਤੇ ਗੱਲ ਛਿੜਦੀ ਹੈ ਰਾਵੀ ਪਾਰ ਦੀ ਤਾਂ ਮੈਨੂੰ ਇੰਝ ਲੱਗਦਾ ਕਿ ਜਿਹੜੇ ਵਤਨ 'ਚ ਮੈਂ ਆਪਣੇ 67 ਸਾਲ ਗੁਜ਼ਾਰ ਲਏ ਨੇ, ਇਸ ਵਤਨ ਦੇ ਵਿੱਚ ਤਾਂ ਕੁਛ ਵੀ ਐਸਾ ਨਹੀਂ ਜਿਹੜਾ ਮੈਂ ਸੰਭਾਲਣ ਜੋਗਾ ਹੋਵੇ ਮੇਰੇ ਕੋਲ, ਜਿਹੜਾ ਅਣਵੇਖੇ ਪੰਜਾਬ ਦਾ, ਮੇਰੇ ਮਾਪਿਆਂ ਦਾ ਦਿੱਤਾ ਹੋਇਆ ਜਿਹੜਾ ਪੰਜਾਬ ਸੀ ਉਹਦੇ 'ਚ ਸੀ, ਜਿਹਦੇ 'ਚ ਮੇਰੀ ਦਾਦੀ ਭੈਣ ਮਾਲਣ ਨੂੰ ਸਾਰਾ ਪਿੰਡ ਮੱਥਾ ਟੇਕਦਾ ਸੀ ਕਿ ਸਿੱਖਾਂ ਦੀ ਧੀ ਹੈ। ਮੇਰੇ ਦਾਦਾ ਬੇਲਾ ਸਿੰਘ ਦੀਆਂ ਲੋਕ ਬਾਤਾਂ ਪਾਉਂਦੇ ਨੇ ਕਿ ਬੜਾ ਸਚਿਆਰਾ ਜੱਟ ਸੀ। ਜੇ ਸਖੀ ਸਰਵਰਤਾ ਦੀ ਗੱਲ ਕਰਦੇ ਨੇ ਤਾਂ ਮੇਰੇ ਬਾਪੂ ਜੀ ਦਾ ਹਵਾਲਾ ਦਿੰਦੇ ਨੇ। ਇਹ ਵੀ ਕਹਿੰਦੇ ਨੇ ਕਿ ਕੌੜਾ ਜ਼ਰੂਰ ਸੀ ਪਰ ਸੱਚ ਤੇ ਪਹਿਰੇਦਾਰੀ ਵਿੱਚ ਉਸਨੇ ਕਦੇ ਕਸਰ ਨਹੀਂ ਸੀ ਛੱਡੀ। ਮੈਨੂੰ ਲੱਗਦਾ ਤਾਂ ਚੌਥਾ ਕਿੱਸਾ ਜਵਾਨੀ ਸਾਡੇ ਕੋਲ ਆਇਆ, ਬਾਕੀ ਸਾਰਾ ਬਾਪੂ ਜੀ ਨਾਲ ਲੈ ਗਏ।
ਜੀ ਰਾਵੀ ਨੇ ਸਾਨੂੰ ਉਜਾੜਿਆ, ਰਾਵੀ ਨੇ ਸਾਨੂੰ ਵਸਾਇਆ। ਤੁਸੀਂ ਆਖੋਗੇ ਦੋਵੇਂ ਗੱਲਾਂ ਕਿਵੇਂ ਹੋ ਗਈਆਂ? ਰਾਵੀ ਨੇ ਉਜਾੜਿਆ ਇਸ ਕਰਕੇ ਕਿ ਰਾਵੀ ਜੇ ਨਾ ਹੁੰਦੀ ਤਾਂ 8 ਦਿਨ ਜਿਹੜੇ ਸੰਤਾਪ ਝੱਲੇ ਸਾਡੇ ਮਾਪਿਆਂ ਨੇ, ਖਾਸ ਕਰਕੇ ਜਦੋਂ ਹੜ੍ਹ ਆਇਆ ਹੋਇਆ ਸੀ 47 ਵੇਲੇ, ਜੀ ਉਸ ਸੰਤਾਪ ਨੂੰ ਸਾਰੀ ਜ਼ਿੰਦਗੀ ਸਾਡੇ ਰੂਹਾਂ ਦੇ ਉੱਤੇ, ਜਿਵੇਂ ਊੜਾ ਲਿਖਿਆ ਨਹੀਂ ਹੁੰਦਾ ਤਖਤੀ ਦੇ ਉੱਤੇ, ਇਸ ਤਰ੍ਹਾਂ ਨਾਲ ਮੇਰੀ ਮਾਂ ਨੇ ਦੱਸਿਆ ਕਿ ਜਦੋਂ ਉੱਜੜੇ ਸਾਂ, ਜਦੋਂ ਭਾਜੜਾਂ ਪਈਆਂ ਸੀ, ਜਦੋਂ ਰੌਲੇ ਪਏ ਸੀ, ਜਦੋਂ ਹੱਲੇ ਹੋਏ ਸੀ, ਹੂੰ ਇਹ ਲਫ਼ਜ਼ ਆਜ਼ਾਦੀ ਉਹਦੇ ਜੀਭ ਤੇ ਕਦੇ ਨਹੀਂ ਸੀ ਆਈ। ਹੂੰ ਸ਼ਾਇਦ ਇਸੇ ਕਰਕੇ ਮੈਂ ਇੱਕ ਵਾਰ ਇੱਕ ਨਜ਼ਮ ਲਿਖੀ ਸੀ ਜਿਸ 'ਚ ਆਖਿਆ ਸੀ ਕਿ 47 ਵੇਲੇ ਉੱਜੜਨ ਦੀ ਗੱਲ ਮਾਂ ਦੇ ਮਨ ਤੋਂ ਲਹਿੰਦੀ ਨਹੀਂ, ਮੈਂ ਲੱਖ ਵਾਰੀ ਸਮਝਾਇਆ ਇਸ ਨੂੰ ਆਜ਼ਾਦੀ ਕਹਿੰਦੀ ਨਹੀਂ। ਬਹੁਤ ਤੁਸੀਂ ਅੱਛਾ। ਆਪ ਸੋਚੋ ਕਿ 8 ਸਾਲ ਦੀ ਧੀ ਨਾਲ ਹੋਵੇ, ਹੂੰ 3.5 ਸਾਲ ਦਾ ਪੁੱਤਰ ਹੋਵੇ, ਮਾਂ ਪ੍ਰੈਗਨੈਂਟ ਹੋਵੇ, ਘਰ 'ਚ ਰੋਟੀ ਪਾਣੀ ਦਾ ਕੀ ਹੋਣੀ ਹੈ? ਉੱਥੇ ਰਾਵੀ ਦੇ ਕੰਢੇ ਦੇ ਉੱਤੇ ਤਾਂ ਈਵਨ ਇੱਕੋ ਛੰਨਾ ਸੀ ਜਿਹਦੇ 'ਚ ਇੱਕ ਸੁੱਕੀ ਰੋਟੀ ਬੰਨ੍ਹ ਕੇ ਰੱਖੀ ਹੋਈ ਸੀ, ਜਿਹੜੀ ਇਸ ਵਾਸਤੇ ਕਿ ਜਦੋਂ ਕਿਤੇ ਮੇਰੇ ਪੁੱਤਰ ਨੂੰ ਭੁੱਖ ਲੱਗੇਗੀ ਤਾਂ ਇਹਨੂੰ ਭਿਉਂ ਕੇ, ਪਾਣੀ 'ਚ ਭਿਉਂ ਕੇ ਤੇ ਇਹਦੇ ਮੂੰਹ ਨੂੰ ਲਾ ਦਿਆਂਗੇ ਤਾਂ ਕਿ ਇਹਦੀ ਜਾਨ ਸਲਾਮਤ ਰਵੇ। ਤੇ ਉਹ ਵੀ ਰੋਟੀ ਜਿਹੜੀ ਸੀ ਉਹ ਵੀ ਏਅਰ ਡ੍ਰੌਪਿੰਗ ਜਿਹੜੀ ਆਰਮੀ ਵਾਲੇ ਕਰਦੇ ਸੀ ਉਸ ਵਕਤ, ਕਿਉਂਕਿ ਰਾਵੀ ਦਰਿਆ 'ਚ ਹੜ੍ਹ ਸੀਗਾ, ਬਰਸਾਤਾਂ ਬੜੀਆਂ ਹੋਈਆਂ ਸੀ ਉਦੋਂ। ਜੀ ਤੇ ਉਹ ਵੀ ਮੈਨੂੰ ਲੱਗਦਾ ਹੁੰਦਾ, ਮੈਂ ਉਹਦੇ ਬਾਰੇ ਵੀ ਲਿਖਿਆ ਸੀ 97 'ਚ ਜਦੋਂ 50ਵੀਂ ਵਰ੍ਹੇਗੰਢ ਸੀ, ਕਿ ਮਾਂ ਮੇਰੀ ਭੁੱਲਦੀ ਨਹੀਂ ਅੱਧੀ ਸਦੀ ਪਹਿਲਾਂ ਦੀ ਬਾਤ, ਇੱਕ ਛੰਨਾ ਪੌਣੇ ਬੱਧੀ ਰੋਟੀ ਕੁੱਤਾ ਲੈ ਗਿਆ। ਤੇ ਮੈਨੂੰ ਲੱਗਦਾ ਵੀ ਰੋਟੀ ਨਹੀਂ ਸੀ ਕੁੱਤਾ ਲੈ ਕੇ ਗਿਆ ਸਰਾਣਿਓ, ਉਹ ਆਜ਼ਾਦੀ ਦਾ ਸੁਪਨਾ ਲੈ ਕੇ ਗਿਆ ਸੀ। ਕਿਉਂਕਿ ਰਾਵੀ ਤੇ ਉਰਾਰ ਜਿੱਥੇ ਹੁਣ ਅਸੀਂ ਵੱਸਦੇ ਹਾਂ, ਜੀ ਇਸ ਰਾਵੀ ਦੇ ਉਰਾਰ ਸਾਨੂੰ ਈਵਨ ਚਿੜੀ ਪਰਿੰਦਾ ਵੀ ਨਹੀਂ ਸੀ ਜਾਣਦਾ, ਕੋਈ ਰਿਸ਼ਤੇਦਾਰੀ ਨਹੀਂ ਸੀ, ਤਾਣਾ ਪੇਟਾ ਬਿਲਕੁਲ ਕਿਸੇ ਕਿਸਮ ਦਾ ਵੀ ਨਹੀਂ ਸੀ ਇੱਥੇ। ਔਰ ਜਿੰਨਾ ਕੁਛ ਸੀਗਾ, ਜੇ 3 ਭੂਆ ਸੀ, ਇੱਕ ਕੁਆਰੀ ਸੀ ਔਰ 2 ਜਿਹੜੀਆਂ ਸੀ, ਇੱਕ ਗੁਜਰਾਂਵਾਲੇ 'ਚ ਵਿਆਹੀ ਸੀ, ਦੂਸਰੀ ਭੂਆ ਜਿਹੜੀ ਸੀ ਉਹ ਗੁੰਨਾ ਨਾਲ ਹੀ ਸਾਡੇ ਸਿਆਲਕੋਟ 'ਚ ਪਿੰਡ ਸੀ, ਉੱਥੇ ਵਿਆਹੀ ਹੋਈ ਸੀ, ਜੀ ਔਰ ਨਾਨਕੇ ਵੀ ਉੱਥੇ ਹੀ ਡਸਕੇ ਤਹਿਸੀਲ ਦੇ ਪਿੰਡ ਜੰਡੂ ਸਾਈਆਂ 'ਚ ਸੀ। ਹਾਂਜੀ ਸੋ ਕੋਈ ਵੀ ਰਿਸ਼ਤੇਦਾਰੀ ਸਾਡੀ ਜਿਹੜੀ ਸੀ ਉਹ ਇਸ ਉਰਾਰ ਨਹੀਂ ਸੀ, ਭਾਵ ਰਾਵੀ ਤੋਂ ਇਸ ਬੰਨੇ ਹੈ ਨਹੀਂ ਸੀ, ਔਰ ਅਸੀਂ ਨੇਟਿਵ ਸੀ ਉਸ ਧਰਤੀ ਦੇ। ਇਸ ਕਰਕੇ ਸਾਨੂੰ ਜਿਹੜੀ ਉੱਜੜਨ ਦੀ ਜਿਹੜੀ ਪੀੜ ਹੈ, ਉਸ ਨੇ ਉਜਾੜਿਆ ਵੀ ਹੈ ਤੇ ਵਸਾਇਆ, ਇਸ ਕਰਕੇ ਕਿ ਰਾਵੀ ਨੇ ਜਿਹੜੇ ਸੁਪਨੇ ਦਿੱਤੇ ਸਾਨੂੰ ਮੁੜ ਉਸਰਨ ਦੇ, ਮੁੜ ਉੱਗਣ ਦੇ, ਉਹ ਬੜੇ ਬੁਲੰਦ ਸੀ। ਔਰ ਜਦੋਂ ਗੁਰਦਾਸਪੁਰ ਜ਼ਿਲ੍ਹੇ 'ਚ ਅਸੀਂ ਐਂਟਰ ਹੋ ਜਾਂਦੇ ਹਾਂ, ਡੇਰਾ ਬਾਬਾ ਨਾਨਕ ਦੇ ਨਾਲ ਹੀ ਧਰਮਦਾਸ ਵਾਲੇ ਬੰਨਿਓ ਜੀ ਡੱਡੀਆਂ ਸੂਫੀਆਂ ਦੇ ਪੱਤਣ ਥਾਣੀ ਅਸੀਂ ਆਏ ਸੀ। ਜੀ ਡੱਡੀਆਂ ਸੂਫੀਆਂ ਇੱਕ ਪਿੰਡ ਹੈ ਰਮਦਾਸ ਦੇ ਨੇੜੇ, ਉਸ ਪੱਤਣ ਰਾਹੀਂ ਅਸੀਂ ਕ੍ਰਾਸ ਕੀਤੇ ਸਾਂ। ਜੀ ਔਰ ਮੇਰੇ ਬਾਪੂ ਜੀ ਦੱਸਦੇ ਹੁੰਦੇ ਸੀ ਕਿ ਬੰਦੇ ਤਾਂ ਡਰੀ ਜਾਂਦੇ ਸੀ ਤੇ ਪਿੱਛੋਂ ਲੁਬਾਣੀਆਂ ਔਰਤਾਂ ਦਾ ਇੱਕ ਕਾਫਲਾ ਆਇਆ, ਜਿਨ੍ਹਾਂ ਦੇ ਤੁਲੇ ਬੰਨ੍ਹ ਕੇ, ਸ਼ਤੀਰੀਆਂ ਬੰਨ੍ਹ ਕੇ ਤੇ ਲੱਕ ਨੂੰ ਆਪਣੇ ਨੂੰ ਰੱਸੇ ਆਪਣੇ ਬੰਨ੍ਹ ਕੇ ਨਾਲ ਤੇ ਪੂਰੇ ਕਮਰ ਕੱਸੇ ਕਰਕੇ, ਉਸ ਬਹਾਦਰ ਔਰਤਾਂ ਨੇ ਸਾਨੂੰ ਸਾਰਿਆਂ ਨੂੰ ਪਾਰ ਕਰਾਇਆ ਉਸ ਹੜੇ ਹੋਏ ਰਾਵੀ ਦਰਿਆ ਦੇ ਵਿੱਚ ਦੀ। ਸੋ ਮੈਂ ਉਹਨਾਂ ਲੁਬਾਣੀਆਂ ਮਾਵਾਂ ਨੂੰ ਵੀ ਸਲਾਮ ਆਖਦਾ ਜਿਨ੍ਹਾਂ ਨੇ ਮਰਦਾਨਗੀ ਲਫ਼ਜ਼ ਤਾਂ ਵਰਤੇ, ਮਰਦਾਂ ਵਾਸਤੇ ਵਰਤਦੇ ਆ ਨਾ, ਜੀ ਤੇ ਜੀ ਮੈਂ ਕਹਿੰਦਾ ਕਿ ਉਹ ਬਿਰਾਂਗਣਾ ਜਿਹੜੀਆਂ ਸਨ, ਉਹ ਜੇ ਨਾ ਹੁੰਦੀਆਂ ਤਾਂ ਸ਼ਾਇਦ ਅਸੀਂ ਹੋਰ ਕੁਝ ਸਮਾਂ ਉੱਥੇ ਬੈਠੇ ਰਹਿੰਦੇ। ਜੀ ਅਸੀਂ ਉਸ ਪੱਤਣ ਥਾਣੀ ਜਦੋਂ ਆਏ ਤੇ ਬਹੁਤ ਨੇੜਲਾ ਸਾਡਾ ਇੱਕ ਪਰਿਵਾਰ ਸੀ ਜਿਨ੍ਹਾਂ ਦੀ ਰਿਸ਼ਤੇਦਾਰੀ ਇੱਕ ਸੀ ਰਮਦਾਸ, ਉਹਨਾਂ ਦੀ ਭੈਣ ਵਿਆਹੀ ਹੋਈ ਸੀ, ਤੇ ਮੇਰੇ ਬਾਪੂ ਜੀ ਵੀ ਉਹਨਾਂ ਦੇ ਮਗਰੇ ਮਗਰ ਤੁਰ ਪਏ। ਤੇ ਉਹਨਾਂ ਦੇ ਮਨ 'ਚ ਇਹ ਕਿ ਜੇ ਇਹ ਵੀ ਨਾਲ ਤੁਰ ਪਏ ਤੇ 8-10 ਜੀ ਇਹ ਨੇ ਤੇ 8-10 ਜੀ ਅਸੀਂ ਆਪ ਹਾਂ, ਤੇ ਸਾਡਾ ਟੱਬਰ ਜਿਹੜਾ ਹੈਗਾ ਬਹੁਤ ਭਾਰਾ ਹੋ ਜਾਏਗਾ, ਤੇ ਇਹ ਇਹਨਾਂ ਨੂੰ ਟਾਲ ਦਈਏ, ਤੋਰ ਦਈਏ ਵਾਪਸ। ਤੇ ਸਾਡੇ ਉਸ ਨਜ਼ਦੀਕੀ ਪਰਿਵਾਰ ਦੇ ਵਿੱਚੋਂ ਰਿਸ਼ਤੇਦਾਰ ਨੇ ਕਿਹਾ, ਤੁਸੀਂ ਕਿੱਧਰ ਮੂੰਹ ਚੁੱਕਿਆ, ਸਾਡੇ ਮਗਰ ਮਗਰ ਕਿਉਂ ਤੁਰੇ ਆਉਂਦੇ ਹੋ? ਉਹ ਚੁੱਕਿਆ ਹੋਇਆ ਮੂੰਹ ਉਦੋਂ ਐਸਾ ਪਰਤਿਆ ਕਿ ਉਦੋਂ ਬਾਅਦ ਸਾਰੀ ਮੇਰੇ ਬਾਪ ਨੇ ਸਾਰੀ ਉਮਰ ਉਸ ਵਿਅਕਤੀ ਵੱਲ, ਉਸ ਪਰਸਨ ਵੱਲ, ਉਸ ਵਿਹਾਰ ਵੱਲ ਆਪਣਾ ਮੂੰਹ ਨਹੀਂ ਕੀਤਾ। ਫਿਰ ਜਦੋਂ ਅਸੀਂ ਪਹਿਲੀ ਵਾਰ ਆ ਕੇ ਜਿਹੜਾ ਪਿੰਡ ਸਾਨੂੰ ਮਿਲਿਆ, ਉਹ ਪਿੰਡ ਕੁਲਾਰ ਸੀਗਾ, ਬਿਲਕੁਲ ਅਲੀਵਾਲ ਦੇ ਨੇੜੇ ਪੈਂਦਾ, ਉਹ ਸੀੜੇ ਚੱਠੇ ਦੇ ਨਾਲ ਇਹ ਕੁਲਾਰ ਪਿੰਡ ਹੈ, ਦਮੋਦਰ ਧਵਾਨ ਨਾਲ ਨਾਲ ਪਿੰਡ ਨੇ। ਉੱਥੇ 3 ਸਾਲ ਕੱਚੀ ਅਲਾਟਮੈਂਟ ਤੇ ਅਸੀਂ ਰਹੇ, ਔਰ ਬਾਪੂ ਜੀ ਮੇਰੇ ਦੱਸਦੇ ਨੇ ਕਿ 47 ਤੋਂ ਬਾਅਦ ਜਿਹੜਾ ਪਹਿਲਾ ਵਸੇਬ ਵਾਸਤੇ ਸਾਨੂੰ ਜਿਹੜੀਆਂ ਕਿੱਤੇ ਕਰਨੇ ਪਏ, ਉਹ ਸ਼ਰਾਬ ਕੱਢਣਾ ਸੀ, ਜਦ ਕਿ ਮੇਰੇ ਬਾਪੂ ਜੀ ਸ਼ਰਾਬ ਨਹੀਂ ਸੀ ਪੀਂਦੇ। ਸ਼ਰਾਬ ਕੱਢਣਾ ਸੀ, ਔਰ ਜਿਹੜੇ ਘਰ ਸੀ ਉਹਨਾਂ ਦੀਆਂ ਸ਼ਤੀਰੀਆਂ ਉਤਾਰ ਕੇ ਤੇ ਉਸ ਨੂੰ ਬਾਲਣ ਦੇ ਰੂਪ ਚ ਵਰਤਣਾ ਸੀ। ਜ਼ਮੀਨਾਂ ਅਲਾਟ ਕੋਈ ਨਹੀਂ ਸੀ ਅਜੇ ਹੋਈਆਂ, ਜ਼ਮੀਨਾਂ ਘੱਟ ਸੀ, ਬਹੁਤੀਆਂ ਛੱਡ ਕੇ ਆਏ ਸੀ। ਉਹ ਫਿਰ ਪੱਕੀ ਅਲਾਟਮੈਂਟ ਜਦੋਂ ਸਾਡੀ ਬਸੰਤਕੋਟ ਪਿੰਡ 'ਚ ਹੁੰਦੀ ਹੈ ਲਗਭਗ 50 ਦੇ ਨੇੜੇ ਜਾ ਕੇ, ਤਾਂ ਉਦੋਂ ਥੋੜਾ ਜਿਹਾ ਪੈਰ ਧਰਾ ਹੋਇਆ, ਔਰ ਉਦੋਂ ਤੀਕ ਜ਼ਮੀਨਾਂ ਦੀ ਕਾਟ ਲੱਗ ਕੇ ਜਿਹੜੇ ਖੁੱਲੀਆਂ ਜ਼ਮੀਨਾਂ ਦੇ ਸਾਈਂ ਸੀ ਉਹ ਆ ਕੇ ਥੋੜੇ ਜਿਹੇ ਕਿੱਲਿਆਂ 'ਚ ਆ ਗਏ ਤੇ ਕਿੱਲਿਆਂ 'ਚੋਂ ਕਨਾਲਾਂ 'ਤੇ ਆ ਗਏ।
ਜੀ ਜੀ ਇਸ ਕਰਕੇ ਉਹ ਪੀੜ ਜਿਸੇ ਸਾਨੂੰ ਉਜਾੜਨ 'ਚ ਬਹੁਤ ਕੰਟਰੀਬਿਊਟ ਕੀਤਾ, ਵਸਾਉਣ 'ਚ ਇਸ ਤਰ੍ਹਾਂ ਕੀਤਾ ਕਿ ਸਾਡੇ ਪਰਿਵਾਰ ਨੂੰ ਐਜੂਕੇਸ਼ਨ ਦੇ ਰਾਹ ਤੋਰਨ ਵਾਸਤੇ ਸਾਡੇ ਫੁੱਫੜ ਜੀ ਕੈਪਟਨ ਭਾਗ ਸਿੰਘ, ਜਿਹੜੇ ਲੱਦੇਵਾਲਾ ਵੜੈਚ, ਜਿਹਦਾ ਜ਼ਿਕਰ ਤੁਸੀਂ ਵੀ ਜਾਣਦੇ ਹੋ ਕਿ ਮਹਿੰਦਰ ਸਿੰਘ ਸਰਨਾ ਦੀ ਬੜੀ ਨੋਨ ਕਹਾਣੀ ਹੈ, ਉਹਦੇ 'ਚ ਵੀ ਜ਼ਿਕਰ ਆਉਂਦਾ ਉਹਨਾਂ ਦਾ। ਉਹ ਸਰਪੰਚ ਸੀ ਉਸ ਪਿੰਡ ਦੇ, ਗੁਜਰਾਂਵਾਲੇ ਜ਼ਿਲ੍ਹੇ 'ਚ। ਉਹਨਾਂ ਦੇ ਵੱਡੇ ਬੇਟੇ ਕਰਨਲ ਹਰਬੰਸ ਸਿੰਘ ਵੜੈਚ, ਜਿਹੜੇ ਜਮਹੂਰੀ ਅਧਿਕਾਰ ਸਭਾ ਦੇ ਬਾਨੀਆਂ 'ਚ ਇੱਕ ਸੀ ਪੰਜਾਬ ਦੇ ਵਿੱਚ, ਔਰ ਉਹਨਾਂ ਦੇ ਛੋਟੇ ਬੇਟੇ ਪ੍ਰੋਫੈਸਰ ਮਨਿੰਦਰਜੀਤ ਸਿੰਘ ਵੜੈਚ, ਜਿਹੜੇ ਹਿਸਟੋਰੀਅਨ ਨੇ ਗਦਰ ਮੂਵਮੈਂਟ ਦੇ, ਔਰ ਮੇਰੇ ਬਹਿਨੋਈ ਬਣੇ ਬਾਅਦ 'ਚ ਕਰਨਲ ਗੁਰਦਰਸ਼ਨ ਪਾਲ ਸਿੰਘ ਵੜੈਚ। ਉਸ ਟੱਬਰ ਨੇ ਸਾਨੂੰ ਸਿੱਖਿਆ ਦੇ ਰਾਹ ਤੋਰਿਆ। ਔਰ ਮੇਰੇ ਤੋਂ ਇਲਾਵਾ ਮੈਂ ਇਹ ਵਿੱਚੋਂ ਨਲਾਇਕ ਜਿਹਾ ਰਹਿ ਗਿਆ, ਬਾਕੀ ਸਾਰੇ ਭੈਣ ਭਰਾ ਮੇਰੇ ਪ੍ਰਿੰਸੀਪਲ ਰਿਟਾਇਰ ਹੋਏ ਨੇ। ਤੇ ਮੈਂ ਵੀ ਜਿੰਨੇ ਕੁ ਜੋਗਾ ਸੀ, ਤੈਨੂੰ ਪਤਾ ਹੀ ਹੈ ਵੀ ਮੈਂ ਵੀ ਯੂਨੀਵਰਸਿਟੀ 'ਚ ਨੌਕਰੀ ਨਾਗਰੀ ਕਰ ਹੀ ਲਈ ਥੋੜ੍ਹੀ ਬਹੁਤੀ ਜਿਹੜੀ ਕੀਤੀ। ਸੋ ਇਹ ਆ ਵੀ ਗੁਜ਼ਾਰੇ ਜੋਗਾ ਮੈਂ ਵੀ ਬਹਿਣ ਉੱਠਣ ਜੋਗਾ ਹੋ ਗਿਆ ਤੁਹਾਡੇ ਭਰਾਵਾਂ 'ਚ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਸਾਰੀ ਤਪੱਸਿਆ ਮੇਰੇ ਬਾਬਲ ਦੀ ਹੈ, ਮੇਰੀ ਮਾਂ ਦੀ ਹੈ। ਔਰ ਬਸੰਤਕੋਟ ਤੋਂ ਨਿਕਲਣਾ ਮੇਰੇ ਲਈ ਅਜੇ ਵੀ ਸੰਭਵ ਨਹੀਂ ਹੈ, ਜਦ ਕਿ ਸਾਡੇ ਜੀਆਂ ਚੋਂ ਪਿੰਡ 'ਚ ਹੁਣ ਕੋਈ ਨਹੀਂ ਰਹਿੰਦਾ, ਪਰ ਉਹ ਪਿੰਡ ਮੇਰੇ ਅੰਦਰ ਵੜ ਗਿਆ ਐਸਾ ਕਿ ਉਹ 18 ਸਾਲ ਮੇਰੇ ਉੱਤੇ 50 ਸਾਲਾਂ ਦੇ ਐਸੇ ਹਾਵੀ ਹੋਏ ਨੇ ਕਿ ਉਹ ਮੇਰੇ ਚੋਂ ਖਾਰਜ ਨਹੀਂ ਹੁੰਦੇ। ਬਹੁਤ ਅੱਛੇ ਗੱਲ ਜੀ। ਦੇਖੋ ਇਸ ਤਰ੍ਹਾਂ ਆ, ਤੁਸੀਂ ਜਿਹੜੇ ਆ ਸਾਡੇ ਲਈ ਤਾਂ ਦਿਸ਼ਾ ਨਿਰਦੇਸ਼ਕ ਵਾਂਗ ਹੀ ਜਿਹੜੇ ਆ ਉਹ ਹਾਜ਼ਰ ਰਹੇ ਆ, ਔਰ ਤੁਹਾਡੀ ਸ਼ਾਇਰੀ ਵੀ ਜਿਹੜੀ ਆ ਉਹ ਪੰਜਾਬੀ ਪਾਠਕਾਂ ਲਈ, ਆਮ ਲੋਕਾਂ ਲਈ ਜਿਹੜੀ ਆ ਉਹ ਰਾਹ ਦਸੇਰਾ ਰਹੀ ਹੈ। ਔਰ ਮੈਂ ਗੱਲ ਇੱਥੋਂ ਇੱਕ ਗੱਲ ਸ਼ੁਰੂ ਕਰਨੀ ਆ ਵੀ ਜਿਵੇਂ ਤੁਸੀਂ ਗੱਲ ਕੀਤੀ ਵੀ ਪਿੰਡ ਤੁਹਾਡੇ ਅੰਦਰ ਵਸਿਆ ਹੋਇਆ, ਔਰ ਮੈਂ ਇਸ ਗੱਲ ਨੂੰ ਏਦਾਂ ਸਮਝਣਾ ਚਾਹੁੰਦਾ ਆ ਜਾਂ ਸਮਝਦਾ ਆ ਵੀ ਜਿਨ੍ਹਾਂ ਲੋਕਾਂ ਦੇ ਇਸ ਤਰ੍ਹਾਂ ਜਿਹੜਾ ਆ ਉਹ ਜੜ੍ਹਾਂ ਅੰਦਰ ਵਸੀਆਂ ਹੋਈਆਂ ਹੁੰਦੀਆਂ, ਮਾਨਵਤਾ ਦਾ ਰਾਹ ਵੀ ਉਹੀ ਇਖਤਿਆਰ ਕਰਦੇ ਆ। ਔਰ ਅਸਲ 'ਚ ਇਹ ਜੜ੍ਹਾਂ ਅੰਦਰ ਨਹੀਂ ਤੁਹਾਡੇ ਵਸੀਆਂ ਹੋਈਆਂ। ਮੈਨੂੰ ਏਦਾਂ ਲੱਗਦਾ ਵੀ ਮਾਨਵੀ ਸੰਵੇਦਨਾਵਾਂ ਦੀ ਜਿਹੜੀ ਜੜ ਉਹਨਾਂ ਦਿਨਾਂ 'ਚ ਲੱਗੀ ਸੀ, ਉਹ ਜੜ ਹੀ ਪੂੰਗਰੀ ਆ। ਉਹਨੇ ਹੀ ਇਹ ਘਣਸ਼ਾਵਾਂ ਬੂਟਾ ਜਿਹੜਾ ਆ ਉਹ ਕਵਿਤਾ ਦੇ ਰੂਪ 'ਚ ਜਿਹੜਾ ਆ ਉਹ ਸਾਡੇ ਸਾਹਮਣੇ ਲਿਆਂਦਾ। ਗੁਰਭਜਨ ਗਿੱਲ ਜੀ, ਤੁਹਾਡੀ ਕਵਿਤਾ ਦੇ ਖੇਤਰ 'ਚ ਪਛਾਣ ਔਰ ਸ਼ਬਦ ਤੁਸੀਂ ਇੰਨੇ ਖੂਬਸੂਰਤ ਜਿਹੜੇ ਆ ਉਹ ਚੁਣਦੇ ਆ। ਔਰ ਦੂਸਰੀ ਗੱਲ ਇਹ ਵੀ ਇਹ ਧਰਤੀ ਨਾਲ ਜੁੜੇ ਹੋਣ ਦੀ ਗੱਲ ਹੀ ਹੈ ਕਿ ਤੁਹਾਨੂੰ ਸੱਤਾ ਜਿਹੜੀ ਆ ਉਹ ਇਸ ਰੂਪ 'ਚ ਨਜ਼ਰ ਆਉਂਦੀ ਰਹੀ ਆ। ਔਰ ਮੈਂ ਤੁਹਾਡਾ ਇੱਕ ਸ਼ੇਅਰ ਇੱਥੇ ਕੋਟ ਕਰਨਾ ਚਾਹੁੰਦਾ, ਮੈਂ ਕਿਸੇ ਮੰਡੀ ਵਿਕਾਊ ਮਾਲ ਵਰਗਾ ਕਿਉਂ ਬਣਾ, ਇਸ ਨੇ ਮੇਰੇ ਤੋਂ ਖੋਣੀ ਅਣਖ ਤੇ ਮਰਦਾਨਗੀ। ਇਹ ਜਿਹੜੀ ਸੰਵੇਦਨਾ ਆ, ਇਹ ਜਿਹੜੀ ਅਣਖ ਤੁਸੀਂ ਜਿਹੜੀ ਆ ਉਹ ਆਪਣੇ ਬਾਪੂ ਵਾਲੀ, ਉਹ ਆਪਣੇ ਪਿੰਡ ਵਾਲੀ, ਉਹ ਆਪਣੇ ਇਲਾਕੇ ਵਾਲੀ ਸਾਰੀ ਉਮਰ ਨਿਭਾਈ ਆ। ਇਸ ਅਣਖ ਨੇ ਤੁਹਾਨੂੰ ਇੱਕ ਪਛਾਣ ਦਿੱਤੀ ਆ, ਤੁਹਾਡੀ ਕਵਿਤਾ ਨੂੰ ਪਛਾਣ ਦਿੱਤੀ ਆ। ਅਸੀਂ ਇਹ ਸਮਝਦੇ ਹਾਂ। ਮੈਂ ਅਮਰਿੰਦਰ ਇੱਥੇ ਗੱਲ ਨੂੰ ਤੇਰੀ ਰੋਕ ਕੇ ਗੱਲ ਕਰਨੀ ਚਾਹਾਂਗਾ। ਜੀ ਜੀ ਜੀ। ਮੇਰਾ ਪਿੰਡ ਤਾਂ ਬਸੰਤਕੋਟ ਸੀ, ਉੱਥੋਂ ਮੈਂ ਪ੍ਰਾਇਮਰੀ ਪਾਸ ਕੀਤੀ। ਉਦੋਂ ਬਾਅਦ ਜਦੋਂ ਹਾਈ ਸਕੂਲ ਸਾਡਾ ਬਣਿਆ ਨਾ ਜੀ, ਤੇ ਉਹਦੀ ਬਿਲਡਿੰਗ ਅਜੇ ਪੂਰੀ ਨਹੀਂ ਸੀ ਬਣੀ, ਤੇ ਉਹਦਾ ਨੀਂਹ ਪੱਥਰ ਰੱਖਣ ਵਾਸਤੇ ਸਰਦਾਰ ਪ੍ਰਤਾਪ ਸਿੰਘ ਕੈਰੋਂ ਆਏ। ਜੀ ਜੀ। ਤੇ ਮੇਰੇ ਬਾਪੂ ਜੀ ਪੱਠਿਆਂ ਨੂੰ ਚੱਲੇ ਸੀ ਤੇ ਤੱਪੜ ਹੱਥ ਦੇ ਵਿੱਚ, ਦਾਤਰੀ ਮਗਰ ਟੰਗੀ, ਝੱਗੇ ਦੇ ਮਗਰ ਟੰਗਣ ਦਾ ਰਿਵਾਜ ਹੁੰਦਾ ਸੀ ਉਦੋਂ। ਅੱਛਾ ਜੀ। ਇਹ ਕਹਿੰਦੇ ਵੀ ਪਿੰਡ ਦੇ ਬੰਦੇ ਕਹਿੰਦੇ ਯਾਰ ਪਹਿਲਾਂ ਕੈਰੋਂ ਵੇਖਾਈਏ ਕੈਰੋਂ ਕਿਹੋ ਜਿਹਾ, ਕਿਉਂਕਿ ਕੈਰੋਂ ਇੱਕ ਆਪਣੇ ਆਪ ਦੇ ਵਿੱਚ ਆਈਕਨ ਸੀ ਉਸ ਵਕਤ ਦਾ, ਬਹੁਤ ਵੱਡਾ ਇੱਕ ਪ੍ਰਤੀਕ ਸੀ। ਤੇ ਇਹਨਾਂ ਨੇ ਮਗਰ ਦਾਤਰੀ ਟੰਗੀ ਤੇ ਤੱਪੜ ਕੱਛ ਦਿੱਤਾ, ਤੇ 5-4 ਜਣੇ ਹੋਰ ਜਾ ਕੇ ਤੇ ਕੈਰੋਂ ਦੇ ਕੋਲ ਹੀ ਖਲੋ ਕੇ ਜਾ ਕੇ ਕਹਿੰਦੇ ਨੇ ਕੈਰੋਂ ਕਿਹੜਾ? ਤੇ ਅੱਗੋਂ ਪ੍ਰਤਾਪ ਸਿੰਘ ਕੈਰੋਂ ਜਵਾਬ ਦਿੰਦਾ, ਕਹਿੰਦਾ ਮੈਂ ਹੀ ਆ। ਮੈਂ ਜੋ ਆਪਾਂ ਗੱਲ ਕਰਦੇ ਆ, ਕਹਿੰਦੇ ਬਹਿ ਕੇ ਫਿਰ ਡੰਗਰ ਭੁੱਖੇ ਮਾਰਨੇ ਨੇ, ਮੈਂ ਚੱਲਿਆ ਭਾਈ, ਮੈਂ ਤਾਂ ਤੈਨੂੰ ਵੇਖਣ ਆਇਆ ਸੀ, ਮੈਂ ਤਾਂ ਹੁਣ ਚੱਲਿਆ। ਬਹੁਤ ਅੱਛਾ, ਬਹੁਤ ਅੱਛਾ। ਇਹ ਜਿਹੜਾ ਇੱਕ ਖਾਸ ਕਿਸਮ ਦਾ ਸਾਦਾ ਅੰਦਾਜ਼ ਉਸ ਵੇਲੇ ਦੇ ਸਿਆਸਤਦਾਨ ਦਾ, ਮੁੱਖ ਮੰਤਰੀ ਦਾ, ਉਹ ਵੀ ਗਵਾਚ ਗਿਆ। ਇੰਨੀ ਜ਼ਰੂਰਤਮੰਦੀ ਨਾਲ ਇੱਕ ਮੁੱਖ ਮੰਤਰੀ ਨੂੰ ਸਧਾਰਨ ਬੰਦਾ ਗੱਲ ਕਹਿ ਸਕਦਾ, ਉਹ ਵੀ ਗੱਲ ਗਵਾਚ ਗਈ। ਮੈਨੂੰ ਲੱਗਦਾ ਕਿਤੇ ਨਾ ਕਿਤੇ ਮੇਰੇ ਅੰਦਰੋਂ ਗੱਲ ਪਈ ਹੋਈ ਅੱਜ ਵੀ। ਔਰ ਮੈਨੂੰ ਅੱਜ ਵੀ ਜਦੋਂ ਕਦੇ ਮੈਨੂੰ ਕੋਈ ਮੌਕਾ ਮਿਲਦਾ ਕਿਸੇ ਬਹੁਤ ਵੱਡੀ ਸੱਤਾਵਾਨ ਨੂੰ ਮਿਲਣ ਦਾ, ਤੇ ਬਹੁਤੀ ਵਾਰ ਮੇਰੇ ਕੋਲ ਉਸ ਤਰ੍ਹਾਂ ਹੀ ਗੱਲ ਹੁੰਦੀ ਹੈ ਜਿਵੇਂ ਮੈਂ ਲਖਵਿੰਦਰ ਨਾਲ ਕਰਦਾ, ਅਮਰਿੰਦਰ ਨਾਲ ਕਰਦਾ, ਜਾਂ ਸੁਰਜੀਤ ਜੱਜ ਨਾਲ ਕਰਦਾ। ਮੈਨੂੰ ਇੰਝ ਨਹੀਂ ਕਦੇ ਲੱਗਦਾ ਵੀ ਇਹ ਮੁੱਖ ਮੰਤਰੀ ਹੈ, ਗਵਰਨਰ ਆ, ਇਹ ਕੋਈ ਵਜ਼ੀਰ ਕੁਛ ਇਹੋ ਜਿਹਾ ਕੁਛ ਹੈ, ਜਾਂ ਮੈਂਬਰ ਪਾਰਲੀਮੈਂਟ ਹੈ, ਜਾਂ ਅਸੈਂਬਲੀ ਦਾ ਮੈਂਬਰ ਹੈ। ਪਤਾ ਨਹੀਂ ਕਿਉਂ ਇਹ ਭਰਮ ਭਾਂਡਾ ਐਸਾ ਟੁੱਟਿਆ ਹੋਇਆ ਮਨ ਦੇ ਵਿੱਚ ਕਿ ਲੱਗਦਾ ਹੀ ਨਹੀਂ ਕਿ ਸ਼ਕਤੀ ਜਿਹੜੀ ਹੈਗੀ ਹੈ ਉਹ ਬੰਦੇ ਤੋਂ ਵੱਡੀ ਹੁੰਦੀ ਹੈ। ਮੈਨੂੰ ਲੱਗਦਾ ਬੰਦਾ ਹੀ ਵੱਡਾ ਹੁੰਦਾ। ਬਿਲਕੁਲ, ਬਹੁਤ ਵਧੀਆ ਗੱਲ ਹੈ ਜੀ, ਬੰਦਾ ਵੱਡਾ ਹੁੰਦਾ। ਤੇ ਮੈਂ ਇੱਥੇ ਥੋੜੀ ਜਿਹੀ ਗੱਲ ਹੋਰ ਵਿਸਥਾਰ ਚਾਹੁੰਦਾ, ਆਪਾਂ ਇਸੇ ਪਾਸੇ ਤੋਂ ਗੱਲ ਸ਼ੁਰੂ ਕਰ ਲੈਂਦੇ ਹਾਂ
ਵੀ ਜਿਹੜੀ ਸੱਤਾ ਆ ਜਿਹੜੀ ਆ ਉਹਦਾ ਸ਼ਾਇਰੀ ਨਾਲ ਕਿਸ ਤਰ੍ਹਾਂ ਦਾ ਸੰਬੰਧ ਹੈ? ਤੁਸੀਂ ਹੁਣ ਸਾਹਿਤਕਾਰ ਹੈ ਔਰ ਆਪਣੇ ਬਾਪੂ ਜੀ ਦੀ ਵੀ ਤੁਸੀਂ ਗੱਲ ਸੁਣਾਈ ਆ, ਔਰ ਸਾਰੀ ਉਮਰ ਤੁਸੀਂ ਵੀ ਇਸੇ ਤਰ੍ਹਾਂ ਬੇਵਾਕੀ ਨਾਲ ਵਿਚਰੇ ਆ, ਔਰ ਸ਼ਾਇਰੀ ਵੀ ਤੁਹਾਡੀ ਇਸ ਬੇਵਾਕੀ ਦੀ ਜਿਹੜੀ ਆ ਉਹ ਗਵਾਹ ਬਣ ਕੇ ਸਾਡੇ ਕੋਲ ਹਾਜ਼ਰ ਹੈ। ਵੀ ਸੱਤਾ ਤੇ ਸ਼ਾਇਰੀ ਦਾ ਇਹ ਸੰਬੰਧ, ਔਰ ਸੱਤਾ ਕਿਸ ਤਰ੍ਹਾਂ ਜਿਹੜਾ ਹੈ ਸ਼ਾਇਰੀ ਨੂੰ, ਜਾਂ ਸ਼ਾਇਰੀ ਕਿਸ ਤਰ੍ਹਾਂ ਸੱਤਾ ਨੂੰ ਮੁਖਾਤਬ ਹੁੰਦੀ ਆ, ਇਹਦੇ ਬਾਰੇ ਪੰਜਾਬੀ ਜਿਹੜੀ ਆ ਸਮੁੱਚੀ ਕਵਿਤਾ ਦੇ ਸੰਦਰਭ ਜਾਂ ਪੰਜਾਬੀ ਸਮਾਜ ਦੇ ਸੰਦਰਭ 'ਚ ਜੇ ਥੋੜੀ ਜਿਹੀ ਗੱਲ ਜਿਹੜੀ ਆ ਉਹ ਆਪਾਂ ਇੱਥੋਂ ਕੀ ਸ਼ੁਰੂ ਕਰ ਲਈਏ। ਮੈਂ ਪਰਸੋਂ ਰਾਤ ਦੀ ਤੁਹਾਨੂੰ ਗੱਲ ਸੁਣਾਉਣਾ, ਬਹੁਤੀ ਦੂਰ ਨਹੀਂ ਜਾਣਾ ਚਾਹੁੰਦਾ ਮੈਂ। ਜੀ ਜੀ। ਇੱਕ ਮੁੰਡਾ ਸਾਡਾ ਪਹਿਲਾਂ ਉਹ ਮੈਜਿਸਟ੍ਰੇਟ ਸੀ, ਜ਼ਿਲ੍ਹੇ ਦਾ ਕਿਸੇ ਡਿਪਟੀ ਕਮਿਸ਼ਨਰ ਬਣਿਆ ਜੀ। ਬਾਅਦ ਵਿੱਚ ਉਹਦਾ ਜੀ ਕੀਤਾ ਕਿ ਮੈਂ ਸਿਆਸਤਦਾਨ ਬਣਾ, ਤੇ ਉਹ ਅਸਤੀਫਾ ਦੇ ਕੇ ਤੇ ਉਹ ਵਿਧਾਇਕ ਬਣ ਗਿਆ ਜੀ। ਉਹਦੀ ਸਰਦਾਰਨੀ ਮੇਰੀ ਸਟੂਡੈਂਟ ਹੈ, ਤੇ ਰਾਤ ਨੂੰ ਮੈਨੂੰ ਫੋਨ ਆਇਆ 11 ਵਜੇ ਦੇ ਕਰੀਬ। ਅੱਛਾ। ਮੈਨੂੰ ਕਹਿੰਦਾ ਸਰ ਹੁਣੇ ਮੇਰੇ ਕਿਸੇ ਦੋਸਤ ਨੇ ਮੈਨੂੰ ਇੱਕ ਤੁਹਾਡੀ ਕਵਿਤਾ ਸੁਣਾਈ ਹੈ ਕਿ ਡਾਰਵਿਨ ਝੂਠ ਬੋਲਦਾ ਹੈ। ਡਾਰਵਿਨ ਦੀ ਥਿਊਰੀ ਨੂੰ ਮੈਂ ਇਸ ਤਰ੍ਹਾਂ ਕਿਹਾ ਕਿ ਡਾਰਵਿਨ ਕਹਿੰਦਾ ਵੀ ਸਾਡਾ ਵਿਕਾਸ ਬਾਂਦਰ ਤੋਂ ਹੋਇਆ, ਮੈਨੂੰ ਲੱਗਦਾ ਹੈ ਵੀ ਅਸੀਂ ਬਾਂਦਰ ਤੋਂ ਨਹੀਂ ਹੋਏ, ਸਾਡੀਆਂ ਕੁਝ ਨਸਲਾਂ ਹੋਰ ਵੀ ਸਾਡੇ 'ਚ ਬੋਲਦੀਆਂ ਨੇ। ਠੀਕ ਹੈ। ਇਹ ਇਸ ਕਿਸਮ ਦੀ ਕਵਿਤਾ ਸੀ ਮੇਰੀ ਉਹ। ਤੇ ਉਹਦੇ 'ਚ ਇਹ ਵੀ ਜ਼ਿਕਰ ਆਉਂਦਾ ਹੈ ਕਿ ਸਾਨੂੰ ਮੁੰਨਣ ਵਾਲੇ ਜਿਹੜੇ ਨੇ ਹਰ ਚੌਥੇ ਦਿਨ ਮੁੰਨ ਕੇ ਫਿਰ ਲਾਂਭੇ ਹੁੰਦੇ ਨੇ, ਤੇ ਅਸੀਂ ਉਹਦੀਆਂ ਅਸੀਂ ਭੇਡਾਂ ਆ, ਬੇਸਿਕ ਭੇਡ ਚਾਲ ਦੇ ਮੁਤਾਬਕ ਉਹਨੂੰ ਸੱਤਾ ਸੌਂਪ ਦਿੰਦੇ ਆ ਤੇ ਉਹਨਾਂ ਨੂੰ ਆ ਕੇ ਫਿਰ ਟਿਕ ਕੇ ਬਹਿ ਜਾਂਦੇ ਆ। ਉਹ ਮੈਨੂੰ ਕਹਿੰਦਾ ਕਵਿਤਾ ਤੇ ਭਾਜੀ ਬਹੁਤ ਸੋਹਣੀ ਹੈ, ਪਰ ਕੋਈ ਹੱਲ ਵੀ ਤਾਂ ਦੱਸੋ। ਮੈਂ ਕਿਹਾ ਹੱਲ ਤਾਂ ਮੈਨੂੰ ਆਉਂਦਾ ਹੈ, ਪਰ ਤੈਨੂੰ ਟੈਲੀਫੋਨ ਤੇ ਨਹੀਂ ਦੱਸ ਸਕਦਾ। ਕਹਿੰਦਾ ਕਿਉਂ? ਮੈਂ ਕਿਹਾ ਵਜ੍ਹਾ ਹੀ ਤੁਸੀਂ ਲੋਕ ਹੋ। ਜਦੋਂ ਵਜ੍ਹਾ ਤੁਸੀਂ ਲੋਕ ਹੋ ਤੇ ਹੱਲ ਤੁਹਾਡੇ ਨਾਲ ਬਹਿ ਕੇ ਨਜਿੱਠ ਕੇ ਕੀਤਾ ਜਾ ਸਕਦਾ ਕਿ ਤੁਸੀਂ ਜਿੰਨਾ ਭਾਰੀ ਭਰਕਮ ਖਰਚਿਆਂ ਨਾਲ ਸੱਤਾ ਗ੍ਰਹਿਣ ਕਰਦੇ ਹੋ, ਤੇ ਜਿਵੇਂ 5 ਸਾਲ ਉਸ ਦੀ ਪ੍ਰਾਪਤੀ ਵਾਸਤੇ, ਉਸੇ ਧਨ ਦੀ ਪ੍ਰਾਪਤੀ ਵਾਸਤੇ ਅਗਲੇ 5 ਸਾਲਾਂ ਨੂੰ ਫਿਰ ਖਰਚਣਾ ਤੇ ਆਪਣੇ ਆਪ ਨੂੰ ਸੁਰੱਖਿਅਤ ਕਰਨਾ ਹੈ, ਇਸ ਵਿਸ਼ੇ ਸਰਕਲ ਚੋਂ, ਇਸ ਜ਼ਹਿਰੀਲੇ ਚੱਕਰ ਚੋਂ ਕੱਢ ਦਿਓ ਜੇ ਆਪਣੇ ਆਪ ਨੂੰ, ਤਾਂ ਸ਼ਾਇਦ ਸਾਡਾ ਕੁਝ ਸੌਰ ਸਕੇ। ਤੁਸੀਂ ਉਹ ਵਕਤ ਜਿਹੜਾ ਇਹਨਾਂ ਕੰਮਾਂ ਭੈੜੇ ਕੰਮਾਂ ਤੋਂ ਖਰਚਦੇ ਹੋ, ਉਹ ਜੇ ਸਾਡੀ ਭਲਾਈ ਵਾਸਤੇ ਖਰਚੋ, ਸਾਡੇ ਸਕੂਲਸ ਦੀਆਂ ਛੱਤਾਂ ਵਾਸਤੇ ਖਰਚੋ, ਸਾਡੇ ਹਸਪਤਾਲਾਂ ਦੀਆਂ ਦਵਾਈਆਂ ਬੂਟੀਆਂ ਵਾਸਤੇ ਸੋਚੋ, ਸਾਡੀਆਂ ਅੱਖਾਂ ਦੀਆਂ ਪੱਟੀਆਂ ਬਣੋ, ਸਾਡੀਆਂ ਤੁਸੀਂ ਦਾਰੂ ਦਰਮਲ ਬਣੋ, ਤਾਂ ਉਹੀ ਸਮੱਸਿਆ ਹੱਲ ਹੋ ਸਕਦੀ ਹੈ। ਲੋਕਾਂ ਨੂੰ ਗਵਰਨੈਂਸ ਚਾਹੀਦੀ ਹੈ, ਗਵਰਨੈਂਸ ਮਿਲ ਨਹੀਂ ਰਹੀ, ਕਿਉਂਕਿ ਜਿਹਨੇ ਗਵਰਨੈਂਸ ਦੇਣੀ ਹੈ, ਜਿਹਨੇ ਲੈਜਿਸਲੇਸ਼ਨ ਦੇਣੀ ਹੈ, ਉਹ ਸਾਰੇ ਹੀ ਆਪਣੇ ਆਪ ਨੂੰ ਹੋਰ ਕੰਮਾਂ 'ਚ ਖਰਚਤ ਕਰੀ ਬੈਠੇ ਨੇ, ਔਰ ਅਨਪ੍ਰੋਡਕਟਿਵ ਕੰਮਾਂ 'ਚ ਖਰਚ ਕਰੀ ਬੈਠੇ ਨੇ। ਜਿਹੜਾ ਸਧਾਰਨ ਬੰਦਾ ਵਿਕਸਿਤ ਹੋਣਾ ਸੀ, ਉਹ ਬੰਦਾ ਵਿਕਸਿਤ ਨਹੀਂ ਹੋ ਰਿਹਾ। ਸੋ ਸੱਤਾ ਨਾਲ ਡਾਇਲਾਗ ਕਰਨਾ ਵੀ ਸਾਡਾ ਇੱਕ ਧਰਮ ਹੁੰਦਾ ਲੇਖਕ ਦਾ, ਔਰ ਇਕੱਲਾ ਕਵਿਤਾ ਲਿਖ ਕੇ ਸੌ ਜਾਣਾ ਕੋਈ ਕੰਮ ਨਹੀਂ ਹੁੰਦਾ। ਮੈਂ ਉਹਨੂੰ ਇਹ ਗੱਲ ਇਹ ਵੀ ਕਹੀ, ਉਹਨੇ ਇਹ ਵੀ ਗੱਲ ਕਹੀ ਕਿ ਮੈਂ ਕਿਹਾ ਸਾਡੇ ਕੋਲ ਉਹ ਮਾਡਲ ਪੁਰਾਣੇ ਐਗਜ਼ਿਸਟ ਕਰਦੇ ਨੇ, ਹੈਗੇ ਨੇ ਸਾਡੇ ਕੋਲ ਮਾਡਲ, ਜਿਹਦੇ 'ਚ ਵਿਰੋਧੀ ਪਾਰਟੀ ਦੇ ਬੰਦੇ ਨੂੰ ਵੀ ਨਾਲ ਲੈ ਕੇ ਆਪਣੀ ਕਾਰ ਦੇ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਵੀ ਚਲਾ ਜਾਂਦਾ ਸੀ ਕਿ ਚੱਲ ਯਾਰ ਕੰਪੇਨ ਕਰਾਈਏ, ਤੂੰ ਆਪਣੀ ਗੱਲ ਕਹੀ ਜਾਈਂ, ਮੈਂ ਆਪਣੀ ਕਹੀ ਜਾਵਾਂਗਾ, ਤੂੰ ਕਾਹਨੂੰ ਐਵੇਂ ਹੋਰ ਕਾਰ ਲੈ ਕੇ ਜਾਣੀ ਹੈ। ਤੇ ਮੈਂ ਆਪਣੇ ਪਿੰਡਾਂ ਦੇ ਵਿੱਚ ਚੋਣ ਮੁਹਿੰਮ ਸਾਈਕਲਾਂ ਸਕੂਟਰਾਂ ਤੇ ਹੁੰਦੀ ਵੀ ਦੇਖੀ ਹੋਈ ਹੈ। ਉਦੋਂ ਕਾਰਾਂ ਹੀ ਨਹੀਂ ਸੀ ਹੁੰਦੀਆਂ, ਤੇ ਝੰਡੀਆਂ ਵੀ ਘਰੋ ਘਰੀ ਲੋਕ ਪਿੰਡਾਂ 'ਚ ਆਪ ਬਣਾਉਂਦੇ ਹੁੰਦੇ ਸੀ। ਆਹ ਸ਼ਰਾਬਾਂ ਤੇ ਭੁੱਕੀਆਂ ਤੇ ਪੈਸੇ ਤੇ ਦੂਸਰਾ ਤੀਸਰਾ ਨਿਜ਼ਾਮ ਸਾਰਾ ਇਹ ਬਹੁਤ ਮਗਰੋਂ ਦੀ ਪ੍ਰੋਡਕਟ ਹੈ। ਦੂਸਰੀ ਗੱਲ ਕਦੇ ਨਾ ਭੁੱਲੀਏ ਕਿ ਲੇਖਕ ਜਿਹੜਾ ਹੈਗਾ ਉਹ ਵੀ ਆਪਣੇ ਪੈਰਾਂ ਤੋਂ ਖਿਸਕ ਕੇ ਸਿਰਫ ਤੇ ਸਿਰਫ ਆਈ ਮੀ ਐਂਡ ਮਾਈ ਸੈਲਫ, ਮੈਂ ਹੀ ਮੈਂ ਦੇ ਦੁਆਲੇ ਘਿਰ ਗਿਆ। ਇਸ ਕਰਕੇ ਉਹ ਆਪਣੀ ਗੱਲ ਕਹਿਣ ਤੋਂ ਗੁਰੇਜ਼ ਹਮੇਸ਼ਾ ਕਰਦਾ, ਜਿੱਥੇ ਉਹਨੂੰ ਕਹਿਣਾ ਬਣਦਾ ਹੈ ਉੱਥੇ ਵੀ ਗੱਲ ਨਹੀਂ ਕਰਦਾ। ਮੈਂ ਮਿਸਾਲ ਦੇਣੀ ਚਾਹਾਂਗਾ, ਜੰਮੂ ਕਸ਼ਮੀਰ ਦੇ ਵਿੱਚ ਪੰਜਾਬੀ ਦਾ ਮਸਲਾ ਆਇਆ, ਅਸੀਂ ਉਦੋਂ ਚੀਕਾਂ ਮਾਰੀਆਂ ਜਦੋਂ ਉਹ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਉਸਨੂੰ ਐਕਟ ਬਣਾ ਦਿੱਤਾ। ਜਿਵੇਂ ਲਕੀਰ ਪਿੱਟੀ ਜਾਓ ਤੇ ਸੱਪ ਤੁਹਾਡੇ ਤੋਂ ਗਾਂਹ ਤੁਰ ਜਾਵੇ ਤੇ ਆਖੀ ਜਾਓ ਕਿ ਸੱਪ ਹੋਏ ਸੱਪ ਹੋਏ ਸੱਪ ਹੋਏ, ਇਹਦੇ ਨਾਲ ਮਸਲੇ ਹੱਲ ਨਹੀਂ ਹੁੰਦੇ। ਸਾਡੀ ਸਮੱਸਿਆ ਕੀ ਹੈ ਕਿ ਅਸੀਂ ਇੱਕ ਦੂਸਰੇ ਦੇ ਨਿੰਦਿਆ ਪਾਠ 'ਚ, ਇੱਕ ਦੂਸਰੇ ਦੀ ਲਕੀਰ ਨਿੱਕੀ ਕਰਨ 'ਚ, ਇੱਕ ਦੂਸਰੇ ਤੋਂ ਚੋਰੀ ਚੋਰੀ ਆਪਣੀ ਹਸਤੀ ਉਚਾਉਣ ਦੇ ਵਿੱਚ, ਨਿੱਕੀਆਂ ਨਿੱਕੀਆਂ ਬੁਰਕੀਆਂ ਖਾਣ ਦੇ ਵਿੱਚ ਇੰਨੇ ਕੁ ਰੁਚਿਤ ਹਾਂ ਕਿ ਸਹੀ ਦੁਸ਼ਮਣ ਦੀ ਪਛਾਣ ਨਾ ਕਰਦਿਆਂ ਤੇ ਨਾ ਕਰਵਾਉਂਦੇ ਆ। ਸਾਡਾ ਸ਼ਾਇਰ ਤਾਂ ਉਹ ਸੀ ਜਿਹੜਾ ਇਹ ਕਹਿੰਦਾ ਸੀ ਕਿ ਗਵਰਨਮੈਂਟ ਨੇ ਝੱਗਾ ਦਿੱਤਾ, ਪਾਲੋ ਲੋਕੋ ਪਾਲੋ, ਅੱਗਾ ਪਿੱਛਾ ਹੈ ਨਹੀਂ ਜੇ ਤੇ ਬਾਹਾਂ ਆਪ ਲਵਾ ਲਓ, ਸਾਰੀ ਗੱਲ ਹੀ ਕਹਿ ਗਿਆ। ਦੇਖੋ ਨਾ, ਸਾਡੇ ਕੋਲ ਏਡੇ ਏਡੇ ਲੋਕ ਸਧਾਰਨ ਜ਼ੁਬਾਨ ਦੇ ਵਿੱਚ ਗੱਲਾਂ ਕਰਨ ਵਾਲੇ ਵੱਡੇ ਬੰਦੇ ਜਿਹੜੇ ਸ਼ਾਇਰ ਹੀ ਸੀ, ਉਹ ਜੇ ਸਾਡੇ ਕੋਲੇ ਮਾਡਲ ਲਗਭਗ 550 ਸਾਲ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਉਸਾਰ ਗਏ, ਕਿਉਂਕਿ ਉਮਰ ਤਾਂ ਭਾਵੇਂ ਉਹਨਾਂ ਦੀ 550 ਸਾਲ ਹੋ ਗਈ, ਪਰ
ਸਿਰਜਣਾ ਦੇ ਪਲ ਜਿਹੜੇ ਨੇ ਉਹ ਤਾਂ ਮਗਰੋਂ ਸ਼ੁਰੂ ਹੋਏ ਹੋਣਗੇ ਨਾ। ਜੇ ਉਹ ਰਾਜੇ ਨੂੰ ਸ਼ੀਂਹ ਕਹਿ ਸਕਦੇ ਨੇ, ਮੁਕੱਦਮ ਨੂੰ ਕੁੱਤੇ ਕਹਿ ਸਕਦੇ ਨੇ, ਤੇ ਅੱਜ ਜਿਹੜੇ ਸਾਨੂੰ ਬੁਰਕ ਮਾਰਦੇ ਨੇ, ਅਸੀਂ ਉਹਨਾਂ ਨੂੰ ਕਿਉਂ ਨਹੀਂ ਕਹਿੰਦੇ ਬਈ? ਅਸੀਂ ਉਹਨਾਂ ਦੀ ਬੁੱਕੜ 'ਚ ਬਹਿ ਕੇ ਅਸੀਂ ਉਹੀ ਚਾਲਾਂ ਸਾਜ਼ਿਸ਼ਾਂ ਕਿਉਂ ਕੱਢਦੇ ਆ, ਉਹਨਾਂ ਦੇ ਹਾਮੀਆਂ ਕਿਉਂ ਭਰਦੇ ਆ? ਜਿਹੜੇ ਲੋਕਾਂ ਦੇ ਖਿਲਾਫ ਤੁਹਾਡਾ ਬੋਲਣਾ ਬਣਦਾ, ਸਾਰੇ ਨਾ ਤਾਂ ਸੱਤਾ ਦੇ ਵਿੱਚ ਬੈਠੇ ਲੋਕ ਹੀ ਸਾਰੇ ਭ੍ਰਿਸ਼ਟ ਨੇ, ਤੇ ਨਾ ਹੀ ਸਾਰੇ ਲੇਖਕ ਗੁੰਮਸੁੰਮ ਨੇ। ਪਰ ਸਵਾਲ ਇਹ ਪੈਦਾ ਹੁੰਦਾ ਕਿ ਉਸ ਕਿਸਮ ਦਾ ਇੱਕ ਨਿਜ਼ਾਮ ਨਹੀਂ ਉਸਰ ਰਿਹਾ, ਜਿਸ ਨਿਜ਼ਾਮ ਦੇ ਵਿੱਚ ਲੇਖਕ ਬੇਬਾਕ ਹੋ ਕੇ ਆਪਣੀ ਗੱਲ ਕਹਿ ਸਕੇ, ਜਿਸ ਦੇ ਵਿੱਚ ਉਹਨੂੰ ਇਹ ਆਪਣੇ ਅੰਦਰ ਆਤਮੇ ਦੇ ਵਿੱਚੋਂ ਇਹ ਆਵਾਜ਼ ਉੱਠੇ ਕਿ ਮੇਰਾ ਇਹ ਗੱਲ ਕਹਿਣ ਦਾ ਵਕਤ ਹੈ। ਬੇੜਾ ਵੱਧ ਨਾ ਸਕਿਓ ਬੰਧਨ ਕੀ ਬੇਲਾ, ਪਰ ਸਰਵਰ ਸਭ ਉਸਲੇ ਤਬ ਤਰਨ ਤੋਂ ਹਿਲਾ। ਜਾਂ ਜਦੋਂ ਕਹਿੰਦੇ ਨੇ ਕਿ ਵਕਤ ਜਿਹੜੇ ਤੇ ਤੁਸੀਂ ਗੱਲ ਨਾ ਆਖੀ, ਸੱਚ ਸੁਣਾਏ ਸੀ ਸੱਚ ਕੀ ਬੇਲਾ, ਮਗਰੋਂ ਸੱਚ ਬੋਲਣ ਦਾ ਕੀ ਅਰਥ ਹੈ? ਉਹ ਜਿਵੇਂ ਉਹ ਕਹਿੰਦੇ ਨਾ, ਮੌਲਵੀ ਦਾ ਕੁੱਕੜ ਖਾਣ ਨੂੰ ਜੀ ਕਰਦਾ ਸੀ, ਤੇ ਉਹਨੇ ਕਿਸੇ ਦਾ ਕੁੱਕੜ ਫੜ ਲਿਆ ਚੋਰੀ। ਕਿਸੇ ਨੇ ਕਿਹਾ ਓਏ ਆ ਚੋਰੀ ਦਾ ਕੁੱਕੜ ਖਾਏਗਾ, ਭਲਿਆ ਮਾਨਸਾ ਇਹ ਹਰਾਮ ਹੈ। ਕਹਿੰਦਾ ਆਪਾਂ ਇਹਨੂੰ ਹਲਾਲ ਕਰ ਲੈਂਦੇ ਆ। ਕਹਿੰਦੇ ਉਹ ਕਿਵੇਂ? ਕਹਿੰਦਾ ਆਪਾਂ ਬਾਂਗ ਦੇ ਦਿੰਦੇ ਆ, ਨਾਲ ਆਵਾਜ਼ ਦੇ ਦਿੰਦੇ ਆ ਵੀ ਕਿਸੇ ਦਾ ਕੁੱਕੜ ਜਿਹਦਾ ਹੈਗਾ ਲੈ ਜਾਓ। ਉਹ ਮੈਂਬਰ ਤੇ ਚੜ ਕੇ ਕਹਿਣ ਲੱਗ ਗਿਆ ਕਿਸੇ ਦਾ, ਹੌਲੀ ਜਿਹੀ ਕਹਿੰਦਾ ਕੁੱਕੜ, ਕਿਸੇ ਦਾ ਕੁੱਕੜ। ਹੁਣ ਜੇ ਕਿਸੇ ਨੂੰ ਕੁੱਕੜ ਸਮਝ ਆਵੇ ਤੇ ਤਾਂ ਹੀ ਜਾਵੇ ਨਾ ਲੱਭਣ ਵਾਸਤੇ, ਜਿਹਦਾ ਗਵਾਚਿਆ ਸੀ ਉਹ ਕਿੱਦਾਂ ਚਲਾ ਜਾਂਦਾ? ਉਹ ਵੱਢ ਕੇ ਉਹਨੂੰ ਹਲਾਲ ਕਰਕੇ ਉਹਦੇ ਉੱਤੇ ਕਲਮਾ ਪੜ੍ਹ ਕੇ ਉਹਨੂੰ ਖਾ ਪੀ ਕੇ ਡਕਾਰ ਮਾਰ ਕੇ ਲੋਕੀ ਸਵੇਰੇ ਜਿਹੜਾ ਗਵਾਚਿਆ ਸੀ ਉਹ ਕੁੱਕੜ ਲੱਭਦੇ ਫਿਰਨ, ਤੇ ਉਹਦੇ ਮੌਲਵੀ ਸਾਹਿਬ ਛੱਕ ਚੁੱਕੇ ਸੀ। ਸੋ ਬਹੁਤ ਸਾਰਾ ਸਾਡਾ ਜਿਹੜਾ ਵਡਾਂਗਾ ਹੋ ਰਿਹਾ, ਅਸੀਂ ਸਾਨੂੰ ਹਲਾਲ ਕੀਤਾ ਜਾ ਰਿਹਾ, ਉਹ ਤਾਂ ਹੋ ਰਿਹਾ ਕਿ ਜਿਨ੍ਹਾਂ ਨੇ ਸਾਨੂੰ ਹਲਾਲ ਕਰਨਾ ਉਹ ਸਾਨੂੰ ਬਹੁਤੀ ਵਾਰੀ ਉਸ ਮੌਲਵੀ ਵਾਲੀ ਰੂਹ ਵਾਲਾ ਸਾਡੇ ਨਾਲ ਵਰਤਾਵ ਕਰਦੇ ਨੇ ਕਿ ਸਾਨੂੰ ਨੋਟੀਫਾਈ ਕਰ ਦਿੱਤਾ। ਜਿਵੇਂ ਉਹ ਮਲਟੀਨੈਸ਼ਨਲ ਕੰਪਨੀਆਂ ਦੀ ਕੋਈ ਵੀ ਚੀਜ਼ ਵਿਕਦੀ ਇਹਦੇ ਥੱਲੇ ਲਿਖਿਆ ਹੁੰਦਾ ਕੰਡੀਸ਼ਨਸ ਅਪਲਾਈ, ਬਰੀਕ ਜਿਹਾ ਐਨ, ਜਦੋਂ ਤੈਨੂੰ ਪੜ੍ਹਿਆ ਜਾਂਦਾ ਮੇਰੇ ਕੋਲ ਪੜ੍ਹਿਆ ਜਾਂਦਾ। ਤੇ ਜਦੋਂ ਕਿਤੇ ਰੌਲਾ ਪੈ ਜਾਵੇ, ਅਸੀਂ ਕਿਤੇ ਮਾਮਲਾ ਕਚਹਿਰੀ ਕੋਰਟ 'ਚ ਜਾਂ ਕੰਜ਼ਿਊਮਰ ਕੋਰਟ 'ਚ ਖੜਨਾ ਹੋਵੇ, ਤੇ ਉਹ ਕਹਿਣਗੇ ਤੇ ਲਿਖਿਆ ਹੋਇਆ ਕੰਡੀਸ਼ਨਸ ਅਪਲਾਈ। ਤੇ ਕੰਡੀਸ਼ਨ ਜਿਹੜੀਆਂ ਬਰੀਕ ਛਾਪੀਆਂ ਹੁੰਦੀਆਂ ਵੀ ਉਹ ਜਿੱਡੀ ਮਰਜ਼ੀ ਭਾਵੇਂ 12 ਨੰਬਰ ਦੇ ਐਨਕ ਲਾ ਕੇ ਪੜ੍ਹੋ ਤਾਂ ਵੀ ਨਹੀਂ ਪੜ੍ਹ ਸਕਦੇ ਤੁਸੀਂ। ਸੋ ਜਿਹੜੀਆਂ ਚੋਰ ਮੋਰੀਆਂ ਨੇ ਉਹਲੇ ਨੇ, ਇਹਨੂੰ ਪਛਾਣ ਕੇ ਦੇਣਾ ਸਿਰਜਕ ਦਾ ਧਰਮ ਹੈ। ਇਹ ਕੰਮ ਤਾਂ ਸੰਭਵ ਹੈ ਉਮਿੰਦਰ, ਤਾਂ ਸੰਭਵ ਹੈ ਜੇ ਸਾਡੇ ਸਿਰਜਕ ਨੂੰ ਇਕਨੋਮੀ ਦੀ ਸਮਝ ਹੈ, ਜੇ ਉਹਨੂੰ ਸੋਸ਼ੀਓਲੋਜੀ ਦੀ ਸਮਝ ਹੈ, ਜੇ ਉਹਨੂੰ ਹਿਊਮਨ ਸਾਈਕੋਲੋਜੀ ਦੀ ਸਮਝ ਹੈ, ਜੇ ਉਹਨੂੰ ਇਕੋਲੋਜੀ ਦੀ ਸਮਝ ਹੈ। ਬਹੁਤ ਅੱਛਾ। ਇਹ ਸਾਰੇ ਸਮਰੱਥ ਤ੍ਰੈਕਾਲਦਰਸ਼ੀ ਬੰਦਾ ਹੀ ਲੇਖਕ ਹੋ ਸਕਦਾ। ਕੱਲੀ ਮੇਰੇ ਵਾਂਗੂ ਕਵਿਤਾ ਲਿਖ ਕੇ ਤ੍ਰੈਕਾਲਦਰਸ਼ੀ ਨਹੀਂ ਬਣਿਆ ਜਾ ਸਕਦਾ। ਕਿੱਥੋਂ ਆਏ ਆ, ਕਿੱਥੇ ਖੜੇ ਆ, ਕਿੱਥੇ ਜਾਣਾ। ਜਿੰਨਾ ਚਿਰ ਇਹਨਾਂ ਤਿੰਨਾਂ ਚੀਜ਼ਾਂ ਦਾ ਨਹੀਂ ਪਤਾ ਲੱਗਦਾ, ਜਿੰਨਾ ਚਿਰ ਸਾਨੂੰ ਨਾਰਥ ਈਸਟ ਵੈਸਟ ਸਾਊਥ ਦਾ ਪਤਾ ਨਹੀਂ ਲੱਗਦਾ, ਜਿੰਨਾ ਚਿਰ ਅਸੀਂ ਉਹਦੇ ਐਨਾਲਿਟੀਕਲ ਆਈ ਨਾਲ, ਵਿਸ਼ਲੇਸ਼ਣੀ ਅੱਖ ਨਾਲ, ਤੀਸਰੇ ਨੇਤਰ ਨਾਲ ਉਹਨੂੰ ਵਿਸ਼ਲੇਸ਼ਣ ਨਹੀਂ ਕਰਦੇ, ਉਹਨਾਂ ਚਿਰ ਅਸੀਂ ਸੱਤਾ ਦੇ ਨਾਲ ਦਸਤਪੰਜਾ ਨਹੀਂ ਲੈ ਸਕਦੇ। ਬਹੁਤ ਅੱਛਾ। ਆਪਾਂ ਇਸ ਤਰ੍ਹਾਂ ਜਿਹੜਾ ਗੱਲ ਨੂੰ ਜੇ ਅੱਗੇ ਤੋਰੀਏ ਕਿ ਜਿਹੜਾ ਵਿਚਾਰ ਹੈ ਉਹ ਕਦੇ ਕਹਿਰਾ ਨਹੀਂ ਹੁੰਦਾ। ਜਿਸ ਤਰ੍ਹਾਂ ਤੁਸੀਂ ਕਿਹਾ ਆ, ਵਿਚਾਰ ਤਾਂ ਸੁਸਾਇਟੀ ਦੀ ਟੋਟੈਲਿਟੀ ਚੋਂ ਆਉਣਾ, ਔਰ ਜਦੋਂ ਟੋਟੈਲਿਟੀ ਚੋਂ ਆਉਣਾ ਉਹਨੇ ਹੀ ਸ਼ਾਇਰੀ 'ਚ ਜਿਹੜਾ ਆ ਉਹ ਰੂਪਾਂਤਰਿਤ ਹੋਣਾ ਆ, ਔਰ ਸ਼ਾਇਰ ਨੇ ਉਸ ਵਿਚਾਰ ਨੂੰ ਪੂਰੇ ਦਾ ਪੂਰਾ ਜਿਹੜਾ ਆ ਉਹ ਵੱਖ-ਵੱਖ ਸੰਦਰਭਾਂ 'ਚ ਦੇਖਣਾ ਆ, ਪਰਖਣਾ ਆ, ਉਸ ਤੋਂ ਬਾਅਦ ਕਲਾਤਮਕ ਰੂਪ 'ਚ ਜਿਹੜਾ ਆ ਉਹ ਸ਼ਾਇਰੀ 'ਚ ਪੇਸ਼ ਕਰਨਾ। ਔਰ ਮੈਂ ਇਹਨੂੰ ਗੱਲ ਨੂੰ ਆਪਾਂ ਥੋੜਾ ਜਿਹਾ ਦੂਜੇ ਪਾਸੇ ਚੱਲੀਏ ਵੀ ਪੰਜਾਬੀ ਕਵਿਤਾ ਜਿਹੜੀ ਆ ਉਹ ਵਿਚਾਰਧਾਰਾਵਾਂ ਨਾਲ ਜਿਹੜਾ ਆ ਉਹ ਇੱਕਮਿਕ ਹੋ ਕੇ ਤੁਰਦੀ ਰਹੀ ਆ, ਔਰ ਵਿਚਾਰਧਾਰਾਵਾਂ ਉਹ ਵੱਖ-ਵੱਖ ਸਮੇਂ ਵੱਖ-ਵੱਖ ਆਉਂਦੀਆਂ ਰਹੀਆਂ ਆ, ਔਰ ਕੁਝ ਡੋਮੀਨੇਟ ਕਰ ਗਈਆਂ, ਕੁਝ ਥੋੜਾ ਦੇਰ ਚੱਲੀਆਂ, ਕੁਝ ਜ਼ਿਆਦਾ ਦੇਰ ਚੱਲੀਆਂ। ਔਰ ਉਹ ਵਿਚਾਰਧਾਰਾਵਾਂ ਦਾ ਕਵਿਤਾ ਨਾਲ ਜਿਹੜਾ ਨਾਤਾ ਸੀ ਉਹ ਪੰਜਾਬੀ ਕਵਿਤਾ ਦੀ ਇੱਕ ਤਰ੍ਹਾਂ ਨਾਲ ਪਛਾਣ ਵੀ ਬਣਿਆ ਰਿਹਾ। ਪਰੰਤੂ ਇੱਕ ਹੋਰ ਮੈਂ ਜਿਹੜੀ ਇਹਨਾਂ ਦਿਨਾਂ 'ਚ ਕੰਸਨਟਰੇਟ ਕਰ ਰਿਹਾ ਗੱਲ ਵੀ ਕੁਛ ਸ਼ਾਇਰ ਉਹ ਵੀ ਆ, ਤੁਸੀਂ ਵੀ ਉਹਦੇ ਵਿੱਚ ਜਿਹੜੇ ਆ ਉਹ ਸ਼ਾਮਲ ਹੈ ਵੀ ਕੁਛ ਲੋਕਾਂ ਨੇ ਉਸ ਤਰ੍ਹਾਂ ਵਿਚਾਰਧਾਰਾ ਦੇ ਉਸ ਚੌਖਟੇ ਤੋਂ ਪੈਰਲਲ ਜਾ ਕੇ ਜਿਹੜਾ ਆ ਉਹ ਮਾਨਵਤਾ ਦੀ ਗੱਲ ਕੀਤੀ ਆ, ਔਰ ਮਨੁੱਖਤਾ ਦੀ ਗੱਲ ਨੂੰ ਆਪਣਾ ਵਿਚਾਰ ਬਣਾਇਆ, ਜਾਂ ਇਸ ਵਿਚਾਰ ਤੇ ਕੇਂਦਰਿਤ ਰਹੇ ਆ ਵੀ ਮਾਨਵਤਾ ਵੱਡੀ ਚੀਜ਼ ਹੈ ਔਰ ਟੋਟੈਲਿਟੀ 'ਚ ਉਹਨੂੰ ਦੇਖਣਾ। ਵੀ ਇਹ ਸੁਚੇਤ ਯਤਨ ਸੀ ਤੁਹਾਡਾ ਵੀ ਤੁਸੀਂ ਸਾਰੀਆਂ ਜਿਹੜੀਆਂ ਸਿੱਕੇਬੰਦ ਵਿਚਾਰਧਾਰਾਵਾਂ ਆ ਉਹਨਾਂ ਤੋਂ ਪਿੱਛੇ ਹਟ ਕੇ ਇੱਕ ਮਾਨਵਤਾਵਾਦੀ ਰਾਹ ਤਿਆਰ ਕਰਨਾ, ਜਾਂ ਅਚੇਤ ਰਚਨਾਤਮਕ ਅਮਲ ਹੀ ਏਦਾਂ ਦਾ ਸੀ? ਇਹਦੇ ਬਾਰੇ ਥੋੜਾ ਜਿਹਾ ਜੇ ਗੱਲ ਕਰ ਸਕੋ।
ਭੁਪਿੰਦਰ, ਮੈਂ ਪਹਿਲੀ ਤੁਸੀਂ ਸ਼ਾਇਰੀ ਦੀ ਗੱਲ ਕੀਤੀ ਹੈ ਤੇ ਉਹਦੇ ਬਾਰੇ ਮੈਂ ਗੱਲ ਕਹਿਣੀ ਚਾਹਾਂਗਾ ਕਿ ਇਕੱਲੀ ਪੰਜਾਬੀ 'ਚ ਹੀ ਨਹੀਂ, ਹਰ ਜ਼ਬਾਨ ਦੇ ਵਿੱਚ ਹੀ ਲਹਿਰਾਂ ਨੇ ਪ੍ਰਭਾਵਿਤ ਕੀਤਾ ਔਰ ਵਿਚਾਰਧਾਰਾਵਾਂ ਨੇ ਪ੍ਰਭਾਵਿਤ ਕੀਤਾ, ਔਰ ਕੁਝ ਚੀਜ਼ਾਂ ਐਸੀਆਂ ਪੈਰਲਲ ਉਦੋਂ ਵੀ ਚੱਲੀਆਂ ਨੇ ਜਿਹਦੇ ਵਿੱਚ ਸਿਧਾਂਤ ਜਾਂ ਜਿਹੜੀ ਸਿਆਸੀ ਕਮਿਟਮੈਂਟ ਹੈ ਉਹ ਏਡੀ ਸਰਦਾਰੀ ਨਹੀਂ ਸੀ ਕਰਦੀ ਹੁੰਦੀ। ਉਹਦੇ ਵਿੱਚ ਧਰਤੀ ਦੀ ਮਰਿਆਦਾ, ਧਰਤੀ ਦਾ ਨਿਜ਼ਾਮ, ਧਰਤੀ ਦੇ ਲੋਕਾਂ ਦਾ ਦੁੱਖ ਸੁੱਖ, ਹੌਕੇ ਹਾਵੇ ਉਦਰੇਵੇਂ ਸਾਰਾ ਕੁਝ ਸ਼ਾਮਲ ਹੁੰਦਾ ਸੀ ਔਰ ਮਨੁੱਖ ਨੂੰ ਸਾਰੀਆਂ ਚੀਜ਼ਾਂ ਪ੍ਰਭਾਵਿਤ ਕਰਦੀਆਂ। ਮੈਨੂੰ ਯਾਦ ਆਉਂਦਾ 2002 ਸੀ ਜਾਂ 2003 ਸੀ, ਅਸੀਂ ਜਦੋਂ ਪਾਕਿਸਤਾਨ ਗਏ ਇੱਕ ਵਰਲਡ ਪੰਜਾਬੀ ਕਾਨਫਰੰਸ ਦੇ ਵਿੱਚ, ਔਰ ਡਾਕਟਰ ਜਗਤਾਰ ਦੇ ਇੱਕ ਮਿੱਤਰ ਨੇ ਉੱਥੇ, ਅਬਦੁਲ ਕਰੀਮ ਕੁਦਸੀ, ਉਹ ਮੈਂ ਸੁਖਦੇਵ ਆਪਣਾ ਸਿਰਸਾ ਤੇ ਉਹਨਾਂ ਦਾ ਭਾਣਜਾ ਸੀ ਕੁਦਸੀ ਸਾਹਿਬ ਦਾ ਇਕਬਾਲ, ਅਸੀਂ ਸ਼ੇਖੂਪੁਰੇ ਨੂੰ ਜਾ ਰਹੇ ਸੀ, ਨਨਕਾਣਾ ਸਾਹਿਬ ਜਾਣਾ ਸੀ ਤੇ ਸ਼ੇਖੂਪੁਰੇ ਦੇ ਨੇੜੇ ਪਹੁੰਚੇ ਤੇ ਕੁਦਸੀ ਨੇ ਇੱਕ ਸ਼ੇਰ ਸੁਣਾਇਆ ਜਿਹੜਾ ਮੈਂ ਸਮਝਦਾ ਕਿ ਬਹੁਤ ਮੁੱਲਵਾਨ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿਉਂਕਿ ਸ਼ਾਇਦ ਤੁਹਾਨੂੰ ਪਹਿਲਾਂ ਹੀ ਪਤਾ ਹੋਵੇ ਪਰ ਮੈਂ ਦੱਸਣਾ ਚਾਹਾਂਗਾ। ਜੀ ਜੀ ਜੀ। ਉਹ ਕਹਿੰਦਾ ਯਾਰ ਮੈਨੂੰ ਇਹ ਸ਼ੇਰ ਸ਼ਾਇਰ ਦਾ ਤਾਂ ਪਤਾ ਨਹੀਂ ਪਰ ਗੱਲ ਬੜੀ ਮਹਿੰਗੀ ਹੈ। ਮੈਂ ਕਿਹਾ ਸੁਣਾ। ਉਹ ਕਹਿੰਦਾ ਕਿ तेरी कहानी मेरी कहानी से मुख्तलिफ है। बहुत अच्छा। तेरी कहानी मेरी कहानी से मुख्तलिफ है, मुख्तलिफ है जैसे आंख का पानी पानी से मुख्तलिफ है। बहुत अच्छे। ਸਾਡੀਆਂ ਅੱਖਾਂ 'ਚ ਮਿੱਤਰਾ ਅਥਰੂ ਨੇ, ਇਹ ਪਾਤਰ ਸਾਹਿਬ ਦੇ ਕਹਿਣ ਨੂੰ ਟੈਸਟ ਟਿਊਬ 'ਚ ਪਾ ਕੇ ਨਹੀਂ ਪਰਖੇ ਜਾ ਸਕਦੇ ਕਿ ਰਾਤੀ ਕਿਹੜੀ ਮਹਿਬੂਬ ਨੂੰ ਰੋਏ ਸਾਂ। ਬਹੁਤ ਅੱਛੇ, ਬਹੁਤ ਅੱਛੇ। ਮੇਰੀ ਵਿਰਾਸਤ ਦੇ ਵਿੱਚ ਸਭ ਤੋਂ ਵੱਡਾ ਸਤਿਗੁਰੂ ਨਾਨਕ ਹੈ ਮੇਰੀ ਵਿਰਾਸਤ 'ਚ। ਉਦੋਂ ਪਹਿਲਾਂ ਬਾਬਾ ਫਰੀਦ ਹੈ। ਬਾਬਾ ਫਰੀਦ ਤੋਂ ਤੁਰਦਿਆਂ ਤੁਰਦਿਆਂ ਮੇਰੇ 'ਚ ਵਾਰਸ ਵੀ ਹੈ, ਬੁੱਲਾ ਵੀ ਹੈ, ਸ਼ਾਹ ਹੁਸੈਨ ਵੀ ਹੈ, ਕਾਦਰ ਯਾਰ ਵੀ ਹੈ, ਸ਼ਾਹ ਮੁਹੰਮਦ ਵੀ ਹੈ, ਤੇ ਅੱਗੇ ਤੁਰਦਿਆਂ ਤੁਰਦਿਆਂ ਮੇਰੇ ਵਿੱਚ ਜਿਹੜਾ ਆਉਂਦਾ ਤੇ ਬੋਲਦਾ ਉਹ ਸਿੱਧਮ ਸਿੱਧਾ ਮੋਹਨ ਸਿੰਘ ਬੋਲਦਾ। ਮੋਹਨ ਸਿੰਘ ਬੋਲਦਾ ਤੇ ਮੋਹਨ ਸਿੰਘ ਤੋਂ ਬਾਅਦ ਤੁਰਦਿਆਂ 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 ਮੇਰੇ 'ਚ ਕਦੇ ਜਗਤਾਰ ਬੋਲਦਾ, ਕਦੇ ਮੀਸ਼ਾ ਬੋਲਦਾ, ਕਦੇ ਹੁੰਦਲ ਬੋਲਦਾ, ਹਰਭਜਨ ਹੁੰਦਲ ਬੋਲਦਾ, ਬਹੁਤ ਅੱਛਾ, ਕਦੇ ਕਸ਼ਮੀਰ ਕਾਦਰ ਬੋਲਦਾ, ਕਦੇ ਸੰਤਰਾ ਉਦਾਸੀ ਬੋਲਦਾ। ਮੇਰੇ 'ਚ ਧਰਤੀ ਬੋਲਦੀ ਹੈ, ਮਰਿਆਦਾ ਬੋਲਦੀ ਹੈ। ਇਤਿਹਾਸ ਵਿੱਚੋਂ ਮੇਰੇ ਵਿੱਚੋਂ ਗਦਰ ਲਹਿਰ ਦੇ ਸੂਰਮੇ ਬੋਲਦੇ ਨੇ, ਜਿਨ੍ਹਾਂ ਨੂੰ ਅੱਜ ਅਸੀਂ ਦਸਤਾਰਾਂ ਬੰਨ੍ਹ ਕੇ ਕਦੇ ਸਿੱਖ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ, ਤਰਲੇ ਮਾਰਦੇ ਹਾਂ, ਕਦੇ ਉਹਨਾਂ ਨੂੰ ਲੈਫਟਿਸਟ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ, ਗਰੀਬੀ ਦੂਰ ਕਰਦੇ ਹਾਂ ਆਪੋ ਆਪਣੀ ਕਿ ਉਹ ਨਾਇਕ ਸਾਡੇ ਚੋਂ ਸੀ। ਅਸਲ 'ਚ ਮਿੱਤਰਾ ਗਦਰੀ ਬਾਬੇ ਬਾਬੇ ਸੀ, ਬਹੁਤ ਅੱਛੇ। ਤੇ ਬਾਬਿਆਂ ਦੀ ਅੱਖ ਦੇ ਵਿੱਚ ਅਥਰੂ ਹੁੰਦਾ ਜਿਹਦਾ ਵਿਸ਼ਲੇਸ਼ਣ ਕਰਨਾ ਇਹਨਾਂ ਸੌਖਾ ਨਹੀਂ ਹੈ। ਤੁਸੀਂ ਸੋਚੋ ਜਰਾ, ਬਾਬਾ ਸੋਹਣ ਸਿੰਘ ਭਕਨਾ ਦੀ ਬੈਕਗਰਾਉਂਡ ਨਾਮਧਾਰੀ ਪਰਿਵਾਰ ਦੀ, ਬਾਬਾ ਕੇਸਰ ਦੀ ਸੰਗਤ ਨਾਲ ਵਿਗੜਿਆ ਹੋਇਆ ਮੁੰਡਾ ਸੁਧਰਿਆ, ਪ੍ਰਦੇਸ਼ ਗਿਆ। ਪ੍ਰਦੇਸ਼ 'ਚ ਕੌਣ ਟੱਕਰਦੇ ਨੇ? ਬਾਬਾ ਜਵਾਲਾ ਸਿੰਘ ਟੱਕਰਦਾ, ਜਿਹੜਾ ਪੋਟੈਟੋ ਕਿੰਗ ਹੈ ਉੱਥੇ। ਬਾਬਾ ਵਿਸਾਖਾ ਸਿੰਘ ਟੱਕਰਦਾ, ਜਿਹੜਾ ਉਹਦਾ ਪਾਰਟਨਰ ਹੈ। ਉਹੀ ਬਾਬਾ ਵਿਸਾਖਾ ਸਿੰਘ ਜਿਹੜਾ ਗਦਰ ਲਹਿਰ ਦੇ ਸੂਰਮਿਆਂ ਦੇ ਵਿੱਚੋਂ ਉਸਾਰ ਦੇ ਵਿੱਚ ਬੜਾ ਵੱਡਾ ਹਿੱਸਾ ਪਾਉਂਦਾ, ਉਹੀ ਬਾਬਾ ਵਿਸਾਖਾ ਸਿੰਘ ਬਾਅਦ ਆ ਕੇ ਅਕਾਲ ਤਖਤ ਦਾ ਜਥੇਦਾਰ ਬਣਦਾ। ਸੰਤ ਵਿਸਾਖਾ ਸਿੰਘ ਦੇ ਦੇਰ ਦੇ ਨਾਲ ਪੂਰੇ ਮਾਝੇ ਦੇ ਵਿੱਚ ਉਸ ਦੀ ਧਾਕ ਜੰਮਦੀ ਹੈ, ਔਰ ਦੇਸ਼ ਭਗਤੀ ਯਾਦਗਾਰ ਹਾਲ ਤੋਂ ਪਹਿਲਾਂ ਜਿਹੜਾ ਦੇਸ਼ ਭਗਤੀ ਪਰਿਵਾਰ ਸਹਾਇਤਾ ਫੰਡ ਸੀ ਉਹਦਾ ਉਹ ਆਗੂ ਬਣਦਾ। ਬਿਲਕੁਲ। ਦੇਖੋ ਨਾ, ਅਸੀਂ ਸੁੰਗੜਦੇ ਅੱਜ ਇੱਥੋਂ ਤੱਕ ਪਹੁੰਚ ਗਏ ਆ ਕਿ ਮੈਨੂੰ ਕਈ ਵਾਰ ਲੱਗਦਾ ਹੁੰਦਾ ਸਾਡੀ ਹਸਤੀ ਉਹਨਾਂ ਕਾਕਰੋਚਾਂ ਵਰਗੀ ਹੈ ਜਿਹੜੀ ਵੱਡਿਆਂ ਦੇ ਬੂਟਾਂ 'ਚ ਤੁਰੇ ਫਿਰਦੇ ਆ। ਕਿੱਡੇ ਕਿੱਡੇ ਸਿਰ ਸੀ ਸਾਡੇ ਵੱਡਿਆਂ ਪੁਰਖਿਆਂ ਦੇ ਯਾਰ। ਗਦਰ ਲਹਿਰ ਦੇ ਸੂਰਮਿਆਂ ਦੇ ਵਿੱਚੋਂ ਮੈਂ ਕਹਿੰਦਾ ਤੁਸੀਂ ਇਕੱਲਾ ਇੱਕ ਬਾਲਾ ਜਰਨੈਲ ਸਰਾਭਾ ਹੀ ਲੈ ਲਓ, ਜਿਹਦੀ ਅਗਲੇ ਦਿਨਾਂ ਦੇ ਵਿੱਚ ਬਰਸੀ ਆਉਣ ਵਾਲੀ ਹੈ 16 ਨਵੰਬਰ ਨੂੰ। 1915 ਸ਼ਹੀਦ ਹੋਇਆ। ਮੈਂ ਕਹਿੰਦਾ ਸ਼ਹੀਦਾਂ ਦੀ ਲਾੜਿਆਂ ਦੀ ਬਰਾਤ ਹੈ, 7 ਬੰਦੇ ਇੱਕ ਦਿਨ ਫਾਂਸੀ ਲੱਗੇ ਨੇ, ਤੇ ਅਸੀਂ ਏਡੇ ਨਿੱਕੇ ਹੋ ਗਏ ਆ ਕਿ ਇਕੱਲੇ ਸਰਾਭਾ ਜੀ ਨੂੰ ਯਾਦ ਕਰਦੇ ਆ, ਬਾਕੀ ਸ਼ਹੀਦਾਂ ਦਾ ਨਾਂ ਤੱਕ ਨਹੀਂ ਲੈਂਦੇ। ਇਹ ਚੇਤਾ ਹੀ ਨਹੀਂ। ਇੱਕ ਪਿੰਡ ਗਿੱਲਵਾਲੀ ਦੇ ਵਿੱਚੋਂ, ਗਿੱਲਵਾਲੀ ਇਕੱਲੇ ਪਿੰਡ ਦੇ ਵਿੱਚੋਂ 3 ਸ਼ਹੀਦ ਨੇ ਬਾਬੇ ਉਹਦੇ ਨਾਲ ਸਰਾਭੇ ਨਾਲ ਫਾਂਸੀ ਲੱਗਣ ਵਾਲੇ। ਭਾਈ ਬਖਸ਼ੀਸ਼ ਸਿੰਘ, ਭਾਈ ਸਰੈਣ ਸਿੰਘ ਛੋਟਾ, ਭਾਈ ਸਰੈਣ ਸਿੰਘ ਵੱਡਾ। ਫਿਰ ਚਲੇ ਜਾਓ ਬਰਿਆਮ ਸੰਧੂ ਦੇ ਪਿੰਡ ਸੁਰ ਸਿੰਘ, ਜਗਤ ਸਿੰਘ। ਫਿਰ ਚਲੇ ਜਾਓ ਤੁਸੀਂ ਪੂਨੇ, ਵਿਸ਼ਨੂੰ ਗਣੇਸ਼ ਪਿੰਗਲੇ,
ਫਿਰ ਚਲੇ ਜਾਓ ਸਿਆਲਕੋਟ ਦੇ ਵਿੱਚ, ਭੱਟੀ ਗੁਰਾਇਆ ਪਿੰਡ ਦੇ ਵਿੱਚ ਭਾਈ ਹਰਨਾਮ ਸਿੰਘ ਸਿਆਲਕੋਟੀ, 7 ਲਾੜੇ ਤੁਰੇ ਜਾਂਦੇ ਫਾਂਸੀ ਦੇ ਤਖਤੇ ਵੱਲ ਨੂੰ। ਦੇਖੋ ਤੁਸੀਂ ਜਰਾ ਅੰਤਰ ਧਿਆਨ ਤੋਂ ਹੋਵੋ, ਤੇ ਤੁਸੀਂ ਇੰਨੇ ਨਖਿੱਧ ਹੋ ਗਏ ਕਿ ਤੁਹਾਡੇ ਕੋਲ ਸਾਂਝਾ ਪੋਸਟਰ ਵੀ ਕੋਈ ਨਹੀਂ। ਉਹ ਮੇਰੀ ਵਿਰਾਸਤ 'ਚ ਹੈ, ਇਸ ਕਰਕੇ ਮੈਨੂੰ ਲਕੀਰੋਂ ਫਿਰ ਉਦੋਂ ਬਾਅਦ ਜਦੋਂ ਅੱਗੇ ਜਾਣਾ, ਮੈਂ ਅੱਗੇ ਜਾਣਾ ਤਾਂ ਮੈਨੂੰ ਬੱਬਰ ਅਕਾਲੀ ਚੇਤੇ ਆ ਜਾਂਦੇ ਨੇ। ਬੱਬਰ ਅਕਾਲੀਆਂ ਨੂੰ ਪੜ੍ਹਦਿਆਂ ਜਦੋਂ ਮੈਂ ਅੱਗੇ ਜਾਣਾ ਤਾਂ ਮੈਨੂੰ ਯੁਵਕ ਕੇਂਦਰ ਲਹਿਰ ਚੇਤੇ ਆ ਜਾਂਦੀ, ਜਿਹਦੇ ਵਿੱਚ ਹਰ ਦੇਸ਼ ਭਗਤ ਸੂਰਮੇ ਦੀ ਗਾਥਾ ਦੱਸੀ ਜਾਂਦੀ ਸੀ। ਉਦੋਂ ਅੱਗੇ ਜਾਣਾ ਤਾਂ ਮੈਨੂੰ ਉਹ ਲੋਕ ਟੱਕਰਦੇ ਨੇ ਜ਼ਿੰਦਗੀ ਦੇ ਸ਼ਾਹਸਵਾਰ, ਜਿਹੜੇ ਲੈਫਟਿਸਟ ਸੋਚ ਦੇ ਬਾਵਜੂਦ ਸਕੂਲਾਂ ਦੇ ਵਿੱਚ ਆਪ ਕਰਾਹ ਫੇਰਦੇ ਨੇ, ਗਰਾਊਂਡਾਂ ਪੱਧਰੀਆਂ ਕਰਦੇ ਨੇ, ਮਾਸਟਰ ਕਬੀਰ ਸਿੰਘ ਵਰਗੇ। ਜਦੋਂ ਮੈਂ ਹੋਰ ਅੱਗੇ ਆਉਣਾ ਤਾਂ ਅਕੈਡਮਿਸ਼ਨ ਮਿਲਦੇ ਡਾਕਟਰ SP ਸਿੰਘ ਵਰਗੇ। ਮੈਨੂੰ ਇੰਨਾ ਕੁਛ ਮਿਕਸ ਮਿਲਿਆ। ਸਾਹਿਬ ਬਰਜਿੰਦਰ ਸਿੰਘ ਹਮਦਰਦ ਵਰਗਿਆਂ ਦੇ ਚਰਨਾਂ 'ਚ ਬਹਿ ਕੇ ਜੋ ਕੁਛ ਮੈਂ ਗੇਨ ਕੀਤਾ, ਉਹ ਬਹੁਤ ਥੋੜੇ ਲੋਕਾਂ ਨੇ ਗੇਨ ਕੀਤਾ। ਦਾਅਵੇਦਾਰ ਤਾਂ ਹੋਰ ਵੀ ਹੋਣਗੇ, ਪਰ ਮੈਨੂੰ ਪਤਾ ਵੀ ਜਿੰਨਾ ਮੈਂ ਉਹਨਾਂ ਦੀ ਝਿੜਕਾਂ 'ਚ ਖੱਟਿਆ, ਉਹਨਾਂ ਕਿਸੇ ਨੇ ਵੀ ਨਹੀਂ ਖੱਟਿਆ, ਕਿਉਂਕਿ ਮੇਰਾ ਕੋਈ ਖਾਸ ਇੱਕ ਫਰੇਮ ਨਹੀਂ ਰਿਹਾ। ਮੈਂ ਪੰਜਾਲੀ ਵਾਲਾ ਬੌਲਦ ਕਦੇ ਨਹੀਂ ਰਿਹਾ। ਔਰ ਮੈਂ ਮਹਿਸੂਸ ਇਹ ਕਰਦਾ ਕਿ ਜਿਸ ਕਿਸਮ ਦੀ ਵਿਚਾਰਧਾਰਾ ਤੇ ਸੋਚਧਾਰਾ ਮੈਨੂੰ ਨਸੀਬ ਹੋਈ ਹੈ, ਉਹ 'ਚ ਕਿਣਕਾ ਮਾਤਰ ਮਾਰਕਸਿਜ਼ਮ ਦਾ ਵੀ ਹੈ, ਕਿਣਕਾ ਮਾਤਰ ਉਦਾਰ ਸੋਚ ਦਾ ਵੀ ਹੈ, ਕਿਣਕਾ ਮਾਤਰ ਦੇਸ਼ ਭਗਤ ਪਰਿਵਾਰਾਂ ਵੱਲੋਂ ਮਿਲੀਆਂ ਉਹਨਾਂ ਸਾਂਝਾਂ ਦਾ ਵੀ ਹੈ, ਜਿਨ੍ਹਾਂ ਦੇ ਚਰਨ ਬੰਦਨਾ ਕਰਕੇ ਮਾਤਾ ਵਿਦਿਆਵਤੀ ਜੀ ਦੇ ਚਰਨਾਂ 'ਚ ਬਹਿਣਾ ਮੇਰਾ ਸੁਭਾਗ ਹੈ। 4-5 ਸਾਲ ਲਗਾਤਾਰ ਉਹਨਾਂ ਦੇ ਚਰਨਾਂ 'ਚ ਬੈਠਾ ਮੈਂ। ਇਸ ਕਰਕੇ ਆਪਣੇ ਪੁਰਖਿਆਂ ਦਾ, ਖਾਸ ਕਰਕੇ ਮੇਰੇ ਵੱਡੇ ਵੀਰ ਪ੍ਰਿੰਸੀਪਲ ਜਸਵੰਤ ਸਿੰਘ ਗਿੱਲ ਔਰ ਪ੍ਰੋਫੈਸਰ ਸੁਖਵੰਤ ਸਿੰਘ ਗਿੱਲ, ਮੇਰੀ ਵੱਡੀ ਭੈਣ ਮਨਜੀਤ, ਔਰ ਮੇਰੇ ਕਜ਼ਨਸ ਚੋਂ ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ ਹੋਣ ਜਾਂ ਭਾਜੀ ਮਲਵਿੰਦਰਜੀਤ ਸਿੰਘ ਵੜੈਚ ਹੋਣ, ਜਿਨ੍ਹਾਂ ਨੇ ਗਦਰ ਮੂਵਮੈਂਟ ਸਾਰੀ ਡਾਕੂਮੈਂਟ ਕੀਤੀ ਹੈ, ਇਹ ਸਾਰਿਆਂ ਲੋਕਾਂ ਦਾ ਜਿਹੜਾ ਮੇਰੇ ਤੇ ਅਸਰ ਸੀ, ਇਹ ਸੀ ਕਿ ਪਟੇ ਵਾਲਾ ਜਾਨਵਰ ਨਹੀਂ ਬਣਨਾ। ਮਤਲਬ ਤੁਸੀਂ ਪਹਾੜੇ ਤੇ ਨਹੀਂ ਮਿਲਣਾ। ਸਾਡੇ ਪਿੰਡਾਂ 'ਚ ਮਾਝੇ 'ਚ ਨਾ ਪਹਾੜਾ ਪਾਉਣਾ ਕਹਿੰਦੇ ਨੇ, ਜਿਹੜਾ ਆਟਾ ਧੂੜਦੇ ਆ ਉਹਦੇ ਉੱਤੇ, ਪੱਠਿਆਂ ਦੇ ਉੱਤੇ, ਤੇ ਕਈ ਸਾਡੀਆਂ ਲਵੇਰੀਆਂ ਹੁੰਦੀਆਂ ਸੀ, ਉਹ ਪਹਾੜੇ ਤੇ ਹੀ ਮਿਲਦੀਆਂ ਸੀ। ਤੁਸੀਂ ਇੰਨੀ ਗੱਲ ਸਾਡੇ ਅੰਦਰ ਹੁਣ ਤੁਹਾਡੇ ਜੰਡਿਆਲੇ ਪਿੰਡ ਦੀ ਮੈਂ ਗੱਲ ਕਰਦਾ ਜੀ, ਬਚਪਨ ਤੋਂ ਅਸੀਂ ਲੋਕ ਉੱਥੇ ਜਾਂਦੇ ਆਉਂਦੇ ਰਹੇ ਆ। ਉੱਥੇ ਥੜੇ ਪਾਰਟੀਆਂ ਦੇ ਨਿਜ਼ਾਮ ਦੇ ਵਿੱਚ ਬੱਝੇ ਹੋਏ ਲੋਕ ਜਿਹੜੇ ਸੀ, ਉਹ ਕਿੰਨੀ ਵੱਡੀ ਵਿਜ਼ਨ ਦੇ ਮਾਲਕ ਹੁੰਦੇ ਸੀ, ਪਰ ਇਹਦੇ ਬਾਵਜੂਦ ਉਹ ਆਪਣਾ ਫਰੇਮ ਨਹੀਂ ਸੀ ਤੋੜਦੇ। ਉਹ ਟਨਲ ਵਿਊ ਚੋਂ ਨਹੀਂ ਨਿਕਲਦੇ, ਉਹ ਟਾਂਗੇ ਵਾਲੇ ਘੋੜੇ ਬਣ ਜਾਂਦੇ ਆ। ਤੇ ਟਾਂਗੇ ਵਾਲਾ ਘੋੜਾ ਜਿਹੜਾ, ਉਹਦੀ ਆਦਤ ਹੀ ਹੋ ਜਾਂਦੀ ਹੈ ਕਿ ਭਾਵੇਂ ਉਹਦੇ ਖੋਪੇ ਲਾਹ ਵੀ ਦਿਓ ਪਾਸਿਆਂ ਵਾਲੇ, ਤਾਂ ਵੀ ਉਹਨੇ ਸਿੱਧਾ ਹੀ ਵੇਖਣਾ। ਸੋ ਮੈਨੂੰ ਲੱਗਦਾ ਕਿ ਮੈਂ ਟਾਂਗੇ ਵਾਲਾ ਘੋੜਾ ਨਹੀਂ ਬਣ ਸਕਿਆ। ਮੈਂ ਰੇਸ ਕੋਰਸ ਦਾ ਘੋੜਾ ਵੀ ਨਹੀਂ ਬਣ ਸਕਿਆ ਕਿ ਮੇਰੇ ਤੇ ਸ਼ਰਤਾਂ ਲਾ ਸਕੇ ਕੋਈ, ਪਰ ਮੈਂ ਘੋੜਾ ਜ਼ਰੂਰ ਹਾਂ। ਤੁਹਾਡੀ ਸ਼ਾਇਰੀ ਜਿਹੜੀ ਆ ਉਹ ਇਸ ਗੱਲ ਦੀ ਗਵਾਹ ਆ ਵੀ ਤੁਹਾਡੀਆਂ ਗੱਲਾਂ ਇਸੇ ਤਰ੍ਹਾਂ ਦੀਆਂ ਹੋ ਸਕਦੀਆਂ ਸੀ, ਔਰ ਇਹਨਾਂ ਗੱਲਾਂ ਦਾ ਹੀ ਰੂਪਾਂਤਰਣ ਹੈ ਤੁਹਾਡੀ ਸ਼ਾਇਰੀ, ਔਰ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਆ। ਔਰ ਮੈਂ ਇਸੇ ਸਵਾਲ ਨੂੰ ਥੋੜਾ ਜਿਹਾ ਹੋਰ ਵਿਸਥਾਰ ਵੀ ਚਾਹੁੰਦਾ ਆ ਕਿ ਜਿਸ ਪਰੰਪਰਾ ਦੀ, ਅਮੀਰ ਪਰੰਪਰਾ ਦੀ, ਪੰਜਾਬੀ ਅਮੀਰ ਪਰੰਪਰਾ ਦੀ ਤੁਸੀਂ ਗੱਲ ਕੀਤੀ, ਵੀ ਇੱਥੇ ਨਾਇਕ ਜਿਹੜੇ ਆ ਉਹ ਅਸਲ 'ਚ ਲੋਕ ਨਾਇਕ ਹੈ, ਜਿਨ੍ਹਾਂ ਨੇ ਲੋਕਾਂ ਤੱਕ ਆਪਣੇ ਆਪ ਨੂੰ ਪਹੁੰਚਾਇਆ, ਜਾਂ ਜਿਹੜੇ ਲੋਕਾਂ ਤੱਕ ਪਹੁੰਚੇ, ਔਰ ਲੋਕਾਂ ਦੀ ਜ਼ੁਬਾਨ ਤੇ ਅੱਜ ਜਿਹੜਾ ਆ ਉਹ ਸਾਰੇ ਲੋਕਾਂ ਦੀ ਜ਼ੁਬਾਨ ਤੇ ਅੰਦਰ ਉਤਰੇ ਹੋਏ ਨਾਇਕ ਹੈ ਇਹ। ਔਰ ਇਹ ਕਲਚਰ ਲੈ ਕੇ ਅਸੀਂ ਵੱਡੇ ਹੋਏ ਹਾਂ, ਔਰ ਇਸ ਤਰ੍ਹਾਂ ਦੇ ਨਾਇਕਾਂ ਨੂੰ ਅਸੀਂ ਜਿਹੜਾ ਧਿਆਇਆ ਆ, ਪੂਜਿਆ ਆ, ਇਹਨਾਂ ਨੂੰ ਅੰਦਰ ਵਸਾਇਆ ਹੋਇਆ। ਪਰ ਮੈਂ ਇਹ ਮਾਨਤਾ ਦੇ 2 ਰੂਪ ਦੇਖਦਾ ਆ। ਇੱਕ ਇਹ ਲੋਕ ਮਾਨਤਾ ਦਾ ਰੂਪ ਹੈ ਜਿਹੜਾ ਸਾਡੇ ਨਾਇਕਾਂ ਦੀ ਪਰੰਪਰਾ ਚੋਂ ਆਇਆ। ਦੂਸਰਾ ਇੱਕ ਮਾਨਤਾ ਦਾ ਰੂਪ ਹੈ ਸਰਕਾਰੀ ਦਰਬਾਰੇ, ਜਿਹੜਾ ਆ ਉਹ ਤੁਹਾਡੀ ਜਿਹੜੀ ਆ ਤੁਹਾਡੇ ਤੇ ਮੋਹਰ ਲੱਗੀ ਹੋਣੀ ਚਾਹੀਦੀ ਆ। ਤੁਸੀਂ ਸਿੱਕੇਬੰਦ ਸਰਕਾਰੀ ਮਾਨਤਾ ਪ੍ਰਾਪਤ ਜਿਹੜੇ ਆ ਉਹ ਸ਼ਾਇਰ ਹੈਗੇ ਆ, ਸਾਹਿਤਕਾਰ ਹੈਗੇ ਆ, ਕਿ ਜਿਹੜਾ ਆ ਉਹ ਸਮਾਜ ਸੇਵੀ ਹੈਗੇ ਆ। ਇਹ ਮਾਨਤਾਵਾਂ ਦਾ ਜਿਹੜਾ ਸੱਤਾਧਾਰੀ ਡਿਸਕੋਰਸ ਹੁੰਦਾ ਆ ਤੇ ਮਾਨਤਾਵਾਂ ਦਾ ਲੋਕ ਡਿਸਕੋਰਸ ਹੁੰਦਾ, ਇਹਦੇ ਵਿੱਚ ਜਿਹੜਾ ਆ ਨਾ, ਤੁਹਾਡੇ ਬਾਰੇ ਤਾਂ ਕਲੀਅਰ ਹੈ ਵੀ ਜਿਹੜਾ ਆ ਉਹ ਸਾਰਾ ਪੰਜਾਬੀ ਜਗਤ ਜਾਣਦਾ ਆ ਵੀ ਤੁਸੀਂ ਕਦੇ ਵੀ ਇਸ ਤਰ੍ਹਾਂ ਦੀ ਮਾਨਤਾ ਵੱਲ ਨਾ ਕਦੇ ਮੂੰਹ ਕੀਤਾ, ਨਾ ਕਦੇ ਐਕਸੈਪਟ ਕੀਤੀ। ਔਰ ਮੈਂ ਪੁੱਛਣਾ ਇਹ ਚਾਹੁੰਦਾ ਵੀ ਇਹ ਲੋਕ ਮਾਨਤਾ ਤੇ ਸੱਤਾ ਦੀ ਜਿਹੜੀ ਆ ਉਹ ਨਜ਼ਰ 'ਚ ਮਾਨਤਾ ਦੀ ਵਿਡੰਬਨਾ ਜਿਹੜੀ ਆ ਉਹ ਪੰਜਾਬੀ ਦਾ ਦੁਖਾਂਤ ਆ ਜਾਂ ਸੁਖਾਂਤ ਹੈ, ਜਾਂ ਪੰਜਾਬੀ ਸਮਾਜ ਇਹਦੇ ਚੋਂ ਨਿਕਲ ਸਕੇਗਾ ਕਿ ਨਹੀਂ? ਇਹਦੇ ਬਾਰੇ ਕੀ ਕਹੋਗੇ? ਉਹ ਮੈਨੂੰ ਤੁਹਾਡੇ ਨਾ ਇੱਕੋ ਸਵਾਲ ਦੇ ਵਿੱਚ 3 ਸਵਾਲ ਸੀ ਜੀ। ਪਹਿਲਾ ਤਾਂ ਸਵਾਲ ਸੀ ਨਾਇਕਾਂ ਬਾਰੇ, ਲੋਕ ਨਾਇਕਾਂ ਬਾਰੇ। ਬਿਲਕੁਲ, ਲੋਕ ਨਾਇਕ ਤਾਂ ਸਾਡੇ ਉਧੜ ਜਾਂਦੇ ਨੇ, ਉਧਾਲੇ ਜਾਂਦੇ ਨੇ, ਲੋਕ ਲੈ ਜਾਂਦੇ ਨੇ, ਕਿਉਂਕਿ ਅਸੀਂ
ਤੁਸੀਂ ਦੋ ਲਫ਼ਜ਼ ਵਰਤੇ ਸੀ, ਪੂਜਦੇ ਆ, ਬਿਲਕੁਲ, ਆਰਾਧਨੇ ਆ, ਧਿਆਉਂਦੇ ਆ। ਇਹ ਤਿੰਨੇ ਲਫ਼ਜ਼ ਮੈਂ ਅੰਡਰਲਾਈਨ ਕਰ ਲਏ। ਠੀਕ ਹੈ ਇਹ ਸੱਚਮੁੱਚ ਹੈ ਕਿ ਅਸੀਂ ਉਹਨਾਂ ਦੀ ਆਰਾਧਨਾ ਕਰਦੇ ਆ, ਧਿਆਉਂਦੇ ਆ, ਉਹਨਾਂ ਨੂੰ ਪੂਜਦੇ ਆ। ਜੀ। ਤੇ ਸਭ ਤੋਂ ਵੱਡਾ ਵੈਰੀ ਜਿਹੜਾ ਨਾਇਕ ਦਾ, ਸਿਧਾਂਤ ਦਾ, ਵਿਚਾਰ ਦਾ, ਉਹ ਪੂਜਕ ਹੈ। ਕਿਉਂਕਿ ਪੂਜਕ ਕਦੇ ਪਹਿਰੇਦਾਰ ਨਹੀਂ ਹੁੰਦਾ। ਬਹੁਤ ਅੱਛਾ। ਆਰਾਧਨਾ ਕਰਨ ਵਾਲਾ ਭਗਤ ਜਿਹੜਾ ਹੁੰਦਾ ਉਹ ਖੋਜੀ ਕਾਫਰ ਨਹੀਂ ਹੁੰਦਾ। ਮੋਹਨ ਸਿੰਘ ਨੇ ਜਿਹਨੂੰ ਕਿਹਾ ਨਾ, ਉਹ ਖੋਜੀ ਕਾਫਰ ਨਹੀਂ ਹੁੰਦਾ। ਮੈਂ ਮਿਸਾਲਾਂ ਦੋ ਦੇਣੀਆਂ ਚਾਹਾਂਗਾ ਜੀ। ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਬੁੱਤ ਲੱਗਿਆ ਹੁੰਦਾ ਸੀ ਲੁਧਿਆਣੇ ਘੰਟਾ ਘਰ ਚੌਂਕ ਦੇ ਵਿੱਚ ਜੀ। ਸਰ ਮਨੋਹਰ ਸਿੰਘ ਗਿੱਲ ਜਦੋਂ ਪੰਜਾਬ ਦੇ ਵਿੱਚ ਆਏ ਪ੍ਰਿੰਸੀਪਲ ਸੈਕਟਰੀ ਬਣ ਕੇ ਪ੍ਰਕਾਸ਼ ਸਿੰਘ ਬਾਦਲ ਦੇ 1978 ਦੇ ਵਿੱਚ ਜੀ, ਤੇ ਉਹ ਕਿਉਂਕਿ ਲੁਧਿਆਣੇ ਪੜ੍ਹੇ ਸੀ, ਉਹਨਾਂ ਵੇਖਿਆ ਯਾਰ ਵੀ ਇੱਕ ਛੋਟਾ ਜਿਹਾ ਬੁੱਤ ਆ ਤੇ ਇਹਦੇ ਆਲੇ ਦੁਆਲੇ ਅਖਬਾਰਾਂ ਵਾਲੇ ਅਖਬਾਰਾਂ ਵੇਚੀ ਜਾਂਦੇ ਨੇ, ਦਾਤਲਾਂ ਵੇਚਣ ਵਾਲੇ ਦਾਤਲਾਂ ਵੇਚੀ ਜਾਂਦੇ ਨੇ, ਵੀ ਇਹ ਤਾਂ ਐਵੇਂ ਬੁੱਤੀ ਜਿਹੀ ਹੈ। ਬੁੱਤ ਕਾਹਦਾ, ਇਹ ਛੋਟਾ ਜਿਹਾ ਬੁੱਤ ਹੈ, ਇਹ ਸਰਾਭੇ ਦੇ ਮਤਲਬ ਹਾਣ ਦਾ ਨਹੀਂ ਹੈ। ਉਹਨਾਂ ਨੇ ਇੱਕ ਰਾਮ ਸੁਤਾਰ ਤੋਂ ਵੱਡਾ ਬੁੱਤ ਇਰੈਕਟ ਕਰਵਾਇਆ, ਬਣਵਾਇਆ ਜੀ, ਉਸ ਚੌਂਕ ਦੇ ਵਿੱਚ ਲਾ ਦਿੱਤਾ। ਉਸ ਚੌਂਕ 'ਚ ਲਾਏ ਬੁੱਤ ਨੂੰ ਜਦੋਂ ਕਾਰਪੋਰੇਸ਼ਨ ਨੇ, ਉਦੋਂ ਕਾਰਪੋਰੇਸ਼ਨ ਬਣ ਚੁੱਕੀ ਸੀ ਲੁਧਿਆਣੇ 'ਚ ਜੀ, ਉਹਨਾਂ ਨੇ ਪੁਰਾਣਾ ਬੁੱਤ, ਕੁਦਰਤੀ ਗੱਲ ਹੈ, ਚੁੱਕ ਕੇ, ਉਹਨਾਂ ਦੀ ਪ੍ਰਾਪਰਟੀ ਸੀ, ਉਹਨਾਂ ਚੁੱਕ ਕੇ ਸਟੋਰ 'ਚ ਰੱਖਣਾ ਸੀ, ਸਟੋਰ 'ਚ ਰੱਖ ਦਿੱਤਾ। ਸਰਦਾਰ ਜਗਦੇਵ ਸਿੰਘ ਜਸਵਾਲ ਨੂੰ ਪਤਾ ਲੱਗ ਗਿਆ, ਉਹਨਾਂ ਨੇ ਚੁਕਾ ਕੇ ਤੇ ਉਹ ਸਰਾਭੇ ਪਿੰਡ ਦੇ ਵਿੱਚ ਜਿੱਥੇ ਹੁਣ ਹਸਪਤਾਲ ਬਣਿਆ ਉਹਦੇ ਕੋਲ ਉਹ ਲਗਵਾ ਦਿੱਤਾ ਉੱਥੇ। ਜੀ। ਅਮਿੰਦਰ, ਤੂੰ ਯਕੀਨ ਕਰੇਗਾ ਕਿ ਹਰ ਵੀਰਵਾਰ ਨੂੰ ਸਰਾਭੇ ਦੇ ਬੁੱਤ ਤੇ ਅੱਜ ਕੱਲ ਚਿਰਾਗ ਬਲਦੇ ਨੇ। ਅੱਛਾ ਜੀ। ਤੇ ਲੋਕੀ ਦੁੱਧ ਪੁੱਤ ਮੰਗਦੇ ਨੇ। ਉੱਥੇ ਜਿਹਦੇ ਪੁੱਤ ਹੋ ਜਾਂਦਾ ਲੱਡੂ ਵੰਡ ਕੇ ਜਾਂਦਾ, ਗੁੜ ਵੰਡ ਕੇ ਜਾਂਦਾ। ਉਹ ਪਿੰਡ ਦੀ ਨੌਜਵਾਨ ਸਭਾ ਨੇ ਵੇਖਿਆ ਵੀ ਇਹ ਪੈਸੇ ਇੱਥੇ ਪਏ ਹੁੰਦੇ ਨੇ, ਕੋਈ ਅਮਲੀ ਸ਼ਰਾਬੀ ਲੈ ਜਾਂਦੇ ਚੱਕ ਕੇ। ਉਹਨਾਂ ਨੇ ਉੱਥੇ ਬੁਗਨੀ ਲਾਤੀ, ਗੋਲਕ ਲਾਤੀ ਜੀ। ਉਹ ਮੇਰੇ ਖਿਆਲ ਕੋਈ 1 2 ਲੱਖ ਰੁਪਈਆ ਉਹਦੀ ਗੋਲਕ ਦੀ ਕਮਾਈ ਸਾਲੋ ਸਾਲ ਉਹਨੂੰ ਇਕੱਠੀ ਹੋ ਜਾਂਦੀ ਹੈ। ਅੱਛਾ। ਤੇ ਜਿਹੜੇ ਸਰਾਭੇ ਨੇ ਗਦਰ ਗੂੰਜਾਂ ਲਿਖੀਆਂ, ਛਾਪੀਆਂ, ਵੰਡੀਆਂ, ਉਹ ਸਰਾਭਾ ਕਿੱਧਰ ਗਿਆ? ਨੰਬਰ 2, 2007 ਦੇ ਵਿੱਚ ਸ਼ਹੀਦ ਆਜ਼ਮ ਸਾਹਿਬ ਭਗਤ ਸਿੰਘ ਹੋਰਾਂ ਦੀ 100 ਸਾਲਾ ਜਨਮ ਸ਼ਤਾਬਦੀ ਸੀ ਜੀ। ਜਿਹੜਾ ਉਦਘਾਟਨੀ ਸਮਾਗਮ ਸੀ, ਉਹਦਾ ਚੇਅਰਮੈਨ ਸਰਦਾਰ ਸੁੰਦਰ ਸਿੰਘ ਮਜੀਠੀਆ ਦਾ ਪੜਪੋਤਾ ਸੀ। ਹਾਂਜੀ, ਹਾਂਜੀ। ਮਜੀਠੀਆ ਸਾਹਿਬ ਬਾਰੇ ਮੈਂ ਕੁਝ ਨਹੀਂ ਕਹਿਣਾ ਜੀ, ਇਤਿਹਾਸ ਜਾਣਦਾ। ਤੇ ਜਿਹੜਾ ਸਮਾਪਤੀ ਸਮਾਗਮ ਸੀ, ਉਹਦਾ ਚੇਅਰਮੈਨ ਸਰਦਾਰ ਦਿਲਬਾਗ ਸਿੰਘ ਦਿਆਲਦਾਰ ਦਾ ਪੋਤਾ ਸੀ। ਜਿਹੜੇ ਦਿਲਬਾਗ ਸਿੰਘ ਦਿਆਲਦਾਰ ਦੇ ਟੱਬਰ ਨੇ ਸ਼ਹੀਦ ਭਗਤ ਸਿੰਘ ਦੇ ਪੈਰਲਲ ਸੀ, ਦਿਲਬਾਗ ਸਿੰਘ ਦਾ ਟੱਬਰ। ਇਹਨਾਂ ਦੀਆਂ ਮੁਖਬਰੀਆਂ ਕਰ ਕਰਕੇ ਮੁਰੱਬੇ ਲਏ ਸੀ ਜੀ। ਤੇ ਫਿਰ ਤੁਸੀਂ ਕਿੱਥੇ ਗਏ ਵੀ ਪਹਿਰੇਦਾਰ ਹੱਕ ਸੱਚ ਇਨਸਾਫ ਦੇ? ਤੁਸੀਂ ਸਿਰਫ ਪੇਂਟਿੰਗ ਦੇ ਉੱਤੇ ਉਹਦੀ ਦਸਤਾਰ ਦਾ ਰੰਗ ਬਦਲਣ ਵਾਲੇ ਜੋਗੇ ਰਹਿ ਗਏ ਨਾ। ਬਿਲਕੁਲ। ਕਿ ਸ਼ਹੀਦ ਭਗਤ ਸਿੰਘ ਨੇ ਪੱਗ ਲਾਲ ਕਰ ਲਈ, ਪੇਂਟ ਪੋਸਟਰ ਛਾਪ ਲਿਆ, ਵੰਡ ਲਿਆ, ਤੇ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਉਹ ਨਾਇਕ ਦੀ ਸੋਚ ਵਿਚਾਰਧਾਰਾ ਨੂੰ ਸੰਭਾਲਣਾ ਕਿਹਨੇ ਸੀ? ਮੈਂ ਤਾਂ ਧੰਨਵਾਦ ਕਰਦਾ ਸਰਦਾਰ ਜਗਮੋਹਨ ਸਿੰਘ ਹੋਰਾਂ ਦਾ, ਜਿਹੜੇ ਰਿਸ਼ਤਿਓਂ ਭਾਵੇਂ ਉਹਨਾਂ ਦੇ ਖੂਨ ਪੱਖੋਂ ਭਾਣਜੇ ਨੇ, ਉਹਨਾਂ ਘੱਟੋ ਘੱਟ ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਤਾਂ ਸੰਪਾਦਿਤ ਕਰ ਦਿੱਤੀਆਂ, ਜਿਹਦਾ ਆਰੰਭ ਕਿਸੇ ਵੇਲੇ ਅਮਰਜੀਤ ਚੰਦਨ ਹੋਰਾਂ ਨੇ ਕੀਤਾ ਸੀ। ਉਹਨਾਂ ਨੇ ਸਭ ਤੋਂ ਪਹਿਲੀ ਵਾਰ ਸਰਦਾਰ ਗੁਰਸ਼ਰਨ ਸਿੰਘ ਹੋਰਾਂ ਦੀ ਹਿੰਮਤ ਸਦਕਾ ਸ਼ਹੀਦ ਭਗਤ ਸਿੰਘ ਦੀਆਂ ਚਿੱਠੀਆਂ ਐਡਿਟ ਕਰਕੇ ਕਿਤਾਬ ਛਾਪੀ, ਚਿੱਠੀਆਂ ਸ਼ਹੀਦ ਭਗਤ ਸਿੰਘ ਜੀ। ਉਹਦਾ ਵਿਸਥਾਰ ਹੋ ਕੇ ਬਾਅਦ ਚ ਲਿਖਤਾਂ ਸ਼ਹੀਦ ਭਗਤ ਸਿੰਘ ਹੋ ਗਿਆ, ਲਿਖਤਾਂ ਸ਼ਹੀਦ ਭਗਤ ਸਿੰਘ ਤੇ ਸਾਥੀ। ਉਹਦੇ ਵਿੱਚ ਸ਼ਹੀਦ ਸੁਖਦੇਵ ਦੀਆਂ ਚਿੱਠੀਆਂ ਵੀ ਨੇ, ਹੋਰ ਸਾਥੀਆਂ ਦੀਆਂ, ਵਰਮਾ ਦੀਆਂ ਵੀ ਨੇ, ਹੋਰਨਾਂ ਦੀਆਂ ਲਿਖਤਾਂ ਵੀ ਸ਼ਾਮਲ ਨੇ ਜੀ। ਕਹਿਣ ਦਾ ਭਾਵ ਇਹ ਆ ਕਿ ਜਿਹੜੀ ਪਹਿਰੇਦਾਰੀ ਸਾਡੀ ਕਰਨੀ ਬਣਦੀ ਸ਼ਬਦ ਸਾਧਕ ਦੀ, ਉਹ ਤਾਂ ਅਸੀਂ ਕਰਦੇ ਨਹੀਂ। ਤੇ ਨਾਇਕ ਨੂੰ ਪੂਜਣਾ ਤਾਂ ਕੋਈ ਅਕਲਮੰਦ ਨਹੀਂ ਨਾ। ਇੱਕ ਟਰੱਕ ਦੇ ਮਗਰ ਲਿਖ ਦਿਓ ਵੀ ਜਿਹੜੇ ਖੰਗੇ ਸੀ ਟੰਗੇ ਸੀ, ਲੱਗਦਾ ਫੇਰ ਆਉਣਾ ਪਊ, ਮੁੱਛ ਦੇ ਹੱਥ ਹੈ। ਪੇਂਟਰ ਜਿਹੜਾ ਹੈਗਾ ਉਹ ਪਿਸਤੌਲ ਵਾਲਾ ਭਗਤ ਸਿੰਘ ਤੁਹਾਨੂੰ ਵੇਚ ਰਿਹਾ, ਤੇ ਕਿਤਾਬ ਵਾਲਾ ਭਗਤ ਸਿੰਘ ਕਿੱਧਰ ਗਿਆ? ਇਹ ਕੰਮ ਮੈਂ ਤੇ ਅਮਿੰਦਰ ਤੁਸੀਂ ਲੋਕਾਂ ਨੇ ਕਰਨਾ ਸੀ, ਕਿਸੇ ਬਾਹਰੀ ਸ਼ਕਤੀ ਨੇ ਨਹੀਂ ਸੀ ਕਰਨਾ। ਮੈਂ ਤਾਂ ਧੰਨਵਾਦੀ ਆ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਹੋਰ ਜ਼ਬਾਨਾਂ 'ਚ, ਜਿਹੜਾ ਫਾਂਸੀ ਅੰਕਲ ਨਿਕਲਿਆ ਉਹਨਾਂ ਵਕਤਾਂ ਚਾਂਦ ਅਖਬਾਰ ਦਾ, ਉਹ ਅੱਜ ਵੀ ਇੱਕ ਕਿਤਾਬ ਨਾਲ ਵੱਧ ਮਟੀਰੀਅਲ ਹੈ ਉਹਦੇ 'ਚ। ਸ਼ਿਵ ਵਰਮਾ ਨੇ ਜੋ ਸੰਸਮ੍ਰਿਤੀਆਂ ਕਿਤਾਬ ਲਿਖੀ, ਜਿਸ 'ਚ ਸ਼ਹੀਦ ਸੂਰਮਿਆਂ ਦੀਆਂ ਜੀਵਨੀਆਂ ਨੇ, ਦਸਤਾਵੇਜ਼ੀ ਪ੍ਰਮਾਣੀਕਰਨ ਹੈ ਸਾਰਾ ਉਹ, ਉਹਨਾਂ ਵਕਤਾਂ ਦਾ ਜਦੋਂ ਫਾਂਸੀ ਲੱਗੇ। ਤੇ ਸਾਨੂੰ ਤਾਂ ਜਿਹੜਾ ਕਿ ਸੱਚ ਪੁੱਛਦਾ ਇਹ ਵੀ ਨਹੀਂ ਪਤਾ ਵੀ ਬਾਂਕੇ ਦਿਆਲ ਕੌਣ ਸੀ ਜਿਹਨੇ ਪਗੜੀ ਸੰਭਾਲੋ ਜੱਟਾ ਲਹਿਰ ਦਾ ਗੀਤ ਲਿਖਿਆ ਸੀ। ਇਹ ਵੀ ਨਹੀਂ ਚੇਤੇ ਕਿ ਮੇਲਾ ਰਾਮ ਤਾਇਰ ਜਿਹੜਾ ਬਟਾਲੇ ਦਾ ਸੀ, ਕਿਸੇ ਹੋਰ ਥਾਂ ਦਾ ਸੀ, ਕਿ ਹੈ ਬੰਦਾ ਕੌਣ ਸੀ।
ਸੋ ਇਹ ਪਹਿਰੇਦਾਰੀਆਂ ਜਦੋਂ ਵਕਤ ਦੇ ਵਿੱਚ ਅਸੀਂ ਨਹੀਂ ਕਰਦੇ ਤਾਂ ਤੁਹਾਡੇ ਨਾਇਕ ਵੀ ਉਧੜ ਜਾਂਦੇ ਨੇ, ਲੋਕ ਉਧਾੜ ਕੇ ਲੈ ਜਾਂਦੇ ਨੇ ਤੇ ਆਪਣੇ ਰੰਗ ਦਾ ਬਣਾ ਕੇ ਪੇਸ਼ ਕਰਦੇ ਨੇ ਫਿਰ ਉਸ ਨੂੰ। ਅੱਜ ਵੱਧ ਪਹਿਰੇਦਾਰੀ ਦੀ ਲੋੜ ਹੈ ਸ਼ਬਦ ਸਾਧਕ ਨੂੰ ਖਾਸ ਕਰਕੇ। ਉਹਨਾਂ ਨੂੰ ਉਧਾੜ ਕੇ ਜਿਹੜਾ ਹੈਗਾ, ਜਿਵੇਂ ਤੁਸੀਂ ਨਾਇਕਾਂ ਨੂੰ ਉਧਾੜ ਕੇ ਲੈ ਜਾਂਦੇ ਆ, ਉਹ ਸੱਤਾਧਾਰੀ ਜਮਾਤ ਲੈ ਜਾਂਦੀ ਹੈ, ਕਾਮ ਲੋਕ ਲੈ ਜਾਂਦੇ ਆ? ਨਹੀਂ, ਆਮ ਲੋਕਾਂ ਦੇ ਪੱਲੇ ਹੀ ਕੱਖ ਨਹੀਂ। ਆਮ ਲੋਕ ਤਾਂ ਆਰਗੇਨਾਈਜ਼ਡ ਨਹੀਂ ਹੈਗੇ। ਅੱਜ ਕਿਸਾਨੀ ਦੇ ਮਸਲੇ ਨੇ, ਅੱਜ ਹੀ ਮੀਟਿੰਗ ਹੋ ਰਹੀ ਹੈ 31 ਜਥੇਬੰਦੀਆਂ ਦੀ। ਯਾਰ ਦੁਸ਼ਮਣ ਇੱਕ ਹੈ, ਤੁਸੀਂ 31 ਹੋ। ਮਿਸ਼ਨ ਤੁਹਾਡਾ ਇੱਕ ਹੈ, ਤੀਰ ਅੰਦਾਜ਼ੀ 31 ਪਾਸੇ ਕਰੀ ਜਾਂਦੇ ਹੋ। ਪ੍ਰੋਬਲਮ ਕੀ ਹੈ ਕਿ ਹੁਣ ਗੁਰੂ ਲਾਦੋਰੇ ਵਾਲਾ ਮਸਲਾ ਬਣਿਆ ਪਿਆ। ਕਾਮਨ ਮੈਨੂੰ ਇਹ ਨਹੀਂ ਪਤਾ ਲੱਗਦਾ ਕਿ ਇਹਨਾਂ 22 ਮੰਜੀਆਂ ਚੋਂ ਗੁਰੂ ਤੇਗ ਬਹਾਦਰ ਸਾਹਿਬ ਵਾਲੀ ਮੰਜੀ ਕਿਹੜੀ ਹੈ। ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਮੰਜੀ ਹੈ ਨਹੀਂ ਸੀ। ਇਹ 22 ਮੰਜੀਆਂ ਸੀ ਬਾਬੇ ਬਕਾਲੇ, ਉਹ ਤਾਂ ਬਾਹਰ ਨੱਠੀਆਂ ਸੀ ਮੱਥਾ ਟਿਕਾਉਣ ਵਾਲਿਆਂ ਦੀਆਂ। ਬਾਬਾ ਜੀ ਤੇ ਭੋਰੇ 'ਚ ਬੈਠੇ ਸੀ। ਅੱਜ ਵੀ ਸਾਡੇ ਵਾਸਤੇ ਮਸਲਾ ਇਹੀ ਹੈ ਕਿ ਕਿਹੜੇ ਸਿਧਾਂਤ ਨੂੰ ਆਪਣੀ ਮੁਕਤੀ ਦਾ ਆਧਾਰ ਮੰਨੀਏ। ਔਰ ਜੇ ਮੁਕਤੀ ਦਾਤਾ ਹੀ ਸਿਧਾਂਤ ਦੇ ਪਾਰਖੂ ਜਾਣੂ ਹੀ ਮੰਜੀਆਂ ਡਾਹੀ ਬੈਠੇ ਨੇ ਵੱਖਰੀਆਂ ਵੱਖਰੀਆਂ, ਤੇ ਇੱਕ ਦੂਸਰੇ ਦੇ ਨਾਲ ਇੱਕ ਥਾਲੀ 'ਚ ਰੋਟੀ ਖਾਣ ਨੂੰ ਵੀ ਤਿਆਰ ਨਹੀਂ, ਤੇ ਯਾਰ ਫਿਰ ਲੋਕ ਕਿਵੇਂ ਆਪਣੇ ਨਾਇਕ ਨੂੰ ਉਧਾੜ ਲੈਣਗੇ? ਲੋਕ ਤਾਂ ਹੱਥਲ ਹੋਏ ਬੈਠੇ ਨੇ। ਲੋਕ ਤਾਂ ਪੂਜਾ ਕਰ ਸਕਦੇ ਨੇ, ਆਰਾਧਨਾ ਕਰ ਸਕਦੇ ਨੇ, ਕਿਉਂਕਿ ਅਸੀਂ ਪੂਜਣ ਲਾਤੇ। ਤੁਸੀਂ ਸਿੱਖ ਨਾਇਕਾਂ ਦੀ ਗੱਲ ਕਰ ਲਓ, ਇਤਿਹਾਸ ਦੇ ਨਾਇਕਾਂ ਦੀ ਗੱਲ ਕਰ ਲਓ। ਭਾਈ ਤਾਰੂ ਸਿੰਘ ਦੇ ਪਿੰਡ ਨੂੰ ਜਾਂ ਉਸ ਥਾਂ ਨੂੰ ਜਿਹੜੀ ਸੜਕ ਹੈ ਉਹ ਕੱਲ ਪਰਸੋਂ ਬਣਨੀ ਸ਼ੁਰੂ ਹੋਈ ਹੈ। ਈਵਨ ਅਕਾਲੀ ਫੂਲਾ ਸਿੰਘ ਦੇ ਪਿੰਡ ਬਾਰੇ ਸੰਗਰੂਰ ਵਾਲੇ ਨਹੀਂ ਜਾਣਦੇ, ਜਦ ਕਿ ਬਿਲਕੁਲ ਹੀ ਮੂਨਕ ਦੇ ਨਾਲ ਪਿੰਡ ਹੈ। ਜਿਹੜੇ ਬੀਟੀ ਨੇ ਡਾਂਗਾ ਮਾਰ ਮਾਰ ਕੇ ਗੁਰੂ ਕੇ ਬਾਗ ਦੇ ਵਿੱਚ ਪਸਲੀਆਂ ਤੋੜੀਆਂ ਸਾਡੇ ਉਸ ਵਕਤ ਦੇ ਅਕਾਲੀ ਸਿੰਘਾਂ ਦੀਆਂ, ਉਸ ਬੀਟੀ ਨੂੰ ਸੰਗਰੂਰ ਜ਼ਿਲ੍ਹੇ ਦੇ ਪਿੰਡ ਚੱਠੇ ਸੇਖਵਾਂ 'ਚ ਕਿਹੜੇ ਕੁੰਡਾ ਸਿੰਘ ਗਾਜੀਆਣੇ ਨੇ ਮਾਰਿਆ ਸੀ, ਉਹਦੇ ਨੈਗੇਟਿਵ ਨੂੰ ਨਹੀਂ ਜਾਣਦੇ ਅਸੀਂ। ਐਸਪੀ ਬੀਟੀ ਜਿਹੜਾ ਸੀਗਾ, ਬੀਟੀ ਦੀਆਂ ਡਾਂਗਾਂ ਸਾਡੇ ਕੋਲੇ ਪ੍ਰਸੰਗ, ਢਾਡੀ ਪ੍ਰਸੰਗ ਵੀ ਨੇ, ਢੱਡਾਂ ਕੁੱਟੀ ਤੁਰੇ ਜਾਂਦੇ ਆ, ਗੱਲਾਂ ਕਰੀ ਜਾਂਦੇ ਆ। ਇਹ ਨਹੀਂ ਪਤਾ ਬੀਟੀ ਕੌਣ ਸੀ, ਇਹ ਨਹੀਂ ਪਤਾ ਮਾਰਿਆ ਕਿਵੇਂ ਗਿਆ, ਕਿੱਥੇ ਗਿਆ, ਕਿਵੇਂ ਗਿਆ। ਨਾਇਕ ਤਾਂ ਉਹ ਸਾਰਿਆਂ ਲੋਕਾਂ ਨੇ, ਉਹ ਸਿਰਜਕ ਦਾ ਕੰਮ ਹੈ। ਆ ਹੁਣ ਇਹਨੂੰ ਮੁਖਤਿਆਰ ਜ਼ਫਰ ਹੋਰਾਂ ਨੇ ਉੱਤੇ ਇੱਕ ਪ੍ਰਸੰਗ ਲਿਖਿਆ ਤੇ ਮੈਨੂੰ ਬਹੁਤ ਗੱਲਾਂ ਕਲੀਅਰ ਹੋਈਆਂ ਨੇ ਅੰਦਰ ਖਾਤੇ ਕਿ ਵਾਕਈ ਯਾਰ ਸਾਡੇ ਸੂਰਮੇ ਜਿਹੜੇ ਨੇ ਉਹ ਅੱਜ ਵੀ ਫੋਕ ਅੰਦਾਜ਼ 'ਚ ਵੀ ਜਿਉਂਦੇ ਨੇ, ਜਿਹੜੇ ਇਕੱਲਾ ਬਦਲਾ ਨਹੀਂ, ਉਹਨੂੰ ਜਚਾਉਂਦੇ ਨੇ ਕਿ ਤੂੰ ਆਹ ਗੁਨਾਹ ਕੀਤਾ ਸੀ, ਤੈਨੂੰ ਸਜ਼ਾ ਦੇ ਰਹੇ ਆ। ਇਹ ਸਿਰਜਕ ਦਾ ਧਰਮ ਹੈ ਕਿ ਉਹਨਾਂ ਸਾਰੀਆਂ ਲਹਿਰਾਂ ਨੂੰ ਬੈਰੋਮੀਟਰ, ਥਰਮਾਮੀਟਰ, ਹੋਰ ਕੀ ਸ਼ਾਇ ਨੇ ਲਿਖਤ ਹੈ। ਅੱਜ ਸਮਾਂ ਕਾਲ ਕਿੱਥੋਂ ਲੱਭਦੇ ਹਾਂ ਅਸੀਂ? ਅੱਜ ਜਦੋਂ ਜੰਗ ਨੰਬਰ ਸਿੰਘਾਂ ਦੇ ਫਿਰੰਗੀਆਂ ਪੜ੍ਹਦੇ ਆ ਤੇ ਆਪਾਂ ਜਾਣਦੇ ਆ ਨਾ ਕਿ ਮਜ਼ਹਰ ਅਲੀ ਤੇ ਮਾਖੇ ਖਾਂ ਹੋਏ ਸਿੱਧੇ, ਹਲੇ ਤਿੰਗ ਫਿਰੰਗੀ ਦੇ ਤੋੜ ਛੁੱਟੇ। ਸ਼ਾਹ ਮੁਹੰਮਦ ਸਿੰਘਾਂ ਨੇ ਗੋਰਿਆਂ ਦੇ ਨਾ ਦੇ ਮਾਖੇ ਖਾਂ ਸਿੰਘ ਨਾ ਮਜ਼ਹਰ ਖਾਂ ਸਿੰਘ ਹੈ। ਮਤਲਬ ਵਿੱਚ ਹਿੰਦ ਕਦੇ ਨਹੀਂ ਸੀ ਤੀਸਰੀ ਜ਼ਾਤ ਆਈ, ਉਹ ਤੀਸਰੀ ਜ਼ਾਤ ਤਾਂ ਹੁਣ ਸਾਡੇ ਅੰਦਰ ਵੜ ਗਈ ਆ ਕੇ। ਅਸੀਂ ਉਹਦੀ ਆਰਾਧਨਾ 'ਚ ਲੱਗੇ ਹੋਏ ਆ। ਜੇ ਪੰਜਾਬੀ ਕਵਿਤਾ ਦੀ ਆਪਾਂ ਹਾਂ, ਇਹ ਇਸੇ ਕਰਕੇ ਕਵਿਤਾ ਆਪਣੇ ਆਪ 'ਚ ਕੋਈ ਅੰਤਮ ਸੱਚ ਨਹੀਂ ਹੈ। ਕਵਿਤਾ ਤਾਂ ਮੇਰਾ ਐਕਸਪ੍ਰੈਸ਼ਨ ਹੈ, ਜੋ ਕੁਝ ਮੇਰੇ ਅੰਦਰ ਇਨਟੇਕ ਹੈ ਜੀ, ਜੋ ਮੇਰੀ ਟੈਂਕੀ 'ਚ ਉਹੀ ਟੁੱਟੀਆਂ 'ਚ ਆਉਣਾ। ਸਾਡੀ ਪ੍ਰੋਬਲਮ ਕੀ ਹੈ? ਜੇ ਆਪਾਂ ਪਿਛਲੀ ਜਿਹੜੀ ਆ ਉਹ ਸਦੀ ਦੀ ਗੱਲ ਕਰੀਏ, 20ਵੀਂ ਸਦੀ ਦੀ ਗੱਲ ਕਰੀਏ, ਤਾਂ ਉਦੋਂ ਰੋਮਾਂਸ, ਪ੍ਰਗਤੀ, ਪ੍ਰਯੋਗ ਦੀ ਗੱਲ ਜਿਹੜੀ ਆ ਉਹ ਮੁੱਖ ਤੌਰ ਤੇ ਹੁੰਦੀ ਸੀ। ਪਰੰਤੂ ਆਹ 2 ਦਹਾਕੇ ਜਿਹੜੇ ਆ ਲਗਭਗ 25 ਸਾਲਾਂ ਤੋਂ ਜਿਹੜਾ ਆ ਉਹ ਦਲਿਤ, ਨਾਰੀ ਤੇ ਪ੍ਰਵਾਸ ਦੀ ਗੱਲ ਹੋਣੀ ਸ਼ੁਰੂ ਹੋ ਗਈ ਹੈ। ਔਰ ਉਹ ਪ੍ਰਯੋਗ, ਪ੍ਰਗਤੀ, ਰੋਮਾਂਸ ਜਿਹੜਾ ਆ ਉਹ ਪਿੱਛੇ ਰਹਿ ਗਿਆ। ਔਰ ਇਹ 25 ਸਾਲਾਂ ਦਾ ਜਿਹੜਾ ਫਿਰ ਜਿਹੜੀਆਂ ਉਹ ਕੈਟਾਗਰੀ, ਕੋਟੀਜ਼ ਬਣ ਗਈਆਂ ਵੀ ਇਹ ਜਿਹੜਾ ਆ ਉਹ ਪ੍ਰਵਾਸੀ ਕਵਿਤਾ ਆ, ਇਹ ਨਾਰੀ ਕਵਿਤਾ ਆ, ਇਹ ਦਲਿਤ ਕਵਿਤਾ ਆ। ਵੀ ਲਿਟਰੇਚਰ ਕੀ ਜਿਹੜਾ ਆ ਇਸ ਤਰ੍ਹਾਂ ਦੇ ਟ੍ਰੈਂਡਸ ਵਿੱਚ, ਇਸ ਤਰ੍ਹਾਂ ਦੀਆਂ ਪਛਾਣਾਂ 'ਚ ਹੀ ਗੁਜ਼ਰਦਾ ਰਹੇਗਾ, ਜਾਂ ਲਿਟਰੇਚਰ ਜਿਹੜਾ ਜਾਂ ਪੰਜਾਬੀ ਕਵਿਤਾ ਜਿਹੜੀ ਆ ਉਹ ਆਪਣੇ ਆਪ, ਜਿਵੇਂ ਹਰਭਜਨ ਸਿੰਘ ਕਦੇ ਕਿਹਾ ਕਰਦਾ ਸੀ, ਕਵਿਤਾ ਕਵਿਤਾ ਹੋਵੇ ਜਿਹੜੀ ਸਮਾਜ ਨਾਲ ਨਾਤਾ ਰੱਖੇ
ਠੀਕ ਹੈ, ਬੇਸ਼ੱਕ ਉਹਨੂੰ ਆਪਾਂ ਰੂਪਵਾਦੀ ਕਹਿ ਕੇ ਰੱਦ ਵੀ ਕਰਦੇ ਰਹਿੰਦੇ ਆ। ਔਰ ਇਹ ਜਿਹੜੀਆਂ ਪਿਛਲੇ 25 ਕੁ ਸਾਲਾਂ 'ਚ ਪ੍ਰੋਮੀਨੈਂਟ ਜਿਹੜਾ ਆ ਉਹ ਰੰਗ ਢੰਗ ਸਾਹਮਣੇ ਆਏ ਆ ਨਾਰੀ ਦੇ, ਜਿਹੜੇ ਆ ਉਹ ਦਲਿਤ ਦੇ ਜਾਂ ਪ੍ਰਵਾਸ ਦੇ, ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ? ਇਸ ਦੌਰਾਨ ਤੁਸੀਂ ਵੀ ਲਿਖਿਆ ਆ ਔਰ ਤੁਸੀਂ ਵੀ ਜਿਹੜਾ ਫਿਰ ਸਮਾਨਾਂਤਰ ਕਵਿਤਾ ਲਿਖੀ ਆ, ਵੀ ਇਸ ਤਰ੍ਹਾਂ ਦੇ ਟ੍ਰੈਂਡਸ ਨਾਲ ਹੀ ਅਸੀਂ ਦੇਖਦੇ ਰਹਾਂਗੇ ਪੰਜਾਬੀ ਕਵਿਤਾ ਨੂੰ। ਇੱਕ ਰਚਨਾਤਮਕ ਕਵੀ ਵਜੋਂ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਮਹਿਸੂਸ ਇਸ ਤਰ੍ਹਾਂ ਕਰਦਾ ਕਿ ਜਿਹੜਾ ਪ੍ਰਗਤੀਸ਼ੀਲਤਾ ਸੀ ਜਾਂ ਸਾਡਾ ਪ੍ਰਯੋਗਵਾਦ ਸੀ ਜਾਂ ਰੋਮਾਂਸ ਦੀ ਗੱਲ ਸੀ, ਉਹ ਵੀ ਹੱਟੀਆਂ ਸੀ, ਦੁਕਾਨਾਂ ਸੀ। ਤੇ ਹੁਣ ਨਾਰੀ, ਦਲਿਤ ਤੇ ਜਿਹੜਾ ਤੀਸਰਾ ਨਾਮ ਪਤਾ ਕੀ ਲਿਆ ਤੂੰ, ਮੈਨੂੰ ਲੈਣੇ ਵੀ ਨਾਮ ਵੀ ਨਹੀਂ ਲੈਣੇ, ਪ੍ਰਵਾਸ, ਇਹ ਨਵੀਆਂ ਹੱਟੀਆਂ ਨੇ, ਇਹ ਮੰਡੀ ਦੀਆਂ ਲੋੜਾਂ ਨੇ ਕਿ ਮੰਡੀ 'ਚ ਕੀ ਵਿਕਦਾ। ਅਸੀਂ ਕਿਆਰੇ ਵੰਡ ਕਰਕੇ ਜਦੋਂ ਸਮੱਸਿਆ ਨੂੰ ਸਾਰੀ ਸਮਝਦੇ ਹਾਂ, ਲਿਟਰੇਚਰ ਦੇ ਸਾਰੇ ਬਹਾਵ ਨੂੰ ਵੇਖਾਂਗੇ ਨਾ ਕਿਆਰੇ ਵੰਡ ਕਰਕੇ, ਤਾਂ ਸਾਨੂੰ ਲੱਗੇਗਾ ਕਿ ਸਾਰਾ ਕੁਝ ਜਿਹੜਾ ਹੈਗਾ ਇਹ ਇਸੇ ਤਰ੍ਹਾਂ ਨਾਲ ਹੀ ਜਿਵੇਂ ਤੁਸੀਂ ਕਹਿ ਰਹੇ ਹੋ। ਪਰ ਜ਼ਿੰਦਗੀ 'ਚ ਇਸ ਤਰ੍ਹਾਂ ਨਹੀਂ ਹੁੰਦਾ। ਇਹਦੇ ਪੈਰਲਲ ਵੀ ਬਹੁਤ ਸਾਰੀ ਕਵਿਤਾ ਈਵਨ ਨਾਰੀਆਂ ਨੇ ਵੀ ਲਿਖੀ ਹੈ ਜਿਹੜੀ ਨਾਰੀਵਾਦ ਦੇ ਫਰੇਮ 'ਚ ਨਹੀਂ ਆਉਂਦੀ, ਦਲਿਤ ਵੀਰਾਂ ਨੇ ਵੀ ਲਿਖੀ ਜਿਹੜੀ ਦਲਿਤਵਾਦ ਦੇ ਫਰੇਮ 'ਚ ਨਹੀਂ ਆਉਂਦੀ, ਔਰ ਬਹੁਤ ਸਾਰੀ ਪ੍ਰਵਾਸੀਆਂ ਨੇ ਕਵਿਤਾ ਲਿਖੀ ਜਿਹੜੀ ਅਜੇ ਤੱਕ ਵੀ ਹੇਰਵੇ ਦੀ ਗੱਲ ਨਹੀਂ ਕਰਦੀ, ਉੱਥੋਂ ਦੇ ਕ੍ਰਾਈਸਿਸ ਦੀ ਗੱਲ ਨਹੀਂ, ਕਲਚਰਲ ਕ੍ਰਾਈਸਿਸ ਦੀ ਗੱਲ ਨਹੀਂ ਕਰਦੀ, ਇਹਦੇ ਬਾਵਜੂਦ ਵੀ ਗਲੋਬਲ ਸਰੋਕਾਰਾਂ ਦੀ ਗੱਲ ਕਰਦੀ ਹੈ, ਧਰਤੀ ਦੀ ਮਰਿਆਦਾ ਦੀ ਗੱਲ ਕਰਦੀ ਹੈ। ਮੈਂ ਇਹ ਗੱਲ ਤਾਂ ਕਰ ਰਿਹਾ ਕਿ ਅਸੀਂ ਫਰੇਮ ਦੇ ਗੁਲਾਮਾਂ ਦੀ ਗੱਲ ਕਰ ਕਰਕੇ ਉਸ ਨੂੰ ਆਪਣਾ ਪ੍ਰਮੁੱਖ ਵਾਲਾ ਰੰਗ ਨਾ, ਪ੍ਰਮੁੱਖਤਾ ਵਾਲਾ ਰੰਗ ਨਾ ਮੰਨੀਏ। ਸਾਡਾ ਪ੍ਰਮੁੱਖ ਰੰਗ ਜਿਹੜਾ ਹੁਣ ਜਗਤਾਰ ਦੀ ਸ਼ਾਇਰੀ ਦੇ ਵਿੱਚੋਂ ਪ੍ਰਗਤੀਸ਼ੀਲ ਕੱਢ ਲੋਗੇ, ਪ੍ਰਯੋਗਵਾਦ ਕੱਢ ਲੋਗੇ, ਕਿ ਤੁਸੀਂ ਉਸ ਦੇ ਵਿੱਚੋਂ ਕੀ ਨਖੇੜ ਕਿਵੇਂ ਕਰ ਲੋਗੇ ਤੁਸੀਂ? ਫਿਰ ਗੱਲ ਉੱਥੇ ਆਉਂਦੀ ਜਿਹੜਾ ਸ਼ੇਰ ਪਾਕਿਸਤਾਨ ਵਾਲਾ ਤੁਹਾਨੂੰ ਸੁਣਾਇਆ ਸੀ ਮੈਂ, ਕੁਦਸੀ ਵਾਲਾ, ਕਿ ਤੇਰੀ ਕਹਾਣੀ ਮੇਰੀ ਕਹਾਣੀ ਸੇ ਮੁਖਤਲਿਫ ਹੈ, ਜੈਸੇ ਆਂਖ ਕਾ ਪਾਣੀ ਪਾਣੀ ਸੇ ਮੁਖਤਲਿਫ ਹੈ। ਤੁਸੀਂ ਲਕੀਰਾਂ ਵਾਹ ਕੇ, ਕਿਆਰੇ ਵੰਡ ਕਰਕੇ ਆਪਣੀ ਸਰਦਾਰੀ ਦਾ ਕਾਇਮ ਕਰ ਸਕਦੇ ਹੋ। ਇੱਕ ਵਿੱਚੋਂ ਤੁਸੀਂ 20ਵੀਂ ਸਦੀ ਗੱਲ ਕਰਦੇ ਹਸਰਤ ਦਾ ਤੁਸੀਂ ਸ਼ਕਤੀਵਾਦ ਵਿੱਚ ਛੱਡ ਹੀ ਗਏ। ਉਹ ਕਹਿੰਦਾ ਸੀ ਮੈਂ ਸਿੱਧਾ ਹੀ 10ਵੇਂ ਪਾਤਸ਼ਾਹ ਤੋਂ ਤਾਕਤ ਲੈਣਾ, ਤੇ ਸ਼ਕਤੀਵਾਦ ਨੂੰ ਕਿਸੇ ਨੇ ਬੇਰਾਂ ਵੱਟੇ ਨਹੀਂ ਸਿਆਣਿਆ। ਇਹੋ ਹਸ਼ਰ ਪ੍ਰਯੋਗਵਾਦ ਦਾ ਹੋਇਆ, ਤੇ ਥੋੜੇ ਬਹੁਤੇ ਫਰਕ ਨਾਲ ਇਹੋ ਹਸ਼ਰ ਪ੍ਰਗਤੀਵਾਦ ਦਾ ਹੋਇਆ। ਅੱਜ ਜਦੋਂ ਨਜ਼ਮਾਂ ਪੜ੍ਹਦੇ ਆ ਤਾਂ ਉਸ ਵੇਲੇ ਜਿਹੜੇ ਪ੍ਰਮੁੱਖ ਸ਼ਾਇਰ ਸੀ ਤੇ ਪ੍ਰਮੁੱਖ ਨਜ਼ਮਾਂ ਸੀ ਉਹ ਅੱਜ ਕਿਤੇ ਖੜਦੀਆਂ ਹੀ ਨਹੀਂ। ਉਹਦੇ ਵਿੱਚ ਤੁਸੀਂ ਅੱਜ ਜਦੋਂ ਲੱਖਾ ਸਿੰਘ ਜੌਹਰ ਦੀ ਕਵਿਤਾ ਪੜ੍ਹਦੇ ਹੋ, ਪ੍ਰਗਤੀਸ਼ੀਲ ਕਿੱਡਾ ਵੱਡਾ ਸ਼ਾਇਰ ਸੀ ਉਹ, ਪਰ ਇੱਕ ਸੋਚਣਾ ਪੈਂਦਾ ਵੀ ਕਿਹੜਾ ਲੱਖਾ ਸਿੰਘ ਜੌਹਰ। ਅੱਤਵਾਦ ਦੌਰਾਨ ਦਰਸ਼ਨ ਮਾਸਟਰ ਦੀ ਪੋਇਟਰੀ ਜਿਹਨੇ ਲੋਕ ਲਹਿਰ ਛਪੀ ਹੈ ਉਹ ਕਿੱਥੇ ਹੈ? ਜਤਿੰਦਰ ਪੰਨੂ ਰੋਜ਼ ਲਿਖਦਾ ਅਜਨਾਮਾ, ਉਹਦੀ ਕੀ ਰੈਲੇਵੈਂਸ ਹੈ? ਉਹਦੀ ਰੈਲੇਵੈਂਸ ਵੱਖਰੇ ਫਰੇਮ ਦੇ ਵਿੱਚ ਹੈ। ਉਹ ਫਰੇਮ ਹੈ ਵਕਤ ਦੀ ਮੁਨਸ਼ੀਗਿਰੀ। ਵਕਤ ਦਾ ਰੋਜ਼ਨਾਮਾ ਵੀ ਲਿਖਣਾ ਲਾਜ਼ਮੀ ਹੈ, ਕਿਉਂਕਿ ਵਕਤ ਨੇ ਵੀ ਕੁਝ ਚੀਜ਼ਾਂ ਆਪਣੇ ਕੋਲ ਸੰਭਾਲ ਕੇ ਰੱਖਣੀਆਂ ਹੁੰਦੀਆਂ ਨੇ। ਪਰ ਸਾਡੇ ਕੋਲ ਰਿਵਾਜ ਨਹੀਂ। ਕਿਸੇ ਵੇਲੇ ਸੂਬਾ ਸਿੰਘ, ਉਦੋਂ ਬਾਅਦ ਭੂਸ਼ਣ, ਜਦੋਂ ਰੋਜ਼ਨਾਮਾ ਅਖਬਾਰਾਂ ਦੇ ਵਿੱਚ ਆਪਣੇ ਕਾਲਮ ਲਿਖਦੇ ਸੀ, ਖਾਸ ਕਰਕੇ ਪੋਇਟਰੀ 'ਚ, ਤਾਂ ਉਹਨਾਂ 'ਚ ਹਾਲਾਤੇ ਹਾਜ਼ਰਾ ਦੀਆਂ ਬਹੁਤ ਸਾਰੀਆਂ ਗੱਲਾਂ ਲੱਭਦੀਆਂ ਸੀ ਜਿਹੜੀਆਂ ਸਾਨੂੰ ਫਰੇਮ ਤੋਂ ਬਾਹਰ ਜਾ ਕੇ ਟ੍ਰਾਂਸਲੇਟ ਕਰਨੀਆਂ ਪੈਂਦੀਆਂ ਨੇ। ਸੋ ਮੈਨੂੰ ਲੱਗਦਾ ਕਿ ਜਿਹੜੇ ਨਵੇਂ ਫਰੇਮ ਨੇ, ਖਾਸ ਕਰਕੇ ਦਲਿਤ ਚੇਤਨਾ ਦਾ ਪੱਤਾ ਜਿਹੜਾ, ਇਹ ਐਸਾ ਟਰੈਪ ਹੈ ਜਿਹਦੇ ਸਾਡੇ ਉਹ ਵੀਰ ਫਸੇ ਨੇ ਜਿਨ੍ਹਾਂ ਦੀਆਂ ਅਕੈਡਮਿਕ ਲੋੜਾਂ ਤਾਂ ਹੋ ਸਕਦੀਆਂ ਨੇ, ਪੜ੍ਹਨ ਪੜ੍ਹਾਉਣ ਦੀਆਂ ਲੋੜਾਂ ਤਾਂ ਹੋ ਸਕਦੀਆਂ ਨੇ ਕਿ ਉਸ ਪੱਤੇ ਨੂੰ ਵਰਤੀ ਜਾਣ ਤੇ ਉਹ ਤਰੱਕੀਆਂ ਵੀ ਕਰੀ ਜਾਣ ਤੇ ਹੋਰ ਸਾਰਾ ਕੁਝ ਕਰੀ ਜਾਣ। ਪਰ ਮੇਰੇ ਪਿੰਡ ਦੀ ਠੱਠੀ ਦੇ ਵਿੱਚ, ਸਾਡੇ ਪਿੰਡ ਦੇ ਵਿਹੜੇ ਦੇ ਵਿੱਚ ਉਹਦੀ ਕੋਈ ਰੈਲੇਵੈਂਸ ਨਹੀਂ। ਪਿਛਲੇ ਦਿਨ ਮੈਂ ਬਲਬੀਰ ਨਾਲ ਗੱਲ ਕਰ ਰਿਹਾ ਸੀ, ਆਪਣੇ ਮਾਧੋਪੁਰੀ ਸਾਹਿਬ ਨਾਲ। ਮੈਂ ਕਿਹਾ ਬਲਬੀਰ ਯਾਰ, ਜਿਹੜਾ ਵੀ ਟਾਈ ਪਾ ਲੈਂਦਾ, ਕੋਟ ਪਾ ਲੈਂਦਾ, ਬੈਲਟ ਲਾ ਲੈਂਦਾ, ਬਾਬੂ ਜੀ ਬਣ ਜਾਂਦਾ, ਰੁਜ਼ਗਾਰ ਲੈ ਲੈਂਦਾ, ਕੀ ਕਿਸੇ ਇੱਕ ਨੂੰ ਵੀ ਉਹ ਅਪਗ੍ਰੇਡ ਕਰਨ ਦੇ ਰਾਹ ਤੁਰਦਾ? ਜੇ ਨਹੀਂ ਤੁਰਦਾ ਤਾਂ ਜਿਹੜੀ ਅਪਗ੍ਰੇਡੇਸ਼ਨ ਬਾਬਾ ਸਾਹਿਬ ਅੰਬੇਦਕਰ ਹੋਰਾਂ ਨੇ ਸਾਨੂੰ ਸੁਰੱਖਿਅਤ ਕੀਤੀ ਸੀ, ਉਹ ਤਾਂ ਅਸੀਂ ਵਿਸਾਰ ਦਿੱਤੀ। ਔਰ ਜਿਹੜੀ ਚੇਤਨਾ ਲੋਕਾਂ 'ਚ ਜਾਣੀ ਚਾਹੀਦੀ ਸੀ
ਉਹ ਚੇਤਨਾ ਅਸੀਂ ਵੰਡ ਨਹੀਂ ਰਹੇ। ਅੱਜ ਸਾਡੀਆਂ ਕਿਤਾਬਾਂ ਦੀ ਰੀਚ ਕਿੰਨੇ ਲੋਕਾਂ ਤੱਕ ਹੈ? ਬਹੁਤ ਫਿਊ ਤੱਕ, ਥੋੜਿਆਂ ਤੱਕ। ਤੁਸੀਂ ਮੈਂ ਗੱਲ ਕਰ ਰਹੇ ਆ, ਹੋ ਸਕਦਾ 10-15 ਦਿਨਾਂ ਦੇ ਵਿੱਚ ਇਹਨੂੰ 1000 ਬੰਦਾ ਸੁਣ ਵੇਖ ਲਵੇ YouTube ਤੇ ਜਾਂ ਹੋਰ ਕਿਸੇ ਚੈਨਲ ਰਾਹੀਂ। ਪਰ ਮੇਰੀ ਕਿਤਾਬ ਨੂੰ 1000 ਬੰਦੇ ਨੇ ਨਹੀਂ ਪੜ੍ਹਨਾ 15 ਦਿਨਾਂ ਦੇ 20 ਦਿਨਾਂ ਦੇ ਵਿੱਚ। ਸੋ ਸਾਨੂੰ ਫੈਲਣਾ ਪਏਗਾ। ਦਲਿਤ ਚੇਤਨਾ ਦਾ ਪ੍ਰਸਾਰ ਕਰਨ ਵਾਸਤੇ ਸਾਨੂੰ ਦਲਿਤ ਚੇਤਨਾ ਦੇ ਰਾਹ ਤੁਰਨਾ ਚਾਹੀਦਾ, ਨਾ ਕਿ ਦਲਿਤ ਪੱਤੇ ਦੀ ਇੱਕ ਜਿਹੜੀ ਵਰਤੋਂ ਕਰਕੇ ਸਾਹਿਤ ਵਿੱਚ ਸਰਦਾਰੀ ਕਾਇਮ ਕਰਨ ਦੀ ਇੱਕ ਚੇਸ਼ਟਾ ਹੈ, ਉਸ ਤੋਂ ਮੁਕਤ ਹੋਣ ਦੀ ਲੋੜ ਹੈ। ਕਿਉਂਕਿ ਜਦੋਂ ਤੁਸੀਂ ਕੁਤਰੇ ਜਾਂਦੇ ਹੋ, ਤੁਹਾਨੂੰ ਕੁੱਟਣਾ ਤੇ ਲੁੱਟਣਾ ਸਰਮਾਏਦਾਰ ਲਈ ਬਹੁਤ ਸੌਖਾ ਹੈ। ਇਹ ਕਿਆਰੇ ਵੰਡ ਸਾਡੇ ਲਈ ਖਤਰਨਾਕ ਹੈ। ਮੈਂ ਗੁਰਭਜਨ ਗਿੱਲ ਜੀ, ਹਾਂ ਗੁਰਭਜਨ ਗਿੱਲ ਜੀ, ਮੈਂ ਇੱਥੇ ਥੋੜਾ ਜਿਹਾ ਇਸ ਪਾਸੇ ਤੁਹਾਡੇ ਤੋਂ ਵਿਚਾਰ ਜਾਣਨਾ ਚਾਹੁੰਦਾ ਹਾਂ ਵੀ ਤੁਸੀਂ ਜਿਹੜਾ ਆ ਉਹ ਕਵਿਤਾ ਦੇ ਨਾਲ ਨਾਲ ਸਾਹਿਤਕ ਸਰਗਰਮੀ ਦੇ ਨਾਲ ਨਾਲ ਇੱਕ ਜਥੇਬੰਦਕ ਸਾਹਿਤਕ ਜਿਹੜਾ ਕਲਚਰ ਹੈ ਪੰਜਾਬ 'ਚ, ਉਹ ਵੀ ਤੁਸੀਂ ਬਹੁਤ ਬਾਖੂਬੀ ਨਿਭਾਇਆ ਆ, ਔਰ ਉਹਨਾਂ ਅਕੈਡਮੀਆਂ ਨਾਲ ਤੁਸੀਂ ਜੁੜੇ ਰਹੇ ਆ, ਜਿਹੜੀਆਂ ਅੱਜ ਵੀ ਜਿਹੜੀਆਂ ਅਕੈਡਮੀਆਂ ਆ ਉਹ ਅਸਲ 'ਚ ਦਿਸ਼ਾ ਨਿਰਦੇਸ਼ਕ ਵਾਂਗ ਹੀ ਹਾਜ਼ਰ ਹੈ ਉਹ, ਔਰ ਸਰਕਾਰਾਂ ਜਿਹੜੀਆਂ ਆ ਇੰਨਾ ਕੰਮ ਨਹੀਂ ਕਰ ਪਾਈਆਂ ਜਿੰਨਾ ਉਹਨਾਂ ਅਕੈਡਮੀਆਂ ਨੇ ਜਿਹੜਾ ਆ ਉਹ ਕੀਤਾ। ਮੈਂ ਜਿਹੜਾ ਆ ਉਹ ਲੁਧਿਆਣੇ ਵਾਲੀ ਅਕੈਡਮੀ ਦੇ ਸੰਦਰਭ ਵੀ ਪੁੱਛਣਾ ਚਾਹੁੰਦਾ, ਜਿਹੜਾ ਅਸਲ 'ਚ ਤੁਹਾਡੀ ਸਰਗਰਮੀ ਦਾ ਮੁੱਖ ਧੁਰਾ ਵੀ ਰਿਹਾ ਆ। ਮੈਂ ਪੁੱਛਣਾ ਇਹ ਚਾਹੁੰਦਾ ਹਾਂ ਵੀ ਇਸ ਤਰ੍ਹਾਂ ਦੀ ਜਿਹੜੀ ਜਥੇਬੰਦਕ ਅਪਰੋਚ ਹੈ, ਚਾਹੇ ਉਹ ਕੇਂਦਰੀ ਲੇਖਕ ਸਭਾਵਾਂ ਦੀ ਹੋਵੇ, ਅਕੈਡਮੀਆਂ ਦੀ ਹੋਵੇ, ਉਹ ਲਿਟਰੇਚਰ ਲਿਖਣ ਵਾਲਿਆਂ ਨੂੰ ਜਾਂ ਲਿਟਰੇਚਰ ਨੂੰ ਜਾਂ ਕਵਿਤਾ ਨੂੰ ਕਿਸ ਤਰ੍ਹਾਂ ਦਾ ਹੁਲਾਰਾ ਦਿੰਦੀ ਆ, ਔਰ ਉਹ ਕਿੰਨੀ ਕੁ ਜ਼ਰੂਰੀ ਹੁੰਦੀ ਆ, ਔਰ ਉਹਦੇ ਵਿੱਚ ਵੀ ਸੱਤਾ ਸ਼ਾਮਲ ਹੋ ਜਾਂਦੀ ਆ, ਉਹਦੇ 'ਚ ਕ੍ਰੀਏਟਿਵਿਟੀ ਜਿਹੜੀ ਸ਼ਾਮਲ ਹੋ ਜਾਂਦੀ ਆ, ਉਹਦੇ 'ਚ ਲਿਟਰੇਚਰ ਦਾ ਜਿਹੜਾ ਆ ਛਪ ਕੇ ਆਉਣਾ ਸਾਹਮਣੇ ਸ਼ਾਮਲ ਹੋ ਜਾਂਦਾ। ਇਸ ਸਾਰੇ ਕਾਸੇ ਨੂੰ ਗੁਰਭਜਨ ਗਿੱਲ ਜੀ ਕਿੱਦਾਂ ਦੇਖਦੇ ਆ? ਉਮਿੰਦਰ ਵੀਰ, ਮੈਂ ਨਾ ਤੈਨੂੰ ਇੱਕ ਗੱਲ ਦੱਸਾਂ, ਮੈਂ ਬਹੁਤੀਆਂ ਸੰਸਥਾਵਾਂ 'ਚ ਕੰਮ ਨਹੀਂ ਕੀਤਾ, ਸਿਰਫ 2 ਸੰਸਥਾਵਾਂ 'ਚ ਕੰਮ ਕੀਤਾ ਜਿਹੜੀਆਂ ਸਾਹਿਤ ਸੱਭਿਆਚਾਰ ਨਾਲ ਸੰਬੰਧਿਤ ਨੇ ਜੀ। ਜਾਂ ਤਾਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਥੋੜਾ ਜਿਹਾ ਕੰਮ ਕੀਤਾ, ਜਾਂ ਕੀਤਾ ਮੈਂ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਵਿੱਚ ਜੀ ਜੀ। ਮੈਂ ਕੇਂਦਰੀ ਪੰਜਾਬੀ ਲੇਖਕ ਸਭਾ ਦਾ ਕਦੇ ਕੋਈ ਅਹੁਦੇਦਾਰ ਨਹੀਂ ਰਿਹਾ, ਕਦੇ ਕੋਈ ਚੋਣ ਨਹੀਂ ਲੜੀ, ਔਰ ਕਿਸੇ ਵੀ ਤਰ੍ਹਾਂ ਦੀ ਸਰਗਰਮੀ ਦੇ ਵਿੱਚ ਮੈਂ ਸਿੱਧੇ ਰੂਪ ਦੇ ਵਿੱਚ ਇੰਨਾ ਵੱਡਾ ਹਿੱਸਾ ਨਹੀਂ ਪਾਇਆ। ਇਹ ਗੱਲ ਵੱਖਰੀ ਹੈ ਕਿ ਜੇ ਕੋਈ ਰਾਏ ਪੁੱਛ ਲਵੇ ਦੇ ਦਿੱਤੀ ਹੈ, ਅਦਰਵਾਈਜ਼ ਮੈਂ ਉਹਦੇ ਲਈ ਕਦੇ ਇੱਛਾ ਨਹੀਂ ਜ਼ਾਹਰ ਕੀਤੀ ਕਿ ਮੈਂ ਆਹ ਰੁਤਬਾ ਹੋਵੇ, ਮੁਰਾਤਬਾ ਹੋਵੇ ਜੀ ਜੀ ਜੀ। ਰਹੀ ਗੱਲ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ, ਇਹਦੇ ਬਾਰੇ 'ਚ ਬੜਾ ਵੱਡਾ ਇੱਕ ਭਰਮ ਭੁਲੇਖਾ ਹੈ ਜਿਹੜਾ ਮੈਂ ਸਪਸ਼ਟ ਕਰਨਾ ਚਾਹੁੰਦਾ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦਾ ਜਨਮ ਹੁੰਦਾ 1954 ਦੇ ਵਿੱਚ ਜੀ। ਹੁਣ ਦਾ ਕਾਰਨ ਇਹ ਆ ਕਿ 1951 'ਚ ਜਦੋਂ MA ਪੰਜਾਬੀ ਸ਼ੁਰੂ ਹੁੰਦੀ ਹੈ ਪੰਜਾਬ ਦੇ ਵਿੱਚ, ਬਹੁਤ ਸਾਰੇ ਕਾਲਜਸ ਦੇ ਵਿੱਚ, ਖਾਲਸਾ ਕਾਲਜ ਅੰਮ੍ਰਿਤਸਰ 'ਚ, ਲੁਧਿਆਣੇ ਗਵਰਨਮੈਂਟ ਕਾਲਜ 'ਚ, ਮਹਿੰਦਰਾ ਕਾਲਜ ਪਟਿਆਲੇ ਦੇ ਵਿੱਚ, ਸ਼ਾਇਦ ਉਹਨਾਂ ਵਕਤਾਂ ਦੇ ਵਿੱਚ ਹੀ ਜਾਂ ਉਹਦੇ ਨੇੜੇ ਤੇੜੇ ਲਾਲਪੁਰ ਖਾਲਸਾ ਕਾਲਜ ਜਲੰਧਰ ਦੇ ਵਿੱਚ, ਇਹ 4 ਸੈਂਟਰ ਸੀ ਜਿਹੜੇ ਮਤਲਬ ਉਦੋਂ ਡਿਵੈਲਪ ਹੁੰਦੇ ਨੇ ਜੀ। ਪਰ ਉਦੋਂ ਪੜ੍ਹਨ ਪੜ੍ਹਾਉਣ ਵਾਲਿਆਂ ਵਾਸਤੇ ਉਹ ਟੂਲਸ ਜਿਹੜੇ ਸਾਨੂੰ ਚਾਹੀਦੇ ਸੀ, ਸਹਾਇਕ ਸਮੱਗਰੀ ਚਾਹੀਦੀ ਸੀ ਸਾਹਿਤ ਨਾਲ ਸੰਬੰਧਿਤ, ਉਹ ਹਾਜ਼ਰ ਨਹੀਂ ਸੀ। ਜਿਹੜੇ ਉਹਨਾਂ ਵਕਤਾਂ ਦੇ ਅਧਿਆਪਕ ਸੀ, ਉਹਨਾਂ 'ਚ ਪ੍ਰੋਫੈਸਰ ਗੁਲਵੰਤ ਸਿੰਘ ਸੀ, ਪ੍ਰੋਫੈਸਰ ਪਿਆਰ ਸਿੰਘ ਸੀ, ਡਾਕਟਰ ਸ਼ੇਰ ਸਿੰਘ ਸੀ, ਇਹਨਾਂ ਲੋਕਾਂ ਨੇ, ਪ੍ਰੋਫੈਸਰ ਪ੍ਰੀਤਮ ਸਿੰਘ ਸੀ, ਇਹਨਾਂ ਨੇ ਸੋਚ ਲਿਆ ਕਿ ਕੋਈ ਐਸੀ ਸੰਸਥਾ ਖੜੀ ਕਰੀਏ ਜਿਹੜੀ ਸੰਸਥਾ ਇਹ ਟੂਲਸ ਤਿਆਰ ਕਰੇ ਜੀ, ਅਕੈਡਮਿਕਸ ਦਾ ਕੰਮ ਕਰੇ। ਉਹਦੇ 'ਚ ਬਾਅਦ 'ਚ ਡਾਕਟਰ ਵਿਸ਼ਵਨਾਥ ਤਿਵਾੜੀ ਆ ਕੇ ਸ਼ਾਮਲ ਹੋਏ, ਉਹਦੇ 'ਚ ਡਾਕਟਰ ਪਰਮਿੰਦਰ ਸਿੰਘ ਸ਼ਾਮਲ ਹੋਏ, ਪ੍ਰੋਫੈਸਰ ਕਿਰਪਾਲ ਸਿੰਘ ਸ਼ਾਮਲ ਹੋਏ, ਪ੍ਰੋਫੈਸਰ ਚੀਮਾ ਸ਼ਾਮਲ ਹੋਏ, ਹੋਰ ਲੋਕ ਵੀ ਹੋਏ, ਡਾਕਟਰ ਵਿਦਿਆ ਭਾਸਕਰ ਅਰੁਣ ਹੋਰੀ ਭਾਸ਼ਾ ਵਿਗਿਆਨੀ ਨੇ, ਜਿਨ੍ਹਾਂ ਦਾ ਜਨਮ ਸ਼ਤਾਬਦੀ ਸਾਲ ਇਸ ਵੇਲੇ ਚੱਲ ਰਿਹਾ, ਕਿਸੇ ਨੂੰ ਚੇਤਾ ਵੀ ਨਹੀਂ। ਇਹ ਸਾਰੇ ਲੋਕ ਸ਼ਾਮਲ ਹੋਏ ਉਹਦੇ 'ਚ। ਹੁਣ ਉਹਨਾਂ ਲੋਕਾਂ ਨੇ ਕੋਈ ਟਿਕਾਣਾ ਕੋਈ ਨਹੀਂ। ਡਾਕਟਰ ਸ਼ੇਰ ਸਿੰਘ ਦੇ ਘਰ ਦੇ ਵਿੱਚ ਦਫ਼ਤਰ ਹੈ, ਕਦੇ ਡਾਕਟਰ ਪਿਆਰ ਸਿੰਘ ਦੇ ਘਰ 'ਚ ਦਫ਼ਤਰ ਹੈ, ਕਦੇ ਡਾਕਟਰ ਪਰਮਿੰਦਰ ਸਿੰਘ ਦੇ ਘਰ 'ਚ ਦਫ਼ਤਰ ਹੈ, ਔਰ ਉਹਨਾਂ ਘਰਾਂ ਦੇ ਵਿੱਚੋਂ ਥੋੜੀ ਥਾਂ ਦੇ ਵਿੱਚੋਂ ਇੱਕ ਟੇਬਲ ਢਾਹ ਕੇ ਉਹਨਾਂ ਲੋਕਾਂ ਨੇ ਲਗਭਗ 100 ਕਿਤਾਬਾਂ ਪ੍ਰਕਾਸ਼ਿਤ ਕੀਤੀਆਂ। 100 ਕਿਤਾਬਾਂ। ਬਿਲਕੁਲ। ਜਦੋਂ ਪੰਜਾਬੀ ਭਵਨ ਜਾਂ ਪੰਜਾਬੀ ਸਾਹਿਤ ਅਕਾਡਮੀ ਦਾ ਆਪਣਾ ਕੋਈ ਪੱਕਾ ਹੈੱਡਕੁਆਟਰ ਨਹੀਂ ਸੀ, ਉਦੋਂ ਬਾਅਦ ਬਣ ਜਾਂਦਾ ਹੈੱਡਕੁਆਟਰ ਬਣ ਜਾਂਦਾ ਹੈ ਜਾ ਕੇ, ਸਮਝ ਲਓ ਕਿ ਜਸਟਿਸ ਗੁਰਨਾਮ ਸਿੰਘ ਦੀ ਹਕੂਮਤ ਸੀ ਉਦੋਂ, ਇਹ ਗੱਲ 67-68 ਦੀ ਹੈ। ਉਦੋਂ ਪਹਿਲਾਂ ਜਗ੍ਹਾ ਅਲਾਟ ਹੋ ਚੁੱਕੀ ਸੀ ਗਿਆਨੀ ਕਰਤਾਰ ਸਿੰਘ ਹੋਰਾਂ ਤੋਂ, ਡਾਕਟਰ ਸੁਰਿੰਦਰ ਸਿੰਘ ਹਿੰਮਤ ਕਰਕੇ, ਕਿ ਉਹਨਾਂ ਦੇ ਗਰਾਈ ਸੀ, ਟਾਂਡੇ ਦੇ ਕੋਲ ਪਿੰਡ ਸੀ ਉਹਨਾਂ ਦਾ ਜੀ, ਔਰ ਉਹਨਾਂ ਨੇ ਜਗ੍ਹਾ ਅਲਾਟ ਕਰਵਾ ਲਈ
ਦੇਣ ਲਈ ਪੈਸੇ ਹੈ ਨਹੀਂ ਸੀ, ਲਿਖਾਰੀਆਂ ਦਾ ਹਿਸਾਬ ਕਿਤਾਬ ਤਾਂ ਪਹਿਲੇ ਦਿਨ ਹੀ ਇਹੋ ਜਿਹਾ ਹੀ ਹੈ ਨਾ। ਜੀ ਜੀ। ਪ੍ਰੋਫੈਸਰਾਂ ਦਾ ਹਾਲ ਵੀ ਇੰਨਾ ਉਹਦਾ ਕੋਈ ਚੰਗਾ ਨਹੀਂ ਸੀ ਹੁੰਦਾ, ਉਦੋਂ ਥੋੜ੍ਹੇ ਥੋੜ੍ਹੇ ਪੈਸੇ ਮਿਲਦੇ ਤਨਖਾਹਾਂ ਦੇ। ਹੂੰ ਪਰ ਬਹੁਤ ਸਾਰੇ ਲੋਕ ਐਸੇ ਸੀ ਜਿਨ੍ਹਾਂ ਨੇ ਪਹਿਲੀ ਤਨਖਾਹ ਜਿਹੜੀ ਕੰਟਰੀਬਿਊਟ ਕੀਤੀ ਪੰਜਾਬੀ ਸਾਹਿਤ ਅਕਾਡਮੀ ਦੀ ਮੈਂਬਰੀ ਵਾਸਤੇ, ਜਿਨ੍ਹਾਂ 'ਚ ਪ੍ਰੋਫੈਸਰ ਮਹਿੰਦਰ ਸਿੰਘ ਚੀਮਾ ਸਨ, ਪ੍ਰੋਫੈਸਰ ਕਰਤਾਰ ਸਿੰਘ ਸਨ, ਜਾਂ ਹੋਰ ਲੋਕ ਸਨ ਜਿਹੜੇ, ਬੀਬੀ ਮਹਿੰਦਰ ਕਰਤਾਰ ਕੌਰ ਸੀ, ਜੀ ਇਹ ਸਾਰੇ ਲੋਕ ਸੀ ਜਿਹੜੇ ਸ਼ਾਮਲ ਸੀ ਪੁਰਾਣੇ ਮੈਂਬਰਾਂ ਦੇ ਵਿੱਚੋਂ। ਕਿਰਪਾਲ ਸਿੰਘ ਅਭਲਾਸ਼ੀ ਸੀ। ਹੁਣ ਉਸ ਸੰਸਥਾ ਨੂੰ ਜਦੋਂ ਟਿਕਾਣਾ ਮਿਲ ਗਿਆ ਪੱਕਾ, ਤੇ 2 ਕਮਰੇ ਪੈ ਗਏ। 2 ਕਮਰੇ 'ਚ ਇੱਕ ਪ੍ਰਿੰਟਿੰਗ ਪ੍ਰੈਸ ਲਾ ਲਈ, ਇੱਕ ਦੇ ਵਿੱਚ ਆਫਿਸ ਬਣਾ ਲਿਆ। ਰਾਹ ਖੜਾ ਕੋਈ ਨਹੀਂ। ਭਾਰਤ ਨਗਰ ਚੌਂਕ ਦੇ ਵਿੱਚੋਂ ਪੰਜਾਬੀ ਭਵਨ ਦੇ, ਪੰਜਾਬੀ ਭਵਨ ਵੀ ਉਦੋਂ ਲਫ਼ਜ਼ ਨਹੀਂ ਸੀ ਉਹਦੇ ਲਈ ਚੱਲਦਾ, ਉਦੋਂ ਪੰਜਾਬੀ ਸਾਹਿਤ ਅਕਾਡਮੀ ਚੱਲਦਾ ਸੀ ਜੀ। ਅਸੀਂ ਖਾਲਸਾ ਕਾਲਜ ਪੜ੍ਹਦੇ ਹੁੰਦੇ, ਡਾਕਟਰ SP ਸਿੰਘ ਹੋਰਾਂ ਨੇ ਸਾਨੂੰ ਅਕਸਰ ਭੇਜਿਆ ਕਰਨਾ ਉੱਥੇ ਆਲੋਚਨਾ ਦਾ ਕੋਈ ਚੰਦਾ ਦੇਣ ਵਾਸਤੇ, ਜਾਂ ਕਈ ਵਾਰ ਉੱਥੇ ਭੇਜ ਦੇਣਾ ਕਾਰਡ ਛਪਦਾ ਸੀ ਕਾਲਜ ਦੇ ਕਿਸੇ ਫੰਕਸ਼ਨ ਦਾ, ਤੇ ਅਸੀਂ ਜਾਂਦੇ ਹੁੰਦੇ, ਮੈਂ ਤੇ ਸ਼ਮਸ਼ੇਰ ਆਪਣਾ ਸੰਧੂ, ਤੇ ਅਸੀਂ ਜੋ ਜਾਇਆ ਕਰਨਾ ਤੇ ਰਾਹ ਖੜਾ ਕੋਈ ਨਹੀਂ ਸੀ ਹੁੰਦਾ। ਇਵਨ ਸਾਈਕਲ ਕਈ ਵਾਰੀ ਫਸ ਜਾਂਦਾ ਹੁੰਦਾ ਸੀ ਵਿੱਚ ਗਾਰੇ ਦੇ ਵਿੱਚ, ਰਾਹ ਹੀ ਕੋਈ ਨਹੀਂ ਸੀ। ਜਦੋਂ ਉੱਥੇ ਜਾਣਾ ਤੇ ਉੱਥੇ ਲੱਗਣਾ ਕਿ ਯਾਰ ਇੱਥੇ ਇਹ ਕੀ ਬਣੇਗਾ, ਇਹ ਤਾਂ ਸਾਰਾ ਉਜਾੜ ਪਿਆ। ਫਿਰ ਡਾਕਟਰ MS ਰੰਧਾਵਾ ਜਦੋਂ 1970 ਚ ਲੁਧਿਆਣੇ ਆਉਂਦੇ ਨੇ ਤੇ ਇਹਨਾਂ ਨੂੰ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦਾ ਪ੍ਰਧਾਨ ਬਣਾ ਦਿੱਤਾ ਜਾਂਦਾ, ਭਾਈ ਸਾਹਿਬ ਭਾਈਜੋਤ ਸਿੰਘ ਤੋਂ ਬਾਅਦ ਚ। ਉਹ ਫਿਰ ਸਾਰੇ ਗੱਲ ਨੂੰ ਸਿਸਟਮਾਈਜ਼ ਕਰਦੇ ਨੇ, 4 ਦੀਵਾਰੀ ਕਰਾਉਂਦੇ ਨੇ, ਸਟਰਕਚਰ ਦਾ ਸੁਪਨਾ ਲੈਂਦੇ ਨੇ। ਉਸੇ ਸਾਲ ਚ ਪ੍ਰੋਫੈਸਰ ਮੋਹਨ ਸਿੰਘ ਨੂੰ ਲੈ ਕੇ ਆਉਂਦੇ ਨੇ, ਉਹ ਜਨਰਲ ਸੈਕਟਰੀ ਬਣ ਜਾਂਦੇ ਨੇ। ਔਰ ਸਾਰਾ ਫਿਰ ਯੂਨੀਵਰਸਿਟੀ ਦੇ ਇੰਜੀਨੀਅਰਾਂ ਤੋਂ ਜਿਹੜਾ ਆਡੀਟੋਰੀਅਮ ਹੈ, ਜਿਹੜਾ ਸਾਡਾ ਓਪਨ ਏਅਰ ਥੀਏਟਰ ਹੈ, ਜਾਂ ਸਾਡਾ ਰੱਬ ਤੁਹਾਡਾ ਭਲਾ ਕਰੇ ਐਡਮਿਨਿਸਟ੍ਰੇਟਿਵ ਬਲਾਕ ਤਾਂ ਬਾਅਦ ਪੂਨੀ ਸਾਹਿਬ ਨੇ ਬਣਵਾਇਆ, ਇਹ ਸਾਰਾ ਨਿਜ਼ਾਮ ਉਦੋਂ ਉਸਰਿਆ। ਪ੍ਰੋਫੈਸਰ ਮੋਹਨ ਸਿੰਘ ਜਨਰਲ ਸੈਕਟਰੀ ਸੀ ਔਰ ਡਾਕਟਰ MS ਰੰਧਾਵਾ ਪ੍ਰੈਜ਼ੀਡੈਂਟ ਸੀਗੇ ਜੀ। ਉਹਦੇ ਨਾਲ ਇਹਦੀ ਰੂਪਰੇਖਾ ਬਣਦੀ ਹੈ ਇੱਕ ਆਮ ਸਧਾਰਨ ਲੇਖਕ ਦੇ ਵਾਸਤੇ। ਪਰ 1980 ਤੱਕ ਇਹਦਾ ਇੱਕ ਵੀ ਮੈਂਬਰ ਸਿਰਜਣਾਤਮਕ ਲੇਖਕ ਨਹੀਂ ਸੀ, ਭਾਵ ਸਿਰਫ ਸਿਰਜਣਾ ਦੇ ਆਧਾਰ ਦੇ ਉੱਤੇ ਮੈਂਬਰ ਨਹੀਂ ਸੀ। ਜਾਂ ਤਾਂ ਮੈਂਬਰ ਉਹ ਲੋਕ ਸੀ ਜਿਹੜੇ ਕਾਲਜਾਂ ਦੇ ਅਕੈਡਮਿਕਸ ਨਾਲ ਸੰਬੰਧਿਤ ਹੈ ਕਿਉਂਕਿ ਅਕੈਡਮੀ ਸੀ, ਜਾਂ ਉਹ ਲੋਕ ਸੀ ਜਿਨ੍ਹਾਂ ਨੇ ਵੱਖ-ਵੱਖ ਸਮਿਆਂ ਦੇ ਉੱਤੇ ਇਸ ਅਕੈਡਮੀ ਦੀ ਆਰਥਿਕ ਸਹਾਇਤਾ ਕੀਤੀ ਸੀ, ਉਹ ਵੀ ਸੀ। ਮਤਲਬ ਤੁਸੀਂ ਇਸ ਗੱਲ ਨੂੰ ਮੈਂ ਡਾਕੂਮੈਂਟ ਕਰਨਾ ਚਾਹੁੰਦਾ ਕਿ ਉਹ ਵੀ ਦਿਨ ਮਾੜੇ ਸੀ ਅਕੈਡਮੀ ਤੇ, ਕਿ ਜੇ ਕਿਸੇ ਨੂੰ ਸੀਮੈਂਟ ਦੀਆਂ 50 ਬੋਰੀਆਂ ਮੰਗਾਈਆਂ ਨੇ ਤੇ ਰੰਧਾਵਾ ਸਾਹਿਬ ਕਹਿੰਦੇ ਸੀ ਕੋਈ ਨਹੀਂ, ਤੂੰ ਯਾਰ 5 ਬੋਰੀਆਂ ਦੇ ਪੈਸੇ ਨਾ ਲੈ, ਤੈਨੂੰ ਅਸੀਂ ਮੈਂਬਰ ਬਣਾ ਦਿੰਦੇ ਹਾਂ। ਉਹੋ ਜਿਹੇ ਮੈਂਬਰ ਵੀ ਸੀ। ਔਰ ਅੱਜ ਜਦੋਂ ਮਜ਼ਾਕ ਉਡਾਉਂਦੇ ਉਹਨਾਂ ਲੋਕਾਂ ਦਾ ਸਾਡੇ ਬੰਦੇ, ਤਾਂ ਮੈਨੂੰ ਬਹੁਤ ਦੁੱਖ ਹੁੰਦਾ ਹੈ ਕਿ ਯਾਰ ਉਹਨਾਂ ਦੀ ਸਾਦਗੀ ਨੂੰ, ਉਹਨਾਂ ਦੀ ਕੰਟਰੀਬਿਊਸ਼ਨ ਨੂੰ ਤੁਸੀਂ ਕਿਉਂ ਨਿੱਕਾ ਕਰਕੇ ਦੇਖਦੇ ਹੋ? ਤੁਸੀਂ ਤਾਂ 10 ਕਵਿਤਾਵਾਂ ਲਿਖ ਕੇ ਕਿਤਾਬ ਛਾਪ ਕੇ ਜਾਂ ਆਪਣੇ ਆਪ ਨੂੰ ਮਹਾਨ ਬਣਾ ਲਿਆ, ਤੁਹਾਡਾ ਤਾਂ ਹੱਕ ਤਾਂ ਹੋ ਗਿਆ। ਤੇ ਉਹ ਬੰਦੇ ਨੇ ਜਿਹੜੇ ਨਹੀਂ ਦੀ ਰੋੜੀ ਕੁਟਾ ਕੇ ਆਪਣੇ ਸਰੀਰਾਂ ਦੀ ਉਹਨਾਂ ਦੇ ਵਿੱਚ ਪਾਈ ਹੋਈ, ਉਹਨਾਂ ਦਾ ਜ਼ਿਕਰ ਤੱਕ ਕੋਈ ਨਹੀਂ। ਸੋ ਇਹ ਸੰਸਥਾ ਦੇ ਵਿੱਚ ਜਿਹੜੀਆਂ 100 ਕਿਤਾਬਾਂ ਉਦੋਂ ਛਪੀਆਂ, ਉਦੋਂ ਬਾਅਦ ਵਿੱਚ ਕੀ ਹੋਇਆ ਕਿ 66 ਦੇ ਵਿੱਚ ਟੈਗੋਰ ਦੀ ਜਦੋਂ ਸੀਗੀ 100ਵੀਂ ਜਨਮ ਸ਼ਤਾਬਦੀ, ਤਾਂ ਗਵਰਨਮੈਂਟ ਆਫ ਇੰਡੀਆ ਨੇ 12 ਕਿਤਾਬਾਂ ਛਾਪਣ ਵਾਸਤੇ ਸਾਨੂੰ ਫੰਡਿੰਗ ਕੀਤੀ। ਉਹ ਸਾਡੀ ਇਹਨਾਂ ਨੇ ਵੀ ਅਕੈਡਮੀ ਨੇ ਵੀ ਲੈ ਲਈ ਜੀ। ਜਦੋਂ 1980 ਚ ਮੈਂ ਕੰਮ ਸ਼ੁਰੂ ਕੀਤਾ ਇਸ ਮੈਂਬਰਸ਼ਿਪ ਲਈ, 80 ਦੇ ਵਿੱਚ, 84 ਚ ਮੈਂ ਪਹਿਲੀ ਵਾਰ ਐਗਜ਼ੈਕਟਿਵ ਚ ਆਇਆ, ਉਦੋਂ ਡਾਕਟਰ MS ਰੰਧਾਵਾ ਪ੍ਰਧਾਨ ਸੀ ਜੀ। ਰਵਿੰਦਰ ਰਵੀ ਜਿਹੜੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿਹੜੇ ਸ਼ਹੀਦ ਹੋ ਗਏ ਸੀ, ਉਹ ਤੇ ਮੈਂ ਸਭ ਤੋਂ ਯੰਗੈਸਟ ਮੈਂਬਰ ਸੀ ਉਸ ਅਕੈਡਮੀ ਦੀ ਐਗਜ਼ੈਕਟਿਵ ਦੇ। ਔਰ ਉਹ ਕਿੱਡੇ ਕਿੱਡੇ ਵੱਡੇ ਬੰਦੇ, ਅੰਦਾਜ਼ਾ ਲਾਓ ਤੁਸੀਂ। ਡਾਕਟਰ ਹਰਚਰਨ ਸਿੰਘ ਮੈਂਬਰ ਨੇ, ਸੁਜਾਨ ਸਿੰਘ ਮੈਂਬਰ ਨੇ, ਡਾਕਟਰ ਪ੍ਰੇਮ ਪ੍ਰਕਾਸ਼ ਸਿੰਘ ਮੈਂਬਰ ਨੇ, ਡਾਕਟਰ ਤਿਵਾੜੀ ਮੈਂਬਰ ਨੇ, ਹੋਰ ਲੋਕ ਸਾਰੇ ਮੈਂਬਰ ਨੇ ਜੀ। ਤਿਵਾੜੀ ਸਾਹਿਬ ਤੋਂ ਭਾਵੇਂ ਸਾਡੇ ਨਾਲ ਨਹੀਂ ਰਹੇ, ਸਾਡੇ ਤੋਂ ਪਹਿਲੀ ਟਰਮ ਚ ਹੁੰਦੇ ਸੀ ਐਗਜ਼ੈਕਟਿਵ ਚ, ਐਕਟਿਵ ਹੀ ਰਹੇ ਨੇ ਉਹ। SS ਦੋਸਾਂਝ ਮੈਂਬਰ ਨੇ। ਇਹ ਸਾਰਾ ਕਾਫਲਾ ਜਿਹੜਾ ਸੀਗਾ, ਉਸ ਕਾਫਲੇ ਦੇ ਵਿੱਚ ਰੁਕਾਵਟ ਉਦੋਂ ਆਈ ਜਦੋਂ ਰੰਧਾਵਾ ਸਾਹਿਬ ਦੀ 87 ਚ ਡੈਥ ਹੋ ਗਈ। ਪ੍ਰੀਤਮ ਸਿੰਘ ਆ ਗਏ। ਉਦੋਂ ਬਾਅਦ ਵਿੱਚ ਸੁਰਜੀਤ ਪਾਤਰ ਬਣਦੇ ਨੇ ਪ੍ਰਧਾਨ 2002 ਦੇ ਵਿੱਚ। ਔਰ ਉਦੋਂ ਪਹਿਲਾਂ ਪੂਨੀ ਸਾਹਿਬ ਜਦੋਂ ਸੀ ਉਹਨਾਂ ਐਡਮਿਨਿਸਟ੍ਰੇਟਿਵ ਬਲਾਕ ਉਸਾਰਿਆ ਜੀ, ਉਹਨਾਂ ਦੇ ਨਾਲ ਮੈਂ ਮੀਤ ਪ੍ਰਧਾਨ ਸੀ ਜੀ। ਮੀਤ ਪ੍ਰਧਾਨ ਹੋਣ ਤੋਂ ਬਾਅਦ ਜਦੋਂ ਪਾਤਰ ਸਾਹਿਬ ਪ੍ਰਧਾਨ ਬਣੇ, ਤਾਂ ਮੈਂ ਇਹਨਾਂ ਦੇ ਨਾਲ ਸੀਨੀਅਰ ਮੀਤ ਪ੍ਰਧਾਨ ਦੀ ਚੋਣ ਲੜੀ ਸੀ ਕਾਬੜ ਜਗਜੀਤ ਸਿੰਘ ਆਨੰਦ ਹੋਰਾਂ ਦੇ ਖਿਲਾਫ, ਤੇ ਉਹ ਮੈਂ ਜਿੱਤ ਗਿਆ ਸੀ, ਉਹ ਰਹਿ ਗਏ ਸੀ। ਪਰ ਇਹ ਆ ਕਿ ਪਾਤਰ ਸਾਹਿਬ ਦੇ ਨਾਲ ਕੰਮ ਕਰਦਿਆਂ 6 ਸਾਲ ਅਸੀਂ ਲਗਭਗ 15-20 ਕਿਤਾਬਾਂ, ਉਹ ਜਿਹੜੀਆਂ ਰੇਅਰ ਬੁੱਕ ਸੀਗੀਆਂ, ਜਿਹੜੀਆਂ ਅਕੈਡਮੀ ਪਬਲੀਕੇਸ਼ਨ ਸੀਗੀਆਂ ਪਹਿਲਾਂ, ਵੱਖ-ਵੱਖ ਲੋਕਾਂ ਤੋਂ ਤਰਲੇ ਮਾਰ ਕੇ, ਕਿਸੇ ਰਿਕੁਐਸਟ ਕਰਕੇ। ਹੁਣ ਤੁਸੀਂ ਕਹਿੰਦੇ ਸੱਤਾ ਕਿੱਥੋਂ ਐਂਟਰ ਕਰਦੀ ਹੈ? ਸੱਤਾਵਾਨ ਕੋਲ ਪੈਸੇ ਨੇ, ਤੁਹਾਡੇ ਕੋਲ ਭਾਵਨਾ ਹੈ, ਦ੍ਰਿਸ਼ਟੀ ਹੈ, ਦ੍ਰਿਸ਼ਟੀਕੋਣ ਹੈ, ਇਹਦਾ ਸੁਮੇਲ ਕਿਵੇਂ ਕਰਨਾ ਹੈ ਕਿ ਉਹ ਦਖਲ ਦੇ ਵੀ ਨਾ ਸਕੇ। ਰਾਕੇਸ਼ ਪਾਂਡੇ ਵਾਜ ਮਿਨਿਸਟਰ ਪ੍ਰਿੰਟਿੰਗ ਐਂਡ ਸਟੇਸ਼ਨਰੀ, ਉਹ ਕਿਸੇ ਹੋਰ ਦੇ ਫੰਕਸ਼ਨ ਤੇ ਆਇਆ ਤੇ ਮੈਂ ਕਿਹਾ ਰਾਕੇਸ਼ ਯਾਰ ਤੂੰ ਘੱਟੋ ਘੱਟ ਇੱਕ
ਸੂਰਮੇ ਬਾਪ ਦਾ ਪੁੱਤਰ ਹੈ ਜੋਗਿੰਦਰਪਾਲ ਪਾਂਡੇ ਦਾ, ਉਹ ਸਾਡੀ ਮਦਦ ਕਰਦੇ ਹੁੰਦੇ ਸੀ, ਤੂੰ ਵੀ ਕੁਛ ਕਰ। ਕਹਿੰਦਾ ਭਾਜੀ ਮੈਂ ਕੀ ਕਰ ਸਕਦਾ? ਮੈਂ ਕਿਹਾ ਸਾਨੂੰ ਯਾਰ ਥੋੜੇ ਜਿਹੇ ਪੈਸੇ ਦੇ ਤੇ ਕਿਤਾਬਾਂ ਛਾਪਣੀਆਂ। ਔਰ ਅਸੀਂ ਜੰਗਨਾਮਾ ਸਿੰਘਾਂ ਤੇ ਫਿਰੰਗੀਆਂ, ਦੋ ਪੈੜੇ ਇਤਿਹਾਸ ਦੀਆਂ, ਜਿਸ 'ਚ ਬਾਬਾ ਸੋਹਣ ਸਿੰਘ ਭਕਨਾ ਤੇ ਬਾਬਾ ਮੁਨਸ਼ਾ ਸਿੰਘ ਦੁਖੀ ਦੀ ਮੁਲਾਕਾਤ ਲੰਬੀ ਜਿਹੜੀ ਪ੍ਰਿੰਸੀਪਲ ਪ੍ਰੇਮ ਸਿੰਘ ਬਜਾਜ ਹੋਰਾਂ ਕੀਤੀ ਸੀ, ਉਹ ਸ਼ਹੀਦ ਬਿਲਾਸ ਭਾਈ ਮਨੀ ਸਿੰਘ, ਔਰ ਇੱਕ ਕਿਤਾਬ ਮੈਨੂੰ ਨਾ ਭੁੱਲ ਗਿਆ ਕੀ ਸੀ। ਇਹ 4 ਕਿਤਾਬਾਂ ਉਹ 51,000 ਨਾਲ ਛਾਪੀਆਂ। ਔਰ ਬਾਕੀ ਕਿਤਾਬਾਂ ਵੀ ਅਸੀਂ, ਇੱਕ ਹੋਰ ਦੋਸਤ ਨੇ ਸਾਡੇ ਰਵੀ ਗਰੇਵਾਲ ਲਾਸ ਐਂਜਲਸ 'ਚ ਰਹਿੰਦੇ ਨੇ, ਉਹਨਾਂ ਨੇ ਆਪਣੇ ਪਿਤਾ ਜੀ ਯਾਦ ਵਿੱਚ ਸਾਨੂੰ 2 ਲੱਖ ਰੁਪਏ ਦਿੱਤਾ, ਉਹਦੇ ਨਾਲ ਵੀ ਅਸੀਂ 12-15 ਕਿਤਾਬਾਂ ਹੋਰ ਵੀ ਪਬਲਿਸ਼ ਕੀਤੀਆਂ, ਜਿਸ ਸੰਖਿਆ ਕੁਛ ਸੀ ਹੋਰ ਸੀ। ਉਹਦੇ ਨਾਲ ਹੀ ਜਦੋਂ ਪਾਤਰ ਸਾਹਿਬ ਪ੍ਰਧਾਨਗੀ ਤੋਂ ਟਰਮ ਪੂਰੀ ਕਰਕੇ ਪਾਸੇ ਹੋ ਗਏ, ਮੈਡਮ ਟਿਵਾਣਾ ਆ ਗਏ। ਉਸ ਸਮੇਂ ਦੇ ਵਿੱਚ ਕਿਉਂਕਿ ਮੈਂ ਉਹਨਾਂ ਦੇ ਖਿਲਾਫ ਚੋਣ ਲੜੀ ਸੀ, ਇਸ ਕਰਕੇ ਮੈਂ ਉਹਦੇ 'ਚ ਧਿਰ ਨਹੀਂ ਸੀ ਹੋ ਸਕਦਾ ਵੱਡੀ। ਪਰ ਜਦੋਂ ਮੈਂ 2010 'ਚ ਪ੍ਰਧਾਨ ਬਣਿਆ, ਨਾਲ ਹੀ ਜਨਮ ਸ਼ਤਾਬਦੀ 150 ਸਾਲਾ ਸ਼ਤਾਬਦੀ ਆ ਗਈ ਟੈਗੋਰ ਜੀ ਦੀ। ਮੈਂ ਡਾਕਟਰ ਨੂਰ ਨੂੰ ਕਿਹਾ, ਮੈਂ ਕਿਹਾ ਦਿੱਲੀ ਸਰਕਾਰ ਦੇ ਵਿੱਚ, ਦਿੱਲੀ ਦੇ ਅਕੈਡਮੀ ਦੇ ਵਿੱਚ ਤੁਹਾਡਾ ਹੱਥ ਵਾਹਵਾ ਡੂੰਘਾ ਪੈਂਦਾ, ਤੇ ਇਸ ਕੁੱਜੇ 'ਚੋਂ ਮਾੜਾ ਜਿਹਾ ਮੱਖਣ ਕੱਢ ਕੇ ਸਾਨੂੰ ਵੀ ਦੇ ਦਿਓ, ਸਾਡੇ ਬੁੱਲਾਂ ਨੂੰ ਵੀ ਲਾ ਦਿਓ। ਔਰ ਬੜੀ ਹਿੰਮਤ ਕਰਕੇ ਉਹਨਾਂ ਨੇ, ਅਮਰਜੀਤ ਗਰੇਵਾਲ ਨੇ ਬੜਾ ਉਹਦੇ 'ਚ ਸਹਿਯੋਗ ਦਿੱਤਾ। ਸੁਖਦੇਵ ਮੇਰੇ ਨਾਲ ਜਨਰਲ ਸੈਕਟਰੀ ਸੀ ਸਿਰਸਾ, ਔਰ ਅਸੀਂ 12 ਕਿਤਾਬਾਂ ਦਾ ਸੈੱਟ ਛਾਪ ਕੇ ਤੇ ਸ਼ਾਂਤੀ ਨਿਕੇਤਨ ਜਾ ਕੇ ਉਸਨੂੰ ਲੋਕ ਅਰਪਣ ਕੀਤਾ। ਤੇ ਮੇਰਾ ਖਿਆਲ ਹੈ ਕਿ ਸਭ ਤੋਂ ਵੱਡਾ ਸਮਾਂ ਪਬਲਿਕੇਸ਼ਨ ਦਾ ਉਹੀ ਸੀ, ਜਦੋਂ ਮੈਂ ਤੇ ਸੁਖਦੇਵ ਇਕੱਠੇ ਸੀ। ਜਿਹੜੀ ਪੰਜਾਬੀ ਅਦਬ ਦੀ ਮੁਕਤਸਰ ਤਾਰੀਖ ਜਿਹੜੀ ਕਿਤਾਬ ਹੈ, ਉਹ ਵੀ ਅਸੀਂ ਮੌਲਾ ਬਖਸ਼ ਕੁਸ਼ਤਾ ਦੀ ਉਦੋਂ ਪਬਲਿਸ਼ ਕੀਤੀ, ਟ੍ਰਾਂਸਲੇਟ ਕਰਵਾ ਕੇ। ਸੋ ਇਹ ਜਿਹੜੇ ਕੰਮ ਨੇ, ਇਹ ਕੰਮ ਅਕੈਡਮਿਕਸ ਦੇ ਕੰਮ ਸੀ। ਲੇਖਕ ਨੂੰ ਸੇਧ ਵਾਲੀ ਜਿਹੜੀ ਗੱਲ ਕਹਿੰਦੇ ਹੋ, ਕਿ ਉੱਥੇ ਇੱਕ ਜਿਹੜਾ ਪੰਜਾਬੀ ਭਵਨ ਦੇ ਵਿੱਚ ਸਾਡਾ ਸੈਮੀਨਾਰ ਹਾਲ ਹੈ, ਰਾਣਾ ਦਲਜੀਤ ਸਿੰਘ ਹਾਲ, ਉਹਦੇ ਵਿੱਚ ਸਰਗਰਮੀਆਂ ਜਿਹੜੀਆਂ ਹੁੰਦੀਆਂ ਨੇ ਉਹ ਵੱਖ-ਵੱਖ ਸੁਭਾਵਾਂ ਦੀਆਂ ਹੁੰਦੀਆਂ ਨੇ। ਅਕੈਡਮੀ ਆਪਣੇ ਤੌਰ ਤੇ ਵਰਕਸ਼ਾਪ ਵੀ ਕਰਦੀ ਹੈ, ਮਾਤ ਭਾਸ਼ਾ ਦਿਵਸ ਵੀ ਮਨਾਉਂਦੀ ਹੈ, ਹੋਰ ਸਰਗਰਮੀਆਂ ਵੀ ਕਰਦੀ ਹੈ, ਰੂਬਰੂ ਕਰਦੀ ਹੈ। ਉਸ ਤੋਂ ਪ੍ਰੇਰਨਾ ਜਿਹਨੇ ਲੈਣੀ ਹੁੰਦੀ ਲੈ ਲੈਂਦਾ ਵਿਤਰਾ। ਪਰ ਜੇ ਕਹੀਏ ਕਿ ਸਿਰਜਕ ਨੂੰ ਕੁਝ ਸਿਖਾ ਸਕਦਾ, ਸਾਨੂੰ ਤਾਂ ਵੀ ਹੁਣ ਤੱਕ ਸਿਖਾਇਆ ਕਿਸੇ ਨੇ ਨਹੀਂ। ਝਿੜਕਾਂ ਜ਼ਰੂਰ ਖਾਧੀਆਂ, ਅਸੀਂ ਉਹਨਾਂ ਝਿੜਕਾਂ ਚੋਂ ਕੱਢਿਆ ਜੋ ਕੁਛ ਕੱਢਿਆ, ਭਾਵੇਂ ਡਾਕਟਰ ਐਸ ਪੀ ਸਿੰਘ ਦੇ ਲਵੇ, ਭਾਵੇਂ ਭਾਰਤ ਬਰਜਿੰਦਰ ਸਿੰਘ ਦੇ ਲੈਣ, ਭਾਵੇਂ ਸੁਰਿੰਦਰ ਗਿੱਲ ਦੇ ਲਵੇ, ਤੇ ਭਾਵੇਂ ਜਗਤਾਰ ਭਾਜੀ ਦੇ ਲੈਣ। ਬਿਲਕੁਲ ਜੀ। ਗੁਰਭਜਨ ਗਿੱਲ ਜੀ, ਤੱਕੜਾ ਉਹਨਾਂ ਨੇ ਸਿੱਧਾ ਕੀਤਾ। ਤੁਸੀਂ ਕਵਿਤਾ ਦੇ ਨਾਲ ਹਾਜ਼ਰੀ ਭਰਦੇ ਹੋਏ ਸਾਰੀ ਦੁਨੀਆ 'ਚ ਜਿਹੜਾ ਆ ਉਹ ਪੰਜਾਬੀ ਸੱਥਾਂ 'ਚ ਜਿਹੜਾ ਸ਼ਿਰਕਤ ਕੀਤੀ ਹੈ, ਔਰ ਹਰ ਪਿੰਡ 'ਚ ਹੀ ਮੈਨੂੰ ਤਾਂ ਲੱਗਦਾ ਤੁਸੀਂ ਕਵਿਤਾ ਸੁਣਾਈ ਵੀ ਆ, ਤੁਹਾਡੀ ਸੁਣੀ ਵੀ ਗਈ ਆ, ਔਰ ਵਿਸ਼ਵ ਪੰਜਾਬੀ ਕਾਨਫਰੰਸਾਂ 'ਚ ਵੀ ਤੁਸੀਂ ਜਿਹੜੀ ਆ ਉਹ ਕਵਿਤਾ ਦੇ ਨਾਲ ਹਾਜ਼ਰ ਹੁੰਦੇ ਆ। ਵੀ ਮੈਂ ਪੁੱਛਣਾ ਇਹ ਚਾਹੁੰਦਾ ਵੀ ਜਿੰਨਾ ਮਾਨਤਾ, ਜਿੰਨਾ ਪਿਆਰ ਤੁਹਾਨੂੰ ਪੰਜਾਬੀ ਸਮਾਜ ਵੱਲੋਂ ਮਿਲਿਆ ਆ, ਉਹਦੇ ਤੋਂ ਕਿੱਦਾਂ ਦੀ ਸੰਤੁਸ਼ਟੀ ਆ, ਔਰ ਕਿੱਦਾਂ ਦੀ ਅਜੇ ਵੀ ਕੋਈ ਆਸ ਹੈ? ਇਹਦੇ ਬਾਰੇ ਸੰਖੇਪ ਚ ਜਿਹੜਾ ਆ ਉਹ ਗੱਲ ਕਰੋ। ਹਾਂਜੀ ਅਮਿੰਦਰ, ਢਿੱਡ ਦੀ ਗੱਲ ਨਾ ਪੁੱਛ ਮਿੱਤਰਾ। ਮੈਂ ਤਾਂ ਜੇ ਕਿਤੇ ਮਾੜੀ ਮੋਟੀ ਇੱਜ਼ਤ ਹੋ ਜਾਵੇ ਨਾ, ਤੇ ਮੈਂ ਤੇ ਰਾਤ ਨੂੰ ਆਪਣੇ ਆਪ ਨੂੰ ਚੁੰਡੀ ਵੱਢ ਕੇ ਦੇਖਦਾ ਵੀ ਮੈਂ ਹੀ ਆ। ਨਹੀਂ ਬਿਲਕੁਲ ਜੀ, ਬਿਲਕੁਲ, ਉਹ ਵੀ ਪੁੱਛਣੀ ਆ। ਮੈਂ ਤਾਂ ਹੈਰਾਨ ਹੋਏਗਾ ਕਿ ਜਿੱਦਣ ਮੈਂ ਰਿਟਾਇਰ ਹੋਇਆ 2013 ਦੇ ਵਿੱਚ, ਤੇ ਮੇਰੀਆਂ ਸਿਫਤਾਂ ਦੇ ਵਿੱਚ ਮੇਰੇ ਜਿੰਨੇ ਉੱਚ ਅਧਿਕਾਰੀ ਸੀ ਉਹ ਕਰੀ ਜਾਣ ਜੀ, ਇਹ ਬਹੁਤ ਕੰਮ ਸੀ, ਇਹ ਬੜਾ ਮਿਹਨਤੀ ਸੀ, ਹੈ ਇਹ ਆ ਸੀ, ਉਹ ਸੀ, ਜੋ ਦੁਨੀਆ ਚ ਲੋਕਾਂ ਦੇ ਗੁਣ ਵੀ ਮਤਲਬ ਮੇਰੇ ਨਾਲ ਲੈ ਕੇ ਉਹਨਾਂ ਨੇ ਸਾਰਿਆਂ ਨੇ ਗਿਣਤੇ ਉੱਥੇ। ਮੇਰਾ ਬਾਅਦ ਚ ਮੈਨੂੰ ਕਹਿੰਦੇ ਤੂੰ ਵੀ ਬੋਲ। ਮੈਂ ਕਿਹਾ ਮੈਂ ਕੀ ਬੋਲਾਂ, ਮੈਂ ਤਾਂ ਇਸ ਝੂਠ ਦੀ ਪੰਡ ਥੱਲੇ ਆਪਣੇ ਨੂੰ ਕੱਢਣ ਵਾਸਤੇ ਹੀ ਸਾਰਾ ਵਕਤ ਲਾ ਦਿੱਤਾ, ਕਿ ਮੈਂ ਤਾਂ ਇੰਨਾ ਰੈਗੂਲਰ ਹੈ ਹੀ ਨਹੀਂ ਸੀ। ਮੈਂ ਤਾਂ ਸ਼ੌਕ ਵਾਂਗ ਨੌਕਰੀ ਕੀਤੀ ਹੈ, ਤੇ ਮੈਨੂੰ ਇੱਕ ਦਿਨ ਵੀ ਨਹੀਂ ਲੱਗਿਆ ਕਿ ਮੈਂ ਇੱਥੇ ਨੌਕਰੀ ਕਰਦਾ। ਮੈਨੂੰ ਤਾਂ 1 ਘੰਟਾ ਵੀ ਨਹੀਂ ਲੱਗਿਆ ਕਿ ਮੈਂ ਤੁਹਾਡੇ 9 ਤੋਂ 5 ਦਾ ਗੁਲਾਮ ਆ। ਮੈਂ ਤਾਂ ਕਈ 10 ਵਜੇ ਆਉਂਦਾ ਸੀ, 11 ਵਜੇ ਆਉਂਦਾ ਸੀ, ਮੈਨੂੰ ਕਦੇ ਰੋਕਿਆ ਨਹੀਂ ਸੀ, ਟੋਕਿਆ ਨਹੀਂ ਸੀ ਕਿਸੇ ਨੇ। ਜਾਂ 6 ਵਜੇ ਚਲਾ ਜਾਵਾਂ, 7 ਵਜੇ ਚਲਾ ਜਾਵਾਂ। ਮੇਰੇ ਦਫ਼ਤਰ ਦੇ ਵਿੱਚ ਕਿੱਡੇ ਕਿੱਡੇ ਵੱਡੇ ਲੇਖਕ, ਕਿੱਡੇ ਕਿੱਡੇ ਵੱਡੇ ਗੋਈਏ, ਕਿੱਡੇ ਕਿੱਡੇ ਵੱਡੇ ਅਧਿਕਾਰੀ ਆ ਕੇ ਐਂ ਹੀ ਬਹਿ ਜਾਂਦੇ ਸੀ, ਆ ਕੇ ਜਿਵੇਂ ਘਰ ਦੇ ਜੀ ਹੁੰਦੇ ਆ। ਤੇ ਕਈ ਵਾਰੀ ਸਾਰਾ ਸਾਰਾ ਦਿਨ ਕੱਖ ਵੀ ਨਹੀਂ ਸੀ ਕਰੀਦਾ, ਤੇ ਸ਼ਾਮ ਨੂੰ 5 ਵਜੇ ਬਹਿ ਕੇ 7 ਵਜੇ ਤੱਕ ਕੰਮ ਸਾਰਾ ਨਿਬੇੜੀਦਾ ਸੀ। ਇਸੇ ਤਰ੍ਹਾਂ ਨਾਲ ਹੀ ਜਿਹੜੀਆਂ ਥਾਵਾਂ ਤੇ ਵੀ ਮੈਂ ਗਿਆ ਵਾਂ, ਇੱਜ਼ਤ ਵੱਲੋਂ ਤਾਂ ਮਿੱਤਰਾ ਲੋਕਾਂ ਨੇ ਕੱਖ ਨਹੀਂ ਛੱਡਿਆ, ਕਸਰ ਕੋਈ ਨਹੀਂ ਛੱਡੀ। ਮੇਰਾ ਖਿਆਲ ਆ ਵੀ ਉਹਨੇ ਔਕਾਤ ਨਹੀਂ ਮੇਰੀ ਜ਼ਾਤ ਦੀ, ਜਿੱਡੀ ਵੱਡੀ ਦਾਤ ਲੋਕਾਂ ਨੇ ਦਿੱਤੀ ਹੈ। ਮੈਂ ਪਰੇਸ਼ਾਨ ਹੋ ਜਾਂਦਾ ਕਈ ਵਾਰੀ ਸੋਚ ਸੋਚ ਕੇ। ਤੇ ਮੈਨੂੰ ਉਦਾਂ ਤੇ ਨਹੀਂ ਯਕੀਨ ਰੱਬ ਰੂਪ ਵਿੱਚ ਕੋਈ, ਤੈਨੂੰ ਕਹਿ ਦਿਆਂ ਮੈਂ, ਪਰ ਇਸ ਮਾਮਲੇ 'ਚ ਮੈਨੂੰ ਲੱਗਦਾ ਰੱਬ ਹੈਗਾ। ਜੇ ਰੱਬ ਨਾ ਹੁੰਦਾ ਤਾਂ ਸਾਡੇ ਤੇ ਨਕੰਮਿਆਂ ਨੂੰ ਇੰਨੀ ਇੱਜ਼ਤ ਕਿਵੇਂ ਮਿਲਦੀ। ਲੋਕ ਬੜੀ ਵੱਡੀ ਸ਼ਕਤੀ ਨੇ, ਬੜੀ ਮੁਹੱਬਤ ਕਰਦੇ ਨੇ। ਮੈਨੂੰ ਇੱਕ ਦਿਨ ਮੇਰਾ ਮਿੱਤਰ ਇੱਕ ਸਵਾਲ ਕਰਨ ਲੱਗਿਆ, ਲੇਖਕ ਹੈ, ਮੈਂ ਨਾਂ ਤਾਂ ਨਹੀਂ ਲੈਣਾ ਵੀ ਉਹ ਕਹੇਗਾ ਯਾਰ ਮੇਰੀ ਬਦਨਾਮੀ ਕਰਤੀ। ਮੈਨੂੰ ਕਹਿੰਦਾ ਯਾਰ ਤੈਨੂੰ ਕੋਈ ਨਾ ਹੀ ਨਹੀਂ ਕਰਦਾ। ਮੈਂ ਕਿਹਾ ਮੈਨੂੰ ਨਾਂ ਤਾਂ ਨਹੀਂ ਕਰਦਾ ਕਿ ਮੈਂ ਸਾਜਨ ਰਾਏਕੋਟੀ ਨੂੰ ਸੁਣਦਾ,
ਕਹਿੰਦਾ ਉਹ ਕੌਣ ਸੀ? ਮੈਂ ਕਿਹਾ ਬਸ ਇੱਥੇ ਹੀ ਫਰਕ ਹੈ। ਬਹੁਤ ਅੱਛਾ। ਤੂੰ ਮੈਂ ਕਿਹਾ ਜਦ ਚਮਸਕੀ ਪੜ੍ਹਦਾ ਉਸ ਵੇਲੇ ਮੈਂ ਸਾਜਨ ਰਾਏਕੋਟੀ ਤੇ ਗੀਤ ਸੁਣਦਾ। ਮੈਂ ਕਿਹਾ ਉਹਨੇ ਗੀਤ 'ਚ ਕਿਹਾ ਕਿ ਰਾਏਕੋਟੀ ਨੇ ਰੰਗਪੁਰ ਜਾ ਕੇ ਐਸੀ ਅਲਖ ਜਗਾਉਣੀ, ਭਾਬੀ ਨੰਦ ਸਣੇ ਪਿੱਛੇ ਤੁਰ ਪੂ ਮੇਰੇ। ਬਹੁਤ ਅੱਛਾ। ਜਿਹੜੀ ਤੁਹਾਡੀ ਅਲਖ ਹੈ ਨਾ, ਸ਼ਕਤੀ ਉਹਦੇ 'ਚ ਹੋਣੀ ਚਾਹੀਦੀ ਹੈ। ਮੈਂ 2 ਮਿਸਾਲਾਂ ਪਿਛਲੇ ਸਾਲ ਦੀਆਂ ਦੇਣੀਆਂ ਚਾਹਾਂਗਾ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਵਿੱਚ ਮੈਂ ਇਸ ਵੇਲੇ ਕੋਈ ਅਹੁਦਾ ਰੁਤਬਾ ਮੇਰੇ ਕੋਲ ਨਹੀਂ ਹੈ। ਜਸਟ ਇੱਕ ਸਾਬਕਾ ਪ੍ਰਧਾਨ ਹੋਣ ਨਾਤੇ ਦੀ ਐਗਜ਼ੈਕਟਿਵ ਮੈਂਬਰ ਜ਼ਰੂਰ ਹਾਂ, ਪਰ ਪ੍ਰਧਾਨ ਜੀ ਇਸ ਵੇਲੇ ਪ੍ਰੋਫੈਸਰ ਰਵਿੰਦਰ ਭੱਠਲ ਨੇ ਔਰ ਜਨਰਲ ਸੈਕਟਰੀ ਡਾਕਟਰ ਸੁਰਜੀਤ ਸਿੰਘ ਹੋਰੀ ਨੇ ਪਟਿਆਲੇ ਵਾਲੇ। ਜਦੋਂ ਇਹਨਾਂ ਅਹੁਦਾ ਸੰਭਾਲਿਆ ਤੇ ਕਹਿਣ ਲੱਗੇ ਕਿ ਜਿਵੇਂ ਹਰ ਸਰਕਾਰ ਤੋਂ ਬਾਅਦ ਖਜ਼ਾਨਾ ਖਾਲੀ ਹੈ, ਕਿਉਂਕਿ ਕੰਸਟਰਕਸ਼ਨ ਦਾ ਕੰਮ ਹੋ ਕੇ ਹਟਿਆ ਸੀ ਪਹਿਲਾਂ, ਪੁਸਤਕ ਬਾਜ਼ਾਰ ਬਣ ਕੇ ਹਟਿਆ ਸੀ। ਕਹਿੰਦੇ ਪੈਸੇ ਤੇ ਭਾਜੀ ਕੋਲ ਕੋਈ ਨਹੀਂ, ਕੰਮ ਕਿਵੇਂ ਚੱਲੇਗਾ? ਮੈਂ ਐਵੇਂ ਜਿਵੇਂ ਫੌੜ ਮਾਰਦਾ ਬੰਦਾ, ਮੈਂ ਕਹੋ ਫਿਕਰ ਨਾ ਕਰੋ ਯਾਰ, ਕੰਮ ਰੇੜ ਦਿਆਂਗੇ ਆਪਾਂ, ਗੱਲ ਹੀ ਕੋਈ ਨਹੀਂ, ਪੈਸੇ ਜਿਹਨੂੰ ਕਹੋਗੇ ਕਹਿ ਦਿਆਂਗੇ ਦੇ ਦੇਗਾ। ਖੈਰ 1 ਲੱਖ 2 ਲੱਖ ਲੋਕਾਂ ਦੋਸਤਾਂ ਮਿੱਤਰਾਂ ਨੂੰ ਦੋਸਤ ਨੂੰ ਕਿਹਾ, ਉਹਨਾਂ ਨੂੰ ਕਿਹਾ ਬਈ ਵਰਕਿੰਗ ਕੈਪੀਟਲ ਦੇ ਦਿਓ ਸਾਨੂੰ ਥੋੜੀ ਬਹੁਤੀ, ਉਹ ਦੇ ਦੂ ਦਿੱਤੇ। ਉਦੋਂ ਬਾਅਦ ਕਹਿੰਦੇ ਪਬਲੀਕੇਸ਼ਨ ਕਰਨੀ ਹੈ, ਮੈਂ ਕੋਈ ਵੀ ਲੈ ਲੈਂਦੇ ਆ। ਉਹ ਮੁੰਡਾ ਵਜ਼ੀਰ ਸਾਡਾ ਇੱਕ ਬਣਿਆ ਸੀ, ਪਿਛਲੀ ਐਸੇ ਸਰਕਾਰ ਦੇ ਵਿੱਚ ਵਜ਼ੀਰ ਆ। ਮੈਂ ਕਿਹਾ ਆਸ਼ੂ ਮੈਨੂੰ ਪੈਸੇ ਚਾਹੀਦੇ ਨੇ ਯਾਰ, 5 ਲੱਖ ਰੁਪਇਆ ਚਾਹੀਦਾ। ਕਹਿੰਦਾ ਅੰਕਲ ਤੁਸੀਂ ਮੈਨੂੰ ਅਕੈਡਮੀ ਵੱਲੋਂ ਲਿਖ ਕੇ ਭੇਜ ਦਿਓ, ਕਿਹੜੇ ਪਰਪਸ ਲਈ ਚਾਹੀਦੇ ਨੇ, ਮੈਂ ਪੈਸੇ ਦੇ ਦੇਣਾ। ਤੁਸੀਂ ਯਕੀਨ ਕਰੋਗੇ ਕਿ ਸਾਡੀ ਐਗਜ਼ੈਕਟਿਵ ਦੇ ਮੈਂਬਰਸ ਨੇ ਹਿੰਮਤ ਕਰਕੇ ਪੈਰਵੀ ਕਰਨੀ ਪਈ ਸਾਡੇ ਦੋਸਤਾਂ ਨੂੰ, ਪਰ ਪੈਰਵੀ ਬਹੁਤੀ ਨਹੀਂ, ਐਵੇਂ 2-3 ਵਾਰੀ ਗੇੜੇ ਲਾਉਣੇ ਪਏ, ਬਹੁਤੇ ਨਹੀਂ। ਕਿ ਚਿੱਠੀ ਇੱਕ ਵਾਰ ਦੇਣ ਗਏ ਨੇ, ਇੱਕ ਵਾਰੀ ਚੈੱਕ ਲੈਣ ਗਏ ਨੇ, ਇੰਨੀ ਕੀ। ਤੇ 5 ਲੱਖ ਰੁਪਏ ਦੇ ਨਾਲ ਅਸੀਂ ਗੁਰੂ ਨਾਨਕ ਸ਼ਤਾਬਦੀ ਨਾਲ ਸੰਬੰਧਿਤ ਜਿੰਨੀਆਂ ਪੁਸਤਕਾਂ ਅਕੈਡਮੀ ਹੁਣ ਤੱਕ ਛਾਪੀਆਂ ਸੀ, ਉਹ ਸਾਰੀਆਂ ਲਗਭਗ ਤਿਆਰ ਹੋ ਗਈਆਂ ਨੇ। ਉਦੋਂ ਬਾਅਦ ਆ ਗਿਆ ਫੰਕਸ਼ਨ ਸੀ ਸਰਕਾਰ ਦਾ, ਸੀ ਪੰਜਾਬੀ ਭਵਨ 'ਚ। ਮੈਂ ਸਿਰਫ ਇੱਕ ਬੁਲਾਰਾ ਸੀ, ਤੇ ਬੁਲਾਰਾ ਹੋਣ ਨਾਤੇ ਲੋਕ ਸੰਪਰਕ ਅਫਸਰ ਸੀ ਮੁੰਡਾ ਇੱਥੇ ਪ੍ਰਭਦੀਪ ਸਿੰਘ, ਉਹਨੇ ਮੈਨੂੰ ਕਿਹਾ ਤਾਂ ਤੁਸੀਂ ਵੈਲਕਮ ਐਡਰੈਸ ਵੀ ਤੁਸੀਂ ਬੋਲ ਦਿਓ। ਮੈਂ ਵੈਲਕਮ ਐਡਰੈਸ ਦੇ ਵਿੱਚ ਮੰਤਰੀ ਨੂੰ ਕਿਹਾ, ਜਿਹੜਾ ਉਸ ਵੇਲੇ ਮੁੱਖ ਮਹਿਮਾਨ ਸੀ ਸੁਖਜਿੰਦਰ ਸਿੰਘ ਰੰਧਾਵਾ, ਸਬੱਬ ਨਾਲ ਮੇਰੇ ਜਿੱਥੇ ਮੇਰਾ ਪਿੰਡ ਹੈ ਉੱਥੋਂ ਦਾ MLA ਵੀ ਉਹੀ ਹੈ। ਮੈਂ ਕਿਹਾ ਸਾਹਿਬ ਸੁਖਜਿੰਦਰ ਸਿੰਘ ਤੁਸੀਂ ਯਾਰ ਇੰਨਾ ਕੁਛ ਕਰਦੇ ਹੋ ਵੀ ਮਾਸਟਰ ਤਾਰਾ ਸਿੰਘ ਹੋਰਾਂ ਦੇ ਸ਼ਤਾਬਦੀ ਸਮਾਗਮ ਦੇ ਵਿੱਚ ਵੀ ਲੋਕਾਂ ਨੇ ਬੜੇ ਬੜੇ ਇਕਰਾਰ ਕੀਤੇ, ਉਹਨਾਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਕਰੀ ਤੁਰੇ ਜਾ ਰਹੇ ਆ, ਅੱਜ ਵੀ ਕਰ ਰਹੇ ਆ। ਉਹਨਾਂ ਦੀ ਲਿਖਤਾਂ ਨਹੀਂ ਮਿਲਦੀਆਂ ਚੱਜ ਨਾਲ, ਰਿਸਪੈਕਟੇਬਲ ਢੰਗ ਨਾਲ ਯਾਰ ਛਪੀਆਂ ਹੋਈਆਂ ਕਿਤੇ। ਤੇ ਦੂਸਰਾ ਮੈਂ ਕਿਹਾ ਉਹਨਾਂ ਦੀ ਕੋਈ ਯਾਦਗਾਰ ਐਸੀ ਨਹੀਂ ਪੂਰੇ ਪੰਜਾਬ ਦੇ ਵਿੱਚ ਜਿਹੜੀ ਆ ਕਹਿ ਸਕੀਏ ਕਿ ਉਹਨਾਂ ਨੂੰ ਡੈਡੀਕੇਟਡ ਹੈ। ਕਹਿੰਦਾ ਕੀ ਕਰਨਾ ਚਾਹੀਦਾ? ਮੈਂ ਕਿਹਾ ਕਰਤਾ ਅਸੀਂ ਆਪੇ ਦਿਆਂਗੇ, ਸਾਡੇ ਕੋਲ ਪੈਸੇ ਹੈ ਨਹੀਂ। ਉਹ ਕਹਿੰਦਾ ਕਿੰਨੇ ਕੁ ਲੱਗਦੇ ਆ? ਮੈਂ ਐਵੇਂ ਅੰਦਾਜ਼ੇ ਜਿਹੇ ਨਾਲ ਝਟਕਾ ਅੰਦਾਜ਼ਾ, ਜਿਵੇਂ ਆਪਾਂ ਜੇ ਕੋਈ ਮੂੰਗਫਲੀ ਵਾਲੀ ਬੋਰੀ ਭਰੀ ਹੋਵੇ ਤੇ ਆਪਾਂ ਰੁੱਕ ਨਹੀਂ ਭਰ ਲੈਂਦੇ। ਉਹ ਮੈਂ ਕਿਹਾ ਹੁਣ ਵਾਹਵਾ ਇਹ ਮੰਨਿਆ ਹੋਇਆ, ਤੇ ਮੈਂ ਕਿਹਾ ਇਹਨੂੰ ਕਹਿ ਦਿੰਦੇ 5 ਲੱਖ ਲੱਗਦਾ। ਉਹ ਕਹਿੰਦਾ ਮੈਂ 5 ਲੱਖ ਭੇਜ ਦਿਆਂਗਾ। ਬਾਅਦ ਚ ਮੈਨੂੰ ਡਾਕਟਰ SP ਸਿੰਘ ਉਸ ਮੁੱਖ ਬੁਲਾਰੇ ਸੀ ਉਸ ਸਮਾਗਮ ਦੇ, ਡਾਕਟਰ ਪ੍ਰਿੰਸੀਪਲ ਸਿੰਘ ਕਪੂਰ ਬੁਲਾਰੇ ਸੀ, ਔਰ ਮਾਸਟਰ ਤਾਰਾ ਸਿੰਘ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਬੀਬਾ ਡਾਕਟਰ ਜਸਪ੍ਰੀਤ ਕੌਰ ਸੀ। ਮੈਨੂੰ ਕਹਿਣ ਲੱਗੇ ਵੀ ਪੈਸੇ ਮਿਲ ਜਾਣਗੇ? ਮੈਂ ਕਿਹਾ ਮਿਲ ਜਾਣਗੇ ਨਹੀਂ, ਪੈਸੇ ਮਿਲ ਗਏ। ਬਹੁਤ ਅੱਛਾ। ਇਹ ਜਿਹੜਾ ਬੂਟਾ ਨਾ, ਮੈਂ ਕਿਹਾ ਜਿਹੜਾ ਇਹ ਬੂਟਾ ਸੁਖਜਿੰਦਰ ਰੰਧਾਵੇ ਵਾਲਾ, ਇਹਦੀ ਮੈਂ ਜਾਣਦਾ, ਇਹ ਕਮਿਟ ਕਰਦੇ ਨੇ, ਜੇ ਕਰਦੇ ਨੇ ਤਾਂ ਨਿਭਾ ਦਿੰਦੇ ਆ। ਔਰ ਮਹੀਨੇ 1.5 ਮਹੀਨੇ ਸਾਡੇ ਕੋਲ ਪੈਸੇ ਆ ਗਏ। ਕਿਤਾਬਾਂ ਜਸਪ੍ਰੀਤ ਮੈਡਮ ਨੇ ਸਾਰੀਆਂ ਐਡਿਟ ਕਰ ਦਿੱਤੀਆਂ ਨੇ। 7 ਕਿਤਾਬਾਂ ਦਾ ਵਾਲੀਅਮ ਇੱਕ ਪੂਰੇ ਦਾ ਪੂਰਾ ਸਾਡਾ ਤਿਆਰ ਹੈ, ਯੂਨੀਫਾਰਮ ਪੂਰਾ, ਜਿਹੜਾ ਬਹੁਤ ਚੰਗੀ ਤਰ੍ਹਾਂ ਛਾਪ ਕੇ ਅਸੀਂ ਬਹੁਤ ਜਲਦੀ ਪਾਠਕਾਂ ਨੂੰ ਦਿਆਂਗੇ। ਸੋ ਕਹਿਣ ਦਾ ਮਤਲਬ ਹੈ ਵੀ ਸੱਤਾਵਾਨ ਜਿਹੜਾ ਨਾ, ਉਹਨੂੰ ਜੇ ਅਪੀਲ ਠੀਕ ਢੰਗ ਨਾਲ, ਠੀਕ ਪਰਸਪੈਕਟਿਵ ਕੀਤੀ ਜਾਵੇ ਤਾਂ ਤੁਸੀਂ ਰਿਜ਼ਲਟ ਲੈ ਸਕਦੇ ਹੋ। ਉਹ ਗੁਲਾਮੀ ਨਹੀਂ ਕਰਵਾਉਂਦਾ। ਤੁਹਾਡੇ ਅੰਦਰ ਇੱਕ ਬੈਠਾ ਹੋਇਆ ਇੱਕ ਕਮਜ਼ੋਰ ਇਨਸਾਨ ਹੈ ਜਿਹੜਾ ਕਹਿੰਦਾ ਕਿ ਸ਼ਾਇਦ ਚਾਪਲੂਸੀ ਤੁਹਾਨੂੰ ਰਿਜ਼ਲਟ ਦਿੰਦੀ ਹੈ, ਚਾਪਲੂਸੀ ਰਿਜ਼ਲਟ ਨਹੀਂ ਦਿੰਦੀ। ਡਾਇਲਾਗ ਅੱਖ 'ਚ ਅੱਖ ਪਾ ਕੇ ਗੱਲ ਕਰੋਗੇ। ਮੈਂ ਤਾਂ ਈਵਨ ਪ੍ਰਕਾਸ਼ ਸਿੰਘ ਬਾਦਲ ਜੋ ਕਿ ਛੱਜ ਛੱਡਦੇ ਨੇ ਉਹਦੇ ਬਦਨਾਮੀ ਕਰਨ ਨੂੰ ਇੰਨਾ ਕੁਛ ਕਰਦੇ ਨੇ, ਮੈਂ ਤਾਂ ਮਹਾਰਾਜ ਦਲੀਪ ਸਿੰਘ ਮੈਮੋਰੀਅਲ ਟਰਸਟ ਦਾ ਚੇਅਰਮੈਨ ਹੋਣ ਨਾਤੇ ਉਹਨਾਂ ਨੂੰ ਇੱਕੋ ਹੀ ਰਿਕੁਐਸਟ ਕੀਤੀ ਸੀ। ਮੈਂ ਕਿਹਾ ਜੀ ਤੁਸੀਂ ਮੁੱਖ ਮੰਤਰੀ ਹੋ, ਇਹ ਸਾਬਕਾ ਸਾਡਾ ਪ੍ਰਭੂ ਸੱਤਾ ਸੰਪੰਨ ਲਾਸਟ ਐਮਪਰਰ ਹੈ ਕਮਰਦੀਪ ਸਿੰਘ, ਇੱਥੇ ਨੇ ਆਖਰੀ ਰਾਤ ਕੱਟੀ ਸੀ ਬਸੀਆਂ ਕੋਠੀ ਦੇ ਵਿੱਚ। ਇਹਦੀ ਅੱਖ 'ਚ ਅੱਖ ਪਾ ਕੇ ਕਮਿਟਮੈਂਟ ਕਰੋ, ਜੇ ਦੱਸੋ ਜਿਹੜੇ ਹੋਈ ਥਾਂ ਦੇ ਵਿੱਚ ਇਹ ਬੈਠਾ ਚੰਗਾ ਲੱਗਦਾ। ਬਹੁਤ ਅੱਛਾ। ਔਰ ਲਗਭਗ 5 ਕਰੋੜ 80 ਲੱਖ ਰੁਪਇਆ ਲਾ ਕੇ 12 ਏਕੜ ਦਾ ਕੰਪਲੈਕਸ ਅਸੀਂ ਰਾਏਕੋਟ ਦੇ ਨੇੜੇ ਬਸੀਆਂ 'ਚ ਡਿਵੈਲਪ ਕਰਵਾ ਲਿਆ। ਬਹੁਤ ਅੱਛਾ। 14 ਦੀ ਇਨਾਗਰੇਸ਼ਨ ਹੋ ਚੁੱਕੀ ਹੈ। ਸੋ ਕਹਿਣ ਦਾ ਮਤਲਬ ਕਈ ਵਾਰੀ ਤੁਸੀਂ ਨਾ, ਔਰ ਉਹਦੇ ਲਈ ਮੈਨੂੰ ਸਿਰਫ 2 ਮੀਟਿੰਗ ਜਾਣਾ ਪਿਆ ਚੰਡੀਗੜ੍ਹ। ਮੈਂ ਕਦੇ ਨਹੀਂ ਚੰਡੀਗੜ੍ਹ ਗਿਆ। ਇਸ ਕਰਕੇ ਮੈਨੂੰ ਲੱਗਦਾ ਕਿ ਸਾਡੇ ਲੇਖਕ ਦੇ ਅੰਦਰ ਇੱਕ ਜਿਹੜਾ ਸਵੈਮਾਨ, ਆਤਮ ਬਲ ਔਰ ਗੱਲ ਕਹਿਣ ਦੀ ਜ਼ਰੂਰਤਮੰਦੀ, ਜੇ ਇਹ ਕਾਇਮ ਕਰ ਸਕੀਏ ਅਸੀਂ
ਤਾਂ ਉਸਤਾਦ ਦਾਮਨ ਦਾ ਸ਼ੇਰ ਦੁਹਰਾਉਣ ਨੂੰ ਜੀ ਕਰਦਾ ਕਿ ਬੰਦਾ ਚਾਹੇ ਤੇ ਕੀ ਨਹੀਂ ਕਰ ਸਕਦਾ, ਭਾਵੇਂ ਵਕਤ ਹੈ ਤੰਗ ਤੋਂ ਤੰਗ ਆਉਂਦਾ, ਰਾਂਝਾ ਤਖਤ ਹਜ਼ਾਰਿਓਂ ਤੁਰੇ ਤਾਂ ਸਹੀ, ਪੈਰਾਂ ਹੇਠ ਸਿਆਲਾਂ ਦਾ ਝੰਗ ਆਉਂਦਾ। ਜਿੱਦਣ ਮੈਂ 2016 ਦੇ ਵਿੱਚ ਸੁੱਖੀ ਬਾਠ ਨੂੰ ਸਰੀ ਚ ਕਿਹਾ ਸੀ ਕਿ ਮਿੱਤਰਾ ਜਿਹੜੇ ਕੰਮ ਕਰਦਾ ਹੈ ਪੈਸੇ ਬਹੁਤ ਖਰਚਦਾ ਪਰ ਇੰਪੈਕਟ ਕੋਈ ਨਹੀਂ ਹੋ, ਪਹਿਲੀ ਮੁਲਾਕਾਤ ਸੀ। ਨਾਲ ਮੇਰੇ ਕੌਣ ਸੀ? ਮੇਰਾ ਮਿੱਤਰ ਕੁਲਦੀਪ ਸੀ, ਡਾਕਟਰ ਸੁਰਜੀਤ ਸਿੰਘ ਗਿੱਲ ਸੀ ਸਾਡੇ ਐਗਰੀਕਲਚਰ ਯੂਨੀਵਰਸਿਟੀ ਵਾਲੇ, ਔਰ ਗੁਲਜ਼ਾਰ ਵਿਲਿੰਗ ਸੀ ਡਾਕਟਰ। ਉਹ ਬੰਦਾ ਪਰੇਸ਼ਾਨ ਹੋ ਗਿਆ ਵੀ ਇੰਪੈਕਟ ਕਿਉਂ ਨਹੀਂ। ਮੈਂ ਕਿਹਾ ਹੈ ਨਹੀਂ, ਇਹ ਤੇਰਾ ਸ਼ਹਿਰੀ ਚ ਲੋਕਾਂ ਨੂੰ ਪਤਾ ਹੋਊ ਮਾੜਾ ਮੋਟਾ ਕੀ ਕਰਦਾ ਤੂੰ। ਕਹਿੰਦਾ ਫਿਰ ਕੀ ਕਰਾਂ? ਮੈਂ ਕਿਹਾ ਸੁਪਨਾ ਸਾਡਾ, ਰੰਗ ਤੇਰੇ ਭਰ ਲੇਗਾ ਤੇ ਵਿਸ਼ਵ ਸ਼ਕਤੀ ਬਣ ਜਾਏਗਾ। ਔਰ ਪੰਜਾਬ ਭਵਨ ਸਰੀ ਚ ਉਹਨੇ ਬਣਾਉਣ ਦਾ ਸੁਪਨਾ ਉਸੇ ਦਿਨ ਹੀ ਲੈ ਲਿਆ, 3 ਮਹੀਨਿਆਂ ਚ ਐਗਜ਼ੀਕਿਊਟ ਕਰ ਦਿੱਤਾ। ਔਰ ਅੱਜ ਪੂਰੇ ਵਿਸ਼ਵ ਚ ਇੱਕੋ ਇੱਕ ਪੰਜਾਬ ਭਵਨ ਹੈ ਜਿੱਥੇ ਹਰ ਲੇਖਕ ਜਾ ਕੇ ਮਹਿਸੂਸ ਇਹ ਕਰਦਾ ਕਿ ਮੈਂ ਆਪਣੇ ਘਰੇ ਬੈਠਾ, ਕਿਤੇ ਬਾਹਰ ਨਹੀਂ ਹਾਂ। ਜਿਹਨੂੰ ਅੰਮ੍ਰਿਤਾ ਪ੍ਰੀਤ ਨੂੰ ਕਹਿੰਦੀ ਹੈ ਨਾ, ਅੰਮ੍ਰਿਤਾ ਕਹਿੰਦੀ ਹੈ ਕਿ ਮਾਣ ਸੁੱਚੇ ਇਸ਼ਕ ਦਾ ਹੈ, ਹੁਨਰ ਦਾ ਦਾਵਾ ਨਹੀਂ। ਬਹੁਤ ਚਲੋ ਗੁਰਭਜਨ ਗਿੱਲ ਜੀ, ਹੁਣ ਸਾਨੂੰ ਨਾ ਜਿਹੜੀਆਂ ਆਪਣੀਆਂ ਨਵੀਆਂ ਕਵਿਤਾਵਾਂ ਗਜ਼ਲਾਂ ਕੁਝ ਸੁਣਾਓ, ਤੇ ਉਸ ਤੋਂ ਬਾਅਦ ਇੱਕ ਦਾ ਸਵਾਲ ਕਰਾਂਗੇ ਤੇ ਫਿਰ ਆਪਾਂ ਇਹਨੂੰ ਸਮੇਟਾਂਗੇ। ਮੈਂ ਤੱਤੇ ਕਾ ਜਿਹੜੀਆਂ ਇੱਕ ਦੋ ਚੀਜ਼ਾਂ ਮੇਰੇ ਸਾਹਮਣੇ ਆ ਗਈਆਂ, ਮੈਂ ਉਹੀ ਸੁਣਾ ਦੇਣਾ। ਮੈਂ ਚੋਣਵੀਆਂ ਤੇ ਨਹੀਂ ਕਹਿ ਸਕਦਾ। ਬਿਲਕੁਲ ਜੀ, ਬਿਲਕੁਲ। ਹਾਂ ਬਿਲਕੁਲ। ਹਾਂ ਕਿ ਸੂਰਜ ਚੜਿਆ ਥੱਕਿਆ ਥੱਕਿਆ, ਸੂਰਜ ਚੜਿਆ ਥੱਕਿਆ ਥੱਕਿਆ, ਬਾਦਲਾਂ ਜਿਹੀ ਸਵੇਰ ਕਿਉਂ ਹੈ। ਸੂਰਜ ਚੜਿਆ ਥੱਕਿਆ ਥੱਕਿਆ, ਬਾਦਲਾਂ ਜਿਹੀ ਸਵੇਰ ਕਿਉਂ ਹੈ, ਊੜਾ ਜੂੜਾ ਪੁੱਛਣ ਦੋਵੇਂ ਅੱਖੀਆਂ ਅੱਗੇ ਨੇਰ ਕਿਉਂ ਹੈ। ਬਹੁਤ ਅੱਛਾ, ਬਹੁਤ ਵਧੀਆ। ਸੂਰਜ ਚੜਿਆ ਥੱਕਿਆ ਥੱਕਿਆ, ਬਾਦਲਾਂ ਜਿਹੀ ਸਵੇਰ ਕਿਉਂ ਹੈ, ਊੜਾ ਜੂੜਾ ਪੁੱਛਣ ਦੋਵੇਂ ਅੱਖੀਆਂ ਅੱਗੇ ਨੇਰ ਕਿਉਂ ਹੈ। ਬਹੁਤ ਅੱਛਾ। ਕਿ ਕਿਰਨ ਮਕਿਰਨੀ ਟੁੱਟਦੇ ਤਾਰੇ, ਸਾਹ ਵੀ ਹੋ ਗਏ ਬੇਤ ਬਾਰੇ। ਕਿਰਨ ਮਕਿਰਨੀ ਟੁੱਟਦੇ ਤਾਰੇ, ਸਾਹ ਵੀ ਹੋ ਗਏ ਬੇਤ ਬਾਰੇ, ਦੀਨ ਦੁਖੀ ਦੀ ਰਾਖੀ ਖਾਤਰ ਸ਼ੁਭ ਕਰਮਨ ਵਿੱਚ ਦੇਰ ਕਿਉਂ ਹੈ। ਬਹੁਤ ਅੱਛਾ। ਸ਼ੁਭ ਕਰਮਨ ਵਿੱਚ ਦੇਰ ਕਿਉਂ ਹੈ। ਬਹੁਤ ਅੱਛੇ, ਬਹੁਤ ਵਧੀਆ। ਇਹ ਕੀ ਹੋਇਆ ਸਿਖਰ ਦੁਪਹਿਰੇ, ਕੀ ਹੋਇਆ ਸਿਖਰ ਦੁਪਹਿਰੇ, ਲੱਗ ਗਏ ਨੇ ਕੁੱਖਾਂ ਤੇ ਪਹਿਰੇ, ਕੁੜੀਆਂ ਚਿੜੀਆਂ ਖੌਫ ਜ਼ਦਾ ਨੇ, ਇੰਨਾ ਗੂੜ ਹਨੇਰ ਕਿਉਂ ਹੈ। ਬਹੁਤ ਅੱਛਾ, ਬਹੁਤ ਵਧੀਆ। ਰਹੋ ਜਾਗਦੇ ਰੱਟਦੇ ਰੱਟਦੇ, ਰਹੋ ਜਾਗਦੇ ਰੱਟਦੇ ਰੱਟਦੇ, ਮਰ ਚੱਲੇ ਜਗਰਾਤੇ ਕੱਟਦੇ। ਬਹੁਤ ਅੱਛਾ। ਰਹੋ ਜਾਗਦੇ ਰੱਟਦੇ ਰੱਟਦੇ, ਮਰ ਚੱਲੇ ਜਗਰਾਤੇ ਕੱਟਦੇ, ਪਹਿਰੇਦਾਰੋ ਇਹ ਤਾਂ ਦੱਸੋ ਜ਼ਾਲਮ ਹੋਇਆ ਸ਼ੇਰ ਕਿਉਂ ਹੈ। ਬਹੁਤ ਵਧੀਆ। ਰਹੋ ਜਾਗਦੇ ਰੱਟਦੇ ਰੱਟਦੇ, ਮਰ ਚੱਲੇ ਜਗਰਾਤੇ ਕੱਟਦੇ, ਪਹਿਰੇਦਾਰੋ ਇਹ ਤਾਂ ਦੱਸੋ ਜ਼ਾਲਮ ਹੋਇਆ ਸ਼ੇਰ ਕਿਉਂ ਹੈ। ਬਹੁਤ ਅੱਛੇ। ਰਾਹਾਂ ਵਿੱਚ ਗਵਾਚੇ ਪਾਂਦੀ, ਰਾਹਾਂ ਵਿੱਚ ਗਵਾਚੇ ਪਾਂਦੀ, ਗਿਆਨ ਦੀ ਆਂधी ਵਗਦੀ ਕੈਸੀ, ਭਗਤ ਤਰੂ ਤਾਰਾ ਨਹੀਂ ਦਿਸਦਾ, ਫਿਰ ਵੀ ਉਸ ਤੇ ਮਿਹਰ ਕਿਉਂ ਹੈ। ਦਹਿਸ਼ਤ ਜਿਸ ਤਰ੍ਹਾਂ ਸਿਵਿਆਂ ਅੰਦਰ, ਦਹਿਸ਼ਤ ਜਿਸ ਤਰ੍ਹਾਂ ਸਿਵਿਆਂ ਅੰਦਰ, ਕੁਰਬਲ ਕੁਰਬਲ ਮਨ ਦੇ ਮੰਦਰ। ਬਹੁਤ ਵਧੀਆ। ਦਹਿਸ਼ਤ ਜਿਸ ਤਰ੍ਹਾਂ ਸਿਵਿਆਂ ਅੰਦਰ, ਕੁਰਬਲ ਕੁਰਬਲ ਮਨ ਦੇ ਮੰਦਰ, ਅਜਬ ਤਰ੍ਹਾਂ ਦਾ ਤਾਂਡਵ ਹੁੰਦਾ, ਮੇਰੇ ਚਾਰ ਚਫੇਰ ਕਿਉਂ ਹੈ। ਬਹੁਤ ਵਧੀਆ, ਕਮਾਲ, ਬਹੁਤ ਵਧੀਆ। ਤੂੰ ਸੀ ਧਰਮੀ ਕਰਮੀ ਬੰਦਾ, ਇਹ ਤੂੰ ਕਿਹੜਾ ਫੜ ਲਿਆ ਧੰਦਾ। ਤੂੰ ਸੀ ਧਰਮੀ ਕਰਮੀ ਬੰਦਾ, ਇਹ ਤੂੰ ਕਿਹੜਾ ਫੜ ਲਿਆ ਧੰਦਾ, ਤੇਰੀ ਬਸਤੀ ਦਾ ਸਿਰਨਾਵਾ ਅੱਜ ਕੱਲ ਸ਼ਹਿਰ ਲੁਟੇਰ ਕਿਉਂ ਹੈ। ਬਹੁਤ ਅੱਛੇ, ਬਹੁਤ ਅੱਛੇ, ਬਹੁਤ ਵਧੀਆ। ਤੂੰ ਸੀ ਧਰਮੀ ਕਰਮੀ ਬੰਦਾ, ਇਹ ਤੂੰ ਕਿਹੜਾ ਫੜ ਲਿਆ ਧੰਦਾ, ਤੇਰੀ ਬਸਤੀ ਦਾ ਸਿਰਨਾਵਾ ਅੱਜ ਕੱਲ ਸ਼ਹਿਰ ਲੁਟੇਰ ਕਿਉਂ ਹੈ। ਸੂਰਜ ਚੜਿਆ ਥੱਕਿਆ ਥੱਕਿਆ, ਬਦਰੰਗ ਜਿਹੀ ਸਵੇਰ ਕਿਉਂ ਹੈ, ਊੜਾ ਜੂੜਾ ਪੁੱਛਣ ਦੋਵੇਂ ਅੱਖੀਆਂ ਅੱਗੇ ਨੇਰ ਕਿਉਂ ਹੈ। ਇੱਕ ਹੋਰ ਗਜ਼ਲ ਦੇ ਸ਼ੇਰ ਤੁਹਾਡੇ ਨਾਲ ਸਾਂਝੇ ਕਰਨੀ ਚਾਹਾਂਗਾ। ਜੀ ਜੀ ਜੀ। ਕਿ ਸਿਰ ਤੇ ਸੂਰਜ ਹੁੰਦਿਆਂ ਸੁੰਦਿਆਂ,
ਸਿਰ ਤੇ ਸੂਰਜ ਹੁੰਦਿਆਂ ਹੁੰਦਿਆਂ ਸੁੰਦਿਆਂ। ਸੁੰਦਿਆਂ, ਸਿਖਰ ਦੁਪਹਿਰ ਹਨੇਰ ਕਿਉਂ ਬਈ, ਸਿਖਰ ਦੁਪਹਿਰ ਹਨੇਰ ਕਿਉਂ ਬਈ, ਬਹੁਤ ਵਧੀਆ। ਦੇਸ਼ ਪੰਜਾਬ ਚ ਮਨ ਦੇ ਵਿਹੜੇ ਇੰਨੇ ਘੁੰਮਣ ਘੇਰ ਕਿਉਂ ਬਈ, ਹਾਏ 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 ਹਾਏ, ਬਹੁਤ ਵਧੀਆ। ਦੇਸ਼ ਪੰਜਾਬ ਚ ਮਨ ਦੇ ਵਿਹੜੇ ਇੰਨੇ ਘੁੰਮਣ ਘੇਰ ਕਿਉਂ ਬਈ, ਠੂਠਾ ਅਤੇ ਕਨਾਲੀ ਸੁੰਨੇ, ਠੂਠਾ ਅਤੇ ਕਨਾਲੀ ਸੁੰਨੇ, ਤਵਾ ਚੰਗੇਰ ਪਰਾਤ ਵੀ ਖਾਲੀ, ਠੂਠਾ ਅਤੇ ਕਨਾਲੀ ਸੁੰਨੇ, ਤਵਾ ਚੰਗੇਰ ਪਰਾਤ ਵੀ ਖਾਲੀ, ਸਾਡੇ ਲਈ ਤਾਂ ਫਿੱਕੀਆਂ ਈਦਾਂ ਵੱਜੀ ਜਾਂਦੀ ਭੇਰ ਕਿਉਂ ਬਈ, ਬਹੁਤ ਵਧੀਆ, ਬਹੁਤ ਵਧੀਆ। ਰੋਂਦਿਆਂ ਨੂੰ ਨਾ ਚੁੱਪ ਕਰਾਵੇ, ਚੁੱਕ ਨਾ ਕੋਈ ਸੀਨੇ ਲਾਵੇ, ਨਿੱਕੇ ਨਿੱਕੇ ਮਾਸੂਮਾਂ ਗਲ ਅਟਕੀ ਹੋਈ ਲੇਰ ਕਿਉਂ ਬਈ, ਬਹੁਤ ਵਧੀਆ, ਬਹੁਤ ਵਧੀਆ। ਰੋਂਦਿਆਂ ਨੂੰ ਨਾ ਚੁੱਪ ਕਰਾਵੇ, ਚੁੱਕ ਨਾ ਕੋਈ ਸੀਨੇ ਲਾਵੇ, ਨਿੱਕੇ ਨਿੱਕੇ ਮਾਸੂਮਾਂ ਗਲ ਅਟਕੀ ਹੋਈ ਲੇਰ ਕਿਉਂ ਬਈ, ਬੋਲੀ ਅਵਰ ਤੁਮਾਰੀ ਹੋ ਗਈ, ਹਰ ਅੱਖਰ ਅਥਰੂ ਚੋ ਗਈ, ਬੋਲੀ ਅਵਰ ਤੁਮਾਰੀ ਹੋ ਗਈ, ਹਰ ਅੱਖ ਅਥਰੂ ਅਥਰੂ ਚੋ ਗਈ, ਬਾਬਰ ਵਾਲਾ ਜਾਬਰ ਹੱਲਾ ਖੁਰਾਸਾਨ ਤੋਂ ਫੇਰ ਕਿਉਂ ਬਈ, ਬਾਬਰ ਵਾਲਾ ਜਾਬਰ ਹੱਲਾ ਖੁਰਾਸਾਨ ਤੋਂ ਫੇਰ ਕਿਉਂ ਬਈ, ਸੜਦਾ ਰੋਮ ਵਜਾਵੇ ਬੰਸੀ, ਨੀਰੋ ਨੂੰ ਤੇ ਨਿੰਦੀ ਜਾਈਏ, ਸੜਦਾ ਰੋਮ ਵਜਾਵੇ ਬੰਸੀ, ਨੀਰੋ ਨੂੰ ਤਾਂ ਨਿੰਦੀ ਜਾਈਏ, ਸਾਡੇ ਘਰ ਕੀ ਖਿਚੜੀ ਪੱਕਦੀ, ਸਾਡੇ ਘਰ ਕੀ ਖਿਚੜੀ ਪੱਕਦੀ, ਸੁਣ ਨਾ ਪੈਂਦੀ ਘੇਰ ਕਿਉਂ ਬਈ, ਇਸੇ ਘਰ ਦਾ ਅੱਜ ਵੀ ਜੀ ਹੈ, ਸੀਤਾ ਵੀ ਧਰਤੀ ਦੀ ਧੀ ਹੈ, ਬਹੁਤ ਅੱਛਾ। ਇਸੇ ਘਰ ਦਾ ਅੱਜ ਵੀ ਜੀ ਹੈ, ਸੀਤਾ ਵੀ ਧਰਤੀ ਦੀ ਧੀ ਹੈ, ਹਰ ਯੁੱਗ ਅੰਦਰ ਲక్ష్మణ ਰੇਖਾ, ਉਸਦੇ ਚਾਰ ਚਫੇਰ ਹਾਏ ਹਾਏ, ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ। ਇਸੇ ਘਰ ਦਾ ਅੱਜ ਵੀ ਜੀ ਹੈ, ਸੀਤਾ ਵੀ ਧਰਤੀ ਦੀ ਧੀ ਹੈ, ਹਰ ਯੁੱਗ ਅੰਦਰ ਲక్ష్మణ ਰੇਖਾ, ਉਸਦੇ ਚਾਰ ਚਫੇਰ ਕਿਉਂ ਬਈ, ਅਬਦਾਲੀ ਹੁਣ ਸੱਦਿਆ ਆਇਆ, ਅਬਦਾਲੀ ਹੁਣ ਸੱਦਿਆ ਆਇਆ, ਵਣਜ ਵਪਾਰੀ ਨਾਲ ਲਿਆਇਆ, ਅਬਦਾਲੀ ਹੁਣ ਸੱਦਿਆ ਆਇਆ, ਵਣਜ ਵਪਾਰੀ ਨਾਲ ਲਿਆਇਆ, ਫਿਰ ਕਿਉਂ ਪੁੱਛੋ ਸਾਡੇ ਘਰ ਵਿੱਚ ਓਪਰਿਆਂ ਦੀ ਮਿਹਰ ਕਿਉਂ ਬਈ, ਬਹੁਤ ਵਧੀਆ, ਬਹੁਤ ਵਧੀਆ। ਅਬਦਾਲੀ ਹੁਣ ਸੱਦਿਆ ਆਇਆ, ਵਣਜ ਵਪਾਰੀ ਨਾਲ ਲਿਆਇਆ, ਫਿਰ ਕਿਉਂ ਪੁੱਛੋ ਸਾਡੇ ਘਰ ਵਿੱਚ ਓਪਰਿਆਂ ਦੀ ਮਿਹਰ ਕਿਉਂ ਬਈ, ਸਿਰ ਤੇ ਸੂਰਜ ਹੁੰਦਿਆਂ ਸੁੰਦਿਆਂ, ਸਿਖਰ ਦੁਪਹਿਰ ਹਨੇਰ ਕਿਉਂ ਬਈ, ਦੇਸ਼ ਪੰਜਾਬ ਚ ਮਨ ਦੇ ਵਿਹੜੇ ਇੰਨੇ ਘੁੰਮਣ ਘੇਰ ਕਿਉਂ ਬਈ। ਬਹੁਤ ਅੱਛਾ, ਬਹੁਤ ਵਧੀਆ। ਬਥੇਰਾ ਕਿ ਹੋਰ। ਗੁਰਭਜਨ ਗਿੱਲ ਜੀ, ਤੁਸੀਂ ਸ਼ਾਇਰੀ ਨਾਲ ਹਮੇਸ਼ਾ ਹੀ ਪੰਜਾਬੀਆਂ ਨੂੰ ਜਿਹੜਾ ਆ ਉਹ ਜਿੱਦਾਂ ਰੋਸ਼ਨੀ ਬਖਸ਼ੀ ਆ। ਔਰ ਇੱਕ ਸ਼ੇਰ ਮੈਂ ਇੱਥੇ ਤੁਹਾਡਾ ਕੋਟ ਕਰਨਾ ਚਾਹਦਾ, ਮੈਂ ਸ਼ਬਦਾਂ ਦੇ ਚਿਰਾਗਾਂ ਨੂੰ ਹਮੇਸ਼ਾ ਬਾਲਦਾ ਰਹਿੰਦਾ, ਮੈਂ ਸ਼ਬਦਾਂ ਦੇ ਚਿਰਾਗਾਂ ਨੂੰ ਹਮੇਸ਼ਾ ਬਾਲਦਾ ਰਹਿਣਾ, ਮੇਰੇ ਰਾਹਾਂ ਚ ਹਨੇਰੇ ਦਾ ਕਦੇ ਪਹਿਰਾ ਨਹੀਂ ਹੁੰਦਾ। ਇਹ ਤੁਹਾਡੇ ਰਾਹ ਤਾਂ ਰੋਸ਼ਨ ਹੈ ਹੀ ਹੈ, ਪਰ ਤੁਸੀਂ ਕਿੰਨੇ ਪੰਜਾਬੀਆਂ ਦੇ, ਕਿੰਨੇ ਲੋਕਾਂ ਦੇ ਰਾਹ ਰੁਸ਼ਨਾਉਂਦੇ ਆ, ਇਹ ਸਾਨੂੰ ਅਹਿਸਾਸ ਹੈ, ਪੰਜਾਬੀ ਦੇ ਆਲੋਚਕਾਂ ਨੂੰ ਅਹਿਸਾਸ ਹੈ। ਪੰਜਾਬੀ ਸਮਾਜ ਜਿਹੜਾ ਆ ਤੁਹਾਡੀ ਸਰਗਰਮੀ ਦਾ ਹਮੇਸ਼ਾ ਜਿਹੜਾ ਆ ਉਹ ਗਵਾ ਰਿਹਾ ਆ। ਔਰ ਤੁਸੀਂ ਜਿਸ ਸੁੱਚਤਾ ਨਾਲ, ਜਿਸ ਸੁੱਚੇ ਮਨ ਨਾਲ, ਸ਼ਬਦਾਂ ਨਾਲ ਇਹ ਵਫਾ ਨਿਭਾਈ ਆ, ਅਸਲ 'ਚ ਇਹ ਵਫਾ ਤੁਹਾਡੀ ਜ਼ਿੰਦਗੀ ਨਾਲ ਨਿਭਦੀ ਕਿਵੇਂ ਜਿਹੜੀ ਆ ਉਹ ਅੱਜ ਤੱਕ ਦਾ ਸਫ਼ਰ ਤੈਅ ਕਰਕੇ ਪਹੁੰਚੀ ਆ। ਔਰ ਅਸੀਂ ਅੱਜ ਤੁਹਾਡੀ ਜ਼ੁਬਾਨ ਨੂੰ ਜਾਣਿਆ, ਔਰ ਇਹ ਤੁਹਾਡੀ ਜ਼ੁਬਾਨ ਜਿਹੜੀ ਆ ਉਹ ਕਾਬ ਲੋਕ ਦੇ ਦਰਸ਼ਕਾਂ ਤੱਕ ਵੀ ਪਹੁੰਚੇਗੀ। ਔਰ ਮੈਂ ਇਸ ਗੱਲ ਦੀ ਅਥਾਹ ਖੁਸ਼ੀ ਮਹਿਸੂਸ ਕਰ ਰਿਹਾ ਗੁਰਭਜਨ ਗਿੱਲ ਜੀ, ਤੁਹਾਡੀ ਸ਼ਾਇਰੀ ਵਾਂਗ ਤੁਹਾਡੀਆਂ ਗੱਲਾਂ, ਤੁਹਾਡਾ ਭਾਵ, ਤੁਹਾਡਾ ਐਕਸਪ੍ਰੈਸ਼ਨ ਇੰਨਾ ਸੁੱਚਾ ਦਿਖਾਈ ਦੇ ਰਿਹਾ, ਔਰ ਜਿਹੜਾ ਕਿ ਹੈ, ਔਰ ਇਹ ਸਾਡੇ ਪੰਜਾਬੀ ਸਮਾਜ ਲਈ, ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ। ਔਰ ਤੁਹਾਡੀ ਸ਼ਾਇਰੀ ਇਸੇ ਤਰ੍ਹਾਂ ਪੰਜਾਬੀ ਸ਼ਾਇਰੀ ਦਾ ਮਾਣ ਬਣਦੀ ਰਹੇ, ਇਸ ਗੱਲ ਨਾਲ ਅਸੀਂ ਅੱਜ ਦੀ ਇਸ ਮਹਿਫਿਲ 'ਚ ਤੁਹਾਡਾ ਧੰਨਵਾਦ ਕਰਾਂਗੇ, ਔਰ ਆਸ ਕਰਾਂਗੇ ਕਿ ਅੱਗੇ ਵੀ ਕਾਬ ਲੋਕ ਲਈ ਏਦਾਂ ਸਮਾਂ ਤੁਸੀਂ ਕੱਢਦੇ ਰਹੋਗੇ। ਬਹੁਤ ਬਹੁਤ ਮਿਹਰਬਾਨੀ ਬੇਵਾਕ ਗੱਲਾਂ ਲਈ। ਮੈਂ ਅਮਿੰਦਰ ਪੇਂਡੂ ਬੰਦਾ ਹਾਂ ਜੀ। ਸਾਡੇ ਪਿੰਡ ਨਾ ਇੱਕੋ ਹੱਟੀ ਹੁੰਦੀ ਸੀ, ਸਰਦਾਰੀ ਸ਼ਾਹ ਦੀ, ਧੰਨੇ ਸ਼ਾਹ ਦੀ ਮਗਰੋਂ ਖੁੱਲੀ ਹੈ ਜੀ। ਤੇ ਸਰਦਾਰੀ ਸ਼ਾਹ ਕੋਲ ਜਦੋਂ ਬੀਬੀ ਸਾਡੀ ਨੇ ਸੌਦਾ ਲੈਣ ਭੇਜਣਾ ਨਾ, ਤੇ ਉਹਨੇ ਸੌਦਾ ਤੋਲ ਕੇ ਤੇ ਪੁੜੀ ਬੰਨ ਕੇ ਦੇ ਦਿਆ ਕਰਨੀ ਜੀ।
ਉਦੋਂ ਗਰੀਬੀ ਦਾਵੇ ਸੀ, ਹੂੰ ਕਦੇ ਖੰਡ ਲੈਣ ਚਲੇ ਗਏ, ਚਾਹ ਲੈਣ ਚਲੇ ਗਏ, ਉਹਨੇ ਪੁੜੀ ਬੰਨ ਕੇ ਤੈਨੂੰ ਤੋਰ ਦੇਣਾ। ਜੀ। ਤੇ ਮਗਰੋਂ ਉਹਨੇ ਇੱਕ ਫੁੱਲੜੀਆਂ ਦਾ ਇੱਕ ਲਿਫਾਫਾ ਜਿਹਾ ਰੱਖਿਆ ਹੁੰਦਾ ਸੀ, ਉਹ ਚੋਂ ਕੱਢ ਕੇ ਉਹਨੇ ਕਹਿਣਾ ਰੂੰਗਾ ਲੈ ਜਾਓ। ਰੂੰਗਾ ਲੈ ਲਓ, ਬਿਲਕੁਲ ਜੀ। ਸਾਨੂੰ ਸਾਡੇ ਮਾਝੇ ਚ ਉਹਨੂੰ ਝੁੰਗਾ ਕਹਿੰਦੇ ਆ। ਹੂੰ ਰੂੰਗਾ ਤੇ ਮੈਂ ਮਾਲਵੇ ਚ ਆ ਕੇ ਸੁਣਿਆ, ਰੂੰਗਾ ਬਿਲਕੁਲ। ਝੁੰਗਾ ਇੱਕੋ ਗੱਲ ਹੀ ਹੈ। ਹਾਂਜੀ ਹਾਂਜੀ ਉਹਦਾ ਮਤਲਬ ਹੁੰਦਾ ਸੀ ਵੀ ਆ ਜਾਣ ਲੱਗੇ ਪੁੱਤ, ਤਾਂ ਕਿ ਅਗਲੀ ਵਾਰੀ ਸਾਡੀ ਹੱਟੀ ਤੇ ਆਈ। ਬਿਲਕੁਲ ਜੀ। ਸੋ ਤੂੰ ਕਿਉਂਕਿ ਨਿੱਕਾ ਹੈ, ਲਖਵਿੰਦਰ ਤੋਂ ਵੀ ਨਿੱਕਾ ਹੈ, ਬਿਲਕੁਲ ਬਿਲਕੁਲ ਜਸਵਿੰਦਰ ਤੋਂ ਵੀ ਬਿਲकुल। ਨਿੱਕਾ ਹੈ, ਹਾਂਜੀ ਭੁਪਿੰਦਰ ਹਾਂਜੀ ਤੋਂ ਵੀ ਨਿੱਕਾ ਹੈ, ਸਾਰਿਆਂ ਤੋਂ ਬਿਲकुल ਨਿੱਕਾ ਹੈ, ਫਿਰ ਮੇਰਾ ਵੀ ਨਿੱਕਾ ਹੈ। ਬਿਲकुल सर बिल्कुल ਕਿਉਂਕਿ ਤੇਰੇ ਸਾਕੋਂ ਮੈਂ ਮਤਲਬ ਆਪਣੇ ਆਪ ਨੂੰ ਵੱਡਾ ਵੱਡਾ ਮਹਿਸੂਸ ਕਰਦਾ। बिल्कुल 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 ਸੋ सर। ਮੈਂ ਇੱਕ ਗਜ਼ਲ ਤੈਨੂੰ ਰੂੰਗੇ ਦੇ ਰੂਪ ਚ ਦੇਣ ਬਹੁਤ ਅੱਛੇ ਤਾਂ ਬਹੁਤ ਕਿ ਫਿਰ ਅੱਛੇ। ਕਾਮ ਲੋਕ ਲਈ ਮੈਨੂੰ ਇੰਟਰੋ ਸਾਡੇ ਕਰੇ ਲਈ ਨਹੀਂ, ਸਾਰਿਆਂ ਲਈ ਇੱਕ ਖੁਸ਼ੀ ਦੀ ਗੱਲ ਹੈ ਜੀ। ਬਹੁਤ ਵਧੀਆ। ਹਾਂਜੀ ਅਰਸ਼ਾਦ। ਕਿ ਸਭ ਲੋਕਾਂ ਲਈ ਇੱਕੋ ਧਰਤੀ, ਹੂੰ ਸਭ ਲੋਕਾਂ ਲਈ ਇੱਕੋ ਧਰਤੀ। ਇੱਕੋ ਧਰਤੀ, ਹੂੰ ਪਰ ਸਾਂਝਾ ਅਸਮਾਨ ਨਹੀਂ ਹੈ। ਬਹੁਤ ਅੱਛੇ ਬਹੁਤ ਅੱਛੇ, ਬਹੁਤ ਵਧੀਆ। ਪਰ ਸਾਂਝਾ ਸਭ ਅਸਮਾਨ ਨਹੀਂ ਲੋਕਾਂ ਹੈ। ਲਈ ਇੱਕੋ ਧਰਤੀ, ਪਰ ਸਾਂਝਾ ਅਸਮਾਨ ਨਹੀਂ ਹੈ। ਹੂੰ ਨੀਲੀ ਛਤਰੀ ਵਾਲੇ ਰੱਬ ਦਾ ਹੂੰ ਇਸ ਪਾਸੇ ਵੱਲ ਧਿਆਨ ਨਹੀਂ ਹੈ। ਧਿਆਨ ਨਹੀਂ ਹੈ। ਆਏ ਹੈ ਬਹੁਤ ਵਧੀਆ। ਨੀਲੀ ਛਤਰੀ ਵਾਲੇ ਰੱਬ ਦਾ ਹੂੰ ਇਸ ਪਾਸੇ ਵੱਲ ਧਿਆਨ ਨਹੀਂ ਧਿਆਨ ਹੈ। ਨਹੀਂ ਹੈ। ਹੂੰ ਰੱਜਿਆਂ ਖਾਤਰ ਹੋਰ ਖੁਰਾਕਾਂ, ਹੂੰ ਲਿੱਸੀਆਂ ਖਾਤਰ ਕੱਚੀਆਂ ਲੱਸੀਆਂ। ਆਏ ਹੈ ਬਹੁਤ ਵਧੀਆ। ਰੱਬ ਦੇ ਬੰਦਿਓ, ਇਹ ਦੋ ਅਮਲੀ ਕੀ ਰੱਬ ਦਾ ਅਪਮਾਨ ਨਹੀਂ ਹੈ। ਆਏ ਹੈ ਬਹੁਤ ਵਧੀਆ ਬਹੁਤ ਵਧੀਆ ਜੀ। ਰੱਜਿਆਂ ਖਾਤਰ ਹੋਰ ਖੁਰਾਕਾਂ, ਹੂੰ ਲਿੱਸੀਆਂ ਖਾਤਰ ਕੱਚੀਆਂ ਲੱਸੀਆਂ। ਰੱਬ ਦੇ ਬੰਦਿਓ, ਇਹ ਦੋ ਅਮਲੀ ਕੀ ਰੱਬ ਦਾ ਅਪਮਾਨ ਨਹੀਂ ਹੈ। ਹੂੰ ਮੈਂ ਮਜ਼ਬੂਤ ਬਤੀਸੀ ਕੋਲੋਂ ਕੀ ਲੈਣਾ ਜੇ ਇਹੀ ਦੁਸ਼ਮਣ, ਮੈਂ ਮਜ਼ਬੂਤ ਬਤੀਸੀ ਕੋਲੋਂ ਕੀ ਲੈਣਾ ਜੇ ਇਹੀ ਦੁਸ਼ਮਣ, ਸ਼ਬਦ ਸਲਾਮਤ ਰੱਖਣ ਲਈ ਜੇ ਰਹਿਣੀ ਮਾਤ ਜ਼ਬਾਨ ਨਹੀਂ ਹੈ। ਬਹੁਤ ਵਧੀਆ। ਕਿ ਦਰਿਆਵਾਂ ਨੂੰ ਸੰਗਲੀ ਪਾ ਕੇ, ਦਰਿਆਵਾਂ ਨੂੰ ਸੰਗਲੀ ਪਾ ਕੇ ਜਿੱਧਰ ਚਾਹੋ ਤੋਰੀ ਫੇਰੋ। ਦਰਿਆਵਾਂ ਨੂੰ ਸੰਗਲੀ ਪਾ ਕੇ ਜਿੱਧਰ ਚਾਹੋ ਤੋਰੀ ਫੇਰੋ। ਗੰਗਾ ਯਮੁਨਾ ਸਰਸਵਤੀ ਦਾ ਇਹ ਭਾਈ ਸਨਮਾਨ ਨਹੀਂ ਹੈ। ਬਹੁਤ ਅੱਛੇ ਬਹੁਤ ਅੱਛੇ। ਕੱਚੇ ਘਰ ਲਈ ਹੋਰ ਕਿਤਾਬਾਂ, ਪੱਕੇ ਦੇ ਲਈ ਸਬਕ ਅਲੱਹਦਾ। ਕੱਚੇ ਘਰ ਲਈ ਹੋਰ ਕਿਤਾਬਾਂ, ਪੱਕਿਆਂ ਦੇ ਲਈ ਸਬਕ ਅਲੱਹਦਾ। ਕਿੱਥੋਂ ਪੜ੍ਹ ਕੇ ਕੀ ਕਰਦੇ ਹੋ, ਇਹ ਤਾਂ ਅਸਲ ਵਿਧਾਨ ਨਹੀਂ ਹੈ। ਬਹੁਤ ਵਧੀਆ ਬਹੁਤ ਵਧੀਆ। ਕੱਚੇ ਘਰ ਲਈ ਹੋਰ ਕਿਤਾਬਾਂ, ਪੱਕਿਆਂ ਦੇ ਲਈ ਸਬਕ ਅਲੱਹਦਾ। ਕਿੱਥੋਂ ਪੜ੍ਹ ਕੇ ਕੀ ਕਰਦੇ ਹੋ, ਇਹ ਤਾਂ ਅਸਲ ਵਿਧਾਨ ਨਹੀਂ ਹੈ। ਫੁਲਕਾਰੀ ਦੇ ਧਾਗੇ ਤੋੜੋ, ਸਾਨੂੰ ਆਖੋ ਮੁੜ ਕੇ ਜੋੜੋ। ਬਹੁਤ ਅੱਛੇ। ਫੁਲਕਾਰੀ ਦੇ ਧਾਗੇ ਤੋੜੋ, ਸਾਨੂੰ ਆਖੋ ਮੁੜ ਕੇ ਜੋੜੋ। ਅਜਬ ਤਮਾਸ਼ਾ ਇਸ ਤਰ੍ਹਾਂ ਦਾ ਸਾਨੂੰ ਇਹ ਪ੍ਰਵਾਨ ਨਹੀਂ ਹੈ। ਬਹੁਤ ਅੱਛੇ ਬਹੁਤ ਵਧੀਆ ਬਹੁਤ ਵਧੀਆ। ਅਜਬ ਤਮਾਸ਼ਾ ਇਸ ਤਰ੍ਹਾਂ ਦਾ ਸਾਨੂੰ ਇਹ ਪ੍ਰਵਾਨ ਨਹੀਂ ਹੈ। ਤੇਰੇ ਹੱਥ ਤ੍ਰਿਸ਼ੂਲ ਤਬਾਹੀ, ਤੇਰੇ ਹੱਥ ਤ੍ਰਿਸ਼ੂਲ ਤਬਾਹੀ। ਤਲਵਾਰਾਂ ਦੀ ਫਸਲ ਉਗਾਵੇਂ, ਹੇ ਬਨਵਾਰੀ ਕਿਰਪਾ ਧਾਰੀ, ਕਿਉਂ ਹੱਥ ਵਿੱਚ ਕਿਰਪਾਨ ਨਹੀਂ ਹੈ। ਬਹੁਤ ਅੱਛਾ। ਇਹ ਪੰਜਾਬ ਜਿਉਂਦੀ ਪੁਸਤਕ, ਇਹ ਪੰਜਾਬ ਜਿਉਂਦੀ ਪੁਸਤਕ। ਰਿਗ ਵੇਦਾਂ ਤੋਂ ਲੈ ਕੇ ਅੱਜ ਤੱਕ, ਇਹ ਪੰਜਾਬ ਜਿਉਂਦੀ ਪੁਸਤਕ ਰਿਗ ਵੇਦਾਂ ਤੋਂ ਲੈ ਕੇ ਅੱਜ ਤੱਕ। ਜਦ ਜੀ ਚਾਹੇ ਝੰਬੇ ਝਿੜਕੇ, ਇਹ ਕੋਈ ਦਰਬਾਨ ਨਹੀਂ ਹੈ। ਬਹੁਤ ਅੱਛੇ ਬਹੁਤ ਅੱਛੇ। ਜਦ ਜੀ ਚਾਹੇ ਝਿੜਕੇ, ਇਹ ਕੋਈ ਦਰਬਾਨ ਨਹੀਂ ਹੈ। ਦਿੱਲੀ ਬਹਿ ਕੇ ਰਾਜ ਕਰਦਿਆ, ਵੇਖੀ ਸੋਚੀ ਅਤੇ ਵਿਚਾਰੀ। ਦਿੱਲੀ ਬਹਿ ਕੇ ਰਾਜ ਕਰਦਿਆ, ਵੇਖੀ ਸੋਚੀ ਅਤੇ ਵਿਚਾਰੀ। ਦਿਲ ਦੀ ਦਿਲੜੀ ਜੋ ਨਹੀਂ ਬਹਿੰਦਾ, ਦਿਲ ਦੀ ਦਿਲੜੀ ਜੋ ਨਹੀਂ ਬਹਿੰਦਾ, ਉਹ ਸਾਡਾ ਸੁਲਤਾਨ ਨਹੀਂ ਹੈ। ਬਹੁਤ ਅੱਛੇ ਬਹੁਤ ਅੱਛੇ ਬਹੁਤ ਅੱਛੇ। ਲੋਕਾਂ ਲਈ ਇੱਕੋ ਧਰਤੀ, ਪਰ ਸਾਂਝਾ ਅਸਮਾਨ ਨਹੀਂ ਹੈ। ਨੀਲੀ ਛਤਰੀ ਵਾਲੇ ਰੱਬ ਦਾ ਇਸ ਪਾਸੇ ਵੱਲ ਧਿਆਨ ਨਹੀਂ ਹੈ। ਸੋ ਅਮਿੰਦਰ, ਬੜਾ ਧੰਨਵਾਦ ਤੇਰਾ। ਬਹੁਤ ਬਹੁਤ ਧੰਨਵਾਦ ਭਾਜੀ। ਤੁਹਾਡੀ ਕਵਿਤਾ, ਤੁਹਾਡੀਆਂ ਗਜ਼ਲਾਂ, ਔਰ ਮੈਂ ਇਹਨੂੰ ਜਿਹੜਾ ਆ ਉਹ ਸ਼ਬਦ ਦੇਣਾ ਚਾਹਾਂ ਤੇ ਮਾਨਵਤਾ ਦਾ ਜਿਹੜਾ ਆ ਅਸਲ ਵਿਧਾਨ ਸਿਰਜਦੀ ਇਹ ਸ਼ਾਇਰੀ ਜਿਹੜੀ ਆ, ਔਰ ਇਹ ਮਾਨਵਤਾ ਦਾ ਵਿਧਾਨ ਸਿਰਜਦੀ ਸ਼ਾਇਰੀ ਦੇ ਸਿਰਜਕ ਗੁਰਭਜਨ ਗਿੱਲ ਦਾ ਇੱਥੇ ਇਸ ਜਿਹੜਾ ਆਪਣੇ ਵੱਡੇ ਵੀਰ ਭੂਸ਼ਣ ਦੇ ਸ਼ਬਦਾਂ ਨਾਲ ਗੱਲ ਮੁਕਾਵਾਂਗਾ। ਜੀ ਭੂਸ਼ਣ ਕਹਿੰਦਾ, ਇਸ ਵਿੱਚ ਮੇਰਾ ਕੁਝ ਵੀ ਨਹੀਂ ਹੈ। ਇਸ ਵਿੱਚ ਮੇਰਾ ਕੁਝ ਵੀ ਨਹੀਂ ਹੈ। ਇਹ ਤਾਂ ਹੈ ਮੌਸਮ ਸੇ ਸਿਰਾ।
ਜੇ ਮੇਰੇ ਗੁਲਦਸਤੇ ਵਿਚਲੇ ਤੈਨੂੰ ਫੁੱਲ ਪਿਆਰੇ ਲੱਗੇ। ਬਹੁਤ ਸੋ ਮੇਰਾ ਤਾਂ ਜੋ ਕੁਝ ਵੀ ਹੈ ਸਮਾਜ ਨੇ ਦਿੱਤਾ ਹੋਇਆ ਉਹਨੂੰ ਵਰਤਾ ਰਿਹਾ। ਮਨੁੱਖਤਾ ਦੀ ਭਲਾਈ ਲਈ, ਮਨੁੱਖਤਾ ਲਈ ਆਪਣੀ ਸੁੱਚੀ ਰੂਹ ਨੂੰ ਰੂਪਾਂਤਰਿਤ ਕਰਨ ਦਾ ਇਹ ਅਮਲ ਜਿਹੜਾ ਤੁਸੀਂ ਸਾਰੀ ਜ਼ਿੰਦਗੀ ਨਿਭਾਇਆ, ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਉਹ ਕਾਪ ਮੋਤੀਆਂ ਦੇ ਰੂਪ 'ਚ ਸਾਡੇ ਕੋਲ ਹਾਜ਼ਰ ਹੈ। ਤੁਹਾਡੀ ਇਸ ਜਿਹੜੀ ਆ ਉਹ ਖੂਬਸੂਰਤ ਸ਼ਬਦਾਵਲੀ ਅੰਦਾਜ਼ ਵਿੱਚ ਸਾਡੇ ਕੋਲ ਹਾਜ਼ਰ ਹੈ। ਮੈਂ ਇੱਕ ਵਾਰੀ ਫੇਰ ਭਾਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦਾ।